ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਗੁਰਮੁਖ ਜਨੋ, ਸਿੱਖ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੀ ਇਸ ਗੁਰਮੁਖ ਕਲਾਸ ਵਿੱਚ ਹਾਜ਼ਰੀ ਭਰ ਰਹੇ ਗੁਰੂ ਪਿਆਰਿਓ, ਅੱਜ ਸਾਡੇ ਨਾਲ ਵਿਚਾਰਾਂ ਕਰਨ ਲਈ ਹਾਜ਼ਰ ਹਨ ਯਾਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣਾ, ਜਿਨ੍ਹਾਂ ਨੇ ਪਿਛਲੇ ਹਫ਼ਤੇ 2 ਹਫ਼ਤੇ ਪਹਿਲਾਂ ਗੌੜੀ ਪੂਰਬੀ ਦੇ ਵਿੱਚ ਉਚਾਰਨ ਕੀਤੀ ਹੋਈ ਭਗਤ ਕਬੀਰ ਜੀ ਦੀ ਰਚਨਾ ਬਾਣੀ 52 ਅੱਖਰੀ ਉਹਦੀ ਵਿਚਾਰ ਸ਼ੁਰੂ ਕੀਤੀ ਸੀ। ਉਸੇ ਵਿਚਾਰ ਦੀ ਉਸ ਲੜੀ ਨੂੰ ਅੱਗੇ ਤੋਰਦੇ ਹਨ। ਮੈਂ ਬੇਨਤੀ ਕਰ ਰਿਹਾ ਹਾਂ ਯਾਨੀ ਅੰਮ੍ਰਿਤਪਾਲ ਸਿੰਘ ਜੀ ਨੂੰ ਅੱਜ ਦੀ ਵਿਚਾਰ ਸ਼ੁਰੂ ਕਰਨ। ਯਾਨੀ ਅੰਮ੍ਰਿਤਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਚੇਅਰਮੈਨ ਸਰਦਾਰ ਹਰਜੀਤ ਸਿੰਘ ਜੀ ਅਤੇ ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ ਅਤੇ ਸਰਕਲ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਗਤ ਕਬੀਰ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਅਸੀਂ 52 ਅੱਖਰੀ ਦੀ ਵਿਚਾਰ ਕਰ ਰਹੇ ਹਾਂ, ਜਿਹਦੇ ਵਿੱਚ 2 ਬੰਦਾਂ ਦੀ ਵਿਚਾਰ ਅਸੀਂ ਕਰ ਚੁੱਕੇ ਹਾਂ। ਤੀਸਰੇ ਪਦ ਤੋਂ ਇਹ ਵਿਚਾਰ ਆਰੰਭ ਹੈ। ਭਗਤ ਜੀ ਦੇ ਅਜਲੇ ਬਚਨ ਅਲੈ ਲਹੰਤਾ ਭੇਦ ਛੈ ਕੱਛ ਕੱਛ ਪਾਇਓ ਭੇਦ। ਅਲਹਿ ਮੈਨੇ ਜਿਹੜਾ ਲੱਭਿਆ ਨਾ ਜਾ ਸਕੇ, ਲਹੰਤਾ ਮੈਨੇ ਉਹਨੂੰ ਲੱਭ, ਉਸ ਪ੍ਰਭੂ ਨੂੰ ਪ੍ਰਾਪਤ ਕਰਨਾ ਜਿਹੜਾ ਲੱਭਿਆ ਨਾ ਜਾ ਸਕੇ, ਜੇ ਮੈਂ ਉਹਨੂੰ ਲੱਭ ਲਵਾਂ। ਭੇਦ ਛੈ, ਭੇਦ ਛੈ ਭਾਵ ਛੈ ਦਾ ਮਤਲਬ ਹੁੰਦਾ ਖਤਮ ਹੋਣਾ। ਅਸੀਂ ਇੱਥੋਂ ਸ਼ੁਰੂ ਕਰ ਰਹੇ ਹਾਂ, ਅਲੈ ਲਹੂੰ ਤੋ ਕਿਆ ਕਹੂੰ, ਕਹੂੰ ਤਾਂ ਕੋ ਉਪਕਾਰ। ਇੱਥੋਂ ਸ਼ੁਰੂ ਕਰਨਾ ਸੀ ਆਪਾਂ ਨੇ। ਅਲਹਿ ਮੈਨੇ ਜਿਹੜਾ ਲੱਭਿਆ ਨਾ ਜਾ ਸਕੇ, ਲਹੂੰ, ਲਹੂੰ ਮੈਨੇ ਜਿਹਨੂੰ ਮੈਂ ਲੱਭ ਲਵਾਂ। ਅਲਹਿ ਨੂੰ ਲੱਭ ਲਵਾਂ, ਜਿਹੜਾ ਦਿਸਦਾ ਨਹੀਂ, ਲੱਭਦਾ ਨਹੀਂ। ਜੇ ਇਹਨੂੰ ਲੱਭ ਵੀ ਲਵਾਂ ਤੋ ਕਿਆ ਕਹੂੰ, ਜਿਹਨੂੰ ਲੱਭਿਆ ਨਾ ਜਾ ਸਕੇ, ਜਿਹਦਾ ਅੰਤ ਨਾ ਪਾਇਆ ਜਾ ਸਕੇ, ਭਾਵ ਜਿਸ ਪ੍ਰਭੂ ਨੂੰ ਬਿਆਨ ਨਾ ਕੀਤਾ ਜਾ ਸਕੇ, ਉਹ ਅਲਹਿ ਹੈ। ਅਸੀਂ ਉਹਨੂੰ ਲੱਭ ਨਹੀਂ ਸਕਦੇ, ਭਾਵ ਉਹਦਾ ਮੁਕੰਮਲ ਅੰਤ ਨਹੀਂ ਪਾ ਸਕਦੇ, ਉਹਨੂੰ ਕੰਪਲੀਟ ਨਹੀਂ ਜਾਣ ਸਕਦੇ ਵੀ ਉਹ ਕਿੰਨਾ ਕੁ ਵੱਡਾ ਹੈ। ਅਸੀਂ ਉਹਨੂੰ ਮੁਕੰਮਲ ਤੌਰ ਤੇ ਬਿਆਨ ਨਹੀਂ ਕਰ ਸਕਦੇ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਅਲਹਿ ਹੈ। ਲਹੂੰ ਜੇ ਲੱਭ ਵੀ ਲਵਾਂ, ਮੰਨੋ 1 ਸੈਕਿੰਡ ਦੇ ਲਈ ਸਪੋਜ਼ ਕਰੋ ਮੈਂ ਅੰਤ ਪਾ ਲਿਆ, 1 ਸੈਕਿੰਡ ਦੇ ਹੀ ਮੰਨ ਲਓ ਮੈਂ ਉਸ ਰੱਬ ਨੂੰ ਲੱਭ ਲਿਆ, ਅੰਤ ਪਾ ਲਿਆ ਵੀ ਉਹ ਇੰਨਾ ਵੱਡਾ ਹੈ, ਤਾਂ ਕਿਆ ਕਹੂੰ, ਮੈਂ ਕਵਾਂਗਾ ਕੀ? ਮੈਂ ਫਿਰ ਕਿਵੇਂ ਉਹਦੀ ਵਿਚਾਰ ਦੱਸਾਂਗਾ ਵੀ ਰੱਬ ਕਿੰਨਾ ਕੁ ਵੱਡਾ ਹੈ? ਮੰਨ ਲਓ ਬੂੰਦ ਸਮੁੰਦਰ 'ਚ ਜਾ ਕੇ ਸਮੁੰਦਰ ਦਾ ਰੂਪ ਹੋ ਵੀ ਜਾਏ, ਤੇ ਉਹ ਬੂੰਦ ਸਮੁੰਦਰ ਬਾਰੇ ਕਿਵੇਂ ਦੱਸੇਗੀ ਵੀ ਸਮੁੰਦਰ ਕਿੰਨਾ ਕੁ ਵੱਡਾ ਹੈ, ਕਿੰਨਾ ਲੰਮਾ ਚੌੜਾ ਹੈ, ਕਿੱਥੇ ਤੱਕ ਫੈਲਿਆ ਹੋਇਆ ਹੈ, ਸਮੁੰਦਰ ਵਿੱਚ ਕਿੰਨੇ ਜੀਵ ਨੇ, ਕਿੰਨੀਆਂ ਮੱਛੀਆਂ ਨੇ, ਕਿੰਨੇ ਉਹਦੇ ਅੰਦਰ ਪੌਦੇ ਨੇ, ਸਮੁੰਦਰ ਵਿੱਚ ਕਿੰਨੇ ਹੀਰੇ ਮੋਤੀ ਮੂੰਗੇ ਨੇ। ਜੇ ਬੂੰਦ ਮਾਨੋ ਸਮੁੰਦਰ 'ਚ ਮਿਲ ਕੇ ਸਮੁੰਦਰ ਹੋ ਵੀ ਜਾਏ ਤਾਂ ਵੀ ਉਹ ਅੰਤ ਨਹੀਂ ਪਾ ਸਕਦੀ, ਦੱਸ ਨਹੀਂ ਸਕਦੀ। ਅਲਹਿ ਲਹੂੰ, ਅਲਹਿ ਮੇਰੇ ਜਿਹਦਾ ਅੰਤ ਨਾ ਪਾਇਆ ਜਾ ਸਕੇ, ਜਿਹਦਾ ਮੁਕੰਮਲ ਬਿਆਨ ਨਾ ਕੀਤਾ ਜਾ ਸਕੇ। ਲਹੂੰ ਜੇ ਲੱਭ ਵੀ ਲਵਾਂ ਤਾਂ ਕਿਆ ਕਹੂੰ, ਫਿਰ ਮੈਂ ਕੀ ਕਹਾਂ? ਯਾਦ ਰੱਖਿਓ, ਕਿਰਿਆ ਦੇ ਅਖੀਰ ਤੇ ਜਦੋਂ ਊੜੇ ਨੂੰ ਔਂਕੜ ਆ ਜਾਂਦੀ ਹੈ, ਉਦੋਂ ਇਹਦੇ ਅਰਥ ਜਿਹੜੇ ਨੇ ਉੱਤਮ ਪੁਰਖ ਦੇ ਹੁੰਦੇ ਨੇ, ਫਸਟ ਪਰਸਨ। ਲੱਲਾ ਹਾਹਾ ਊੜੇ ਔਂਕੜ ਲਹੂੰ ਭਾਵ ਮੈਂ ਲੱਭ ਲਵਾਂ, ਤੋ ਕਿਆ ਕਹੂੰ, ਕੱਕਾ ਹਾਹਾ ਊੜੇ ਔਂਕੜ ਮੈਂ ਕਹਾਂ। ਜੇ ਊੜੇ ਔਂਕੜ ਦੀ ਬਜਾਏ ਹਾਹੇ ਨੂੰ ਔਂਕੜ ਹੁੰਦੀ, ਫਿਰ ਲਹੋ ਭਾਵ ਤੁਸੀਂ ਲੱਭੋ, ਕਹੋ ਭਾਵ ਤੁਸੀਂ ਕਹੋ। ਕਿਰਿਆ ਦੇ ਅਖੀਰ ਤੇ, ਵਰਬ ਦੇ ਅਖੀਰ ਤੇ ਹਾਹੇ ਨੂੰ ਔਂਕੜ ਹੋਵੇ ਤੇ ਦੂਜੇ ਵਾਸਤੇ, ਊੜੇ ਨੂੰ ਔਂਕੜ ਹੋਵੇ ਤੇ ਆਪਣੇ ਵਾਸਤੇ। ਤੇ ਜੇ ਆਪਣੇ ਵਾਸਤੇ ਹੈ ਫਿਰ ਨਾਸਕੀ ਉਚਾਰਨ ਹੋਏਗਾ, ਅਲਹਿ ਲਹੂੰ ਤੋ ਕਿਆ ਕਹੂੰ। ਜੇ ਮੈਂ ਅਲੱਭ ਨੂੰ ਲੱਭ ਵੀ ਲਵਾਂ, ਜਿਹਦਾ ਅੰਤ ਨਾ ਜਾਣਿਆ ਜਾ ਸਕੇ, ਜਿਹਦਾ ਮੁਕੰਮਲ ਬਿਆਨ ਨਾ ਕੀਤਾ ਜਾ ਸਕੇ, ਜੇ ਉਹਨੂੰ ਮੈਂ ਲੱਭ ਵੀ ਲਵਾਂ ਤੇ ਮੈਂ ਕੀ ਕਵਾਂਗਾ? ਉਹਨੂੰ ਜਾਣਨ ਦਾ ਮੈਂ ਫਾਇਦਾ ਕੀ ਹੋਏਗਾ? ਮੈਂ ਅੰਤ ਤੇ ਪਾ ਹੀ ਨਹੀਂ ਸਕਾਂਗਾ, ਉਹਦਾ ਸਹੀ ਸਰੂਪ ਬਿਆਨ ਨਹੀਂ ਕਰ ਸਕਦਾ। ਕਹੂੰ ਤਾਂ ਕੋ ਉਪਕਾਰ, ਜੇ ਮੈਂ ਬਿਆਨ ਕਰ ਵੀ ਦਿਆਂ, ਉਪਕਾਰ ਕੀ ਹੈ, ਲਾਭ ਕੀ ਹੈ? ਪਹਿਲੀ ਗੱਲ, ਮੁਕੰਮਲ ਰੱਬ ਨੂੰ ਦੱਸਿਆ ਹੀ ਨਹੀਂ ਜਾ ਸਕਦਾ ਉਹ ਕਿੰਨਾ ਵੱਡਾ ਹੈ। ਤੇ ਜੇ ਕੋਈ ਜਾਣ ਵੀ ਲਵੇ ਤੇ ਉਹ ਕਹਿ ਨਹੀਂ ਸਕਦਾ, ਤੇ ਕਹਿ ਕੇ ਲਾਭ ਵੀ ਕੋਈ ਨਹੀਂ ਹੈ।
ਭਾਵ ਜਿੰਨਾ ਵੱਡਾ ਪ੍ਰਭੂ ਹੈ, ਜਿੰਨਾ ਵੱਡਾ ਪ੍ਰਭੂ ਦਾ ਸੰਸਾਰ ਹੈ, ਉਹ ਕਿੰਨਾ ਹੈ, ਇਹਦੇ ਅੰਦਰ ਕੀ ਕੀ ਹੈ, ਉਹਦਾ ਬਿਆਨ ਹੋ ਹੀ ਨਹੀਂ ਸਕਦਾ। ਬਹੁਤ ਕੁਝ ਖੋਜਿਆ ਜਾ ਸਕਦਾ ਹੈ ਇਸ ਪ੍ਰਭੂ ਦੇ ਵਿੱਚ, ਪ੍ਰਭੂ ਦੇ ਸੰਸਾਰ ਵਿੱਚ ਬਹੁਤ ਕੁਝ ਲੱਭਿਆ ਜਾ ਸਕਦਾ ਹੈ, ਬਹੁਤ ਕੁਝ ਕਿਹਾ ਜਾ ਸਕਦਾ ਹੈ, ਬਹੁਤ ਕੁਝ ਵਿਚਾਰਿਆ ਜਾ ਸਕਦਾ ਹੈ, ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ ਉਸ ਪ੍ਰਭੂ ਤੋਂ, ਪ੍ਰਭੂ ਦੇ ਸੰਸਾਰ ਤੋਂ, ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਮੁਕੰਮਲ ਤੌਰ ਤੇ ਕਿਵੇਂ ਜਾਣ ਸਕਦੇ ਹਾਂ, ਮੁਕੰਮਲ ਤੌਰ ਤੇ ਕਿਵੇਂ ਕਹਿ ਸਕਦੇ ਹਾਂ ਵੀ ਉਹ ਕਿੰਨਾ ਵੱਡਾ ਹੈ? ਕਿਉਂ ਨਹੀਂ ਜਾਣ ਸਕਦੇ? ਪ੍ਰਭੂ ਦਾ ਅੰਤ ਕਿਉਂ ਨਹੀਂ ਪਾ ਸਕਦੇ? ਪ੍ਰਭੂ ਨੂੰ ਮੁਕੰਮਲ ਕਿਉਂ ਨਹੀਂ ਦੱਸ ਸਕਦੇ? ਫਿਰ ਭਗਤ ਜੀ ਨੇ ਇੱਕ ਉਦਾਹਰਨ ਦਿੱਤੀ, ਬਟਕ ਬੀਜ ਮੈਂ ਰਵ ਰਹੇ ਹੋ, ਜਾਕੋ ਤੀਨ ਲੋਕ ਵਿਸਥਾਰ। ਕਿਵੇਂ ਨਹੀਂ ਜਾਣ ਸਕਦੇ? ਮਾਨੋ ਜਿਵੇਂ ਬਟਕ ਬੀਜ ਮੈਂ ਰਵ ਰਹੇ ਹੋ, ਬਟਕ ਦਾ ਅਰਥ ਹੁੰਦਾ ਬੋੜ। ਬੋੜ ਜਿਹੜਾ ਬੀਜ ਵਿੱਚ ਰਵਿਆ ਹੋਇਆ ਹੈ, ਬੋੜ ਇੱਕ ਨਿੱਕੇ ਜਿਹੇ ਬੀਜ ਦੇ ਅੰਦਰ ਸਮਾਇਆ ਹੋਇਆ ਹੈ। ਜਾਕੋ, ਜਾਕੋ ਮੈਨੇ ਜਿਸ ਦਾ, ਬਟਕ ਬੀਜ ਮੈਂ ਰਵ ਰਹੇ ਹੋ, ਬੋੜ ਬੀਜ ਦੇ ਅੰਦਰ ਸਮਾਇਆ ਹੋਇਆ ਹੈ, ਛੋਟੇ ਜਿਹੇ ਬੀਜ ਅੰਦਰ ਰਮਿਆ ਹੋਇਆ ਹੈ। ਹੁਣ ਇਹ ਗੱਲ ਬਹੁਤ ਬਰੀਕੀ ਨਾਲ ਸਮਝਣ ਵਾਲੀ ਹੈ। ਇਹ ਨਹੀਂ ਹੈ ਕਿ ਬੀਜ ਦੇ ਕਿਸੇ ਇੱਕ ਹਿੱਸੇ ਵਿੱਚ ਬੋੜ ਹੈ, ਬੀਜ ਦੇ ਕਣ-ਕਣ ਵਿੱਚ ਬੋੜ ਸਮਾਇਆ ਹੋਇਆ ਹੈ। ਤੇ ਬੋੜ ਇੰਨਾ ਵਿਸ਼ਾਲ ਹੁੰਦਾ ਹੈ ਕਿ ਜਿਹਨੂੰ ਇੱਕ ਬੀਜ ਵਿੱਚ ਸੋਚਣਾ ਹੀ ਜਿਹੜਾ ਹੈ ਇੱਕ ਬੜੀ ਹੈਰਾਨਗੀ, ਇੱਕ ਵਿਸਮਾਦ ਪੈਦਾ ਕਰ ਦਿੰਦਾ ਹੈ ਕਿ ਏਡਾ ਵੱਡਾ ਬੋੜ ਦਾ ਰੁੱਖ ਬੀਜ ਦੇ ਅੰਦਰ ਹੈ, ਛੋਟੇ ਜਿਹੇ ਬੀਜ ਵਿੱਚ। ਫਿਰ ਬੀਜ ਦੇ ਕਿਸੇ ਕੋਨੇ ਤੇ ਵੀ ਨਹੀਂ ਹੈ ਕਿ ਬੀਜ ਦੇ ਸੱਜੇ ਪਾਸੇ ਹੈ ਜਾਂ ਬੀਜ ਦੇ ਖੱਬੇ ਪਾਸੇ ਹੈ, ਇਸ ਤਰ੍ਹਾਂ ਵੀ ਨਹੀਂ ਹੈ ਕਿ ਉਹ ਬੀਜ ਦੇ ਕਿਸੇ ਪਾਸੇ ਵਿੱਚ ਹੈ, ਇਸ ਤਰ੍ਹਾਂ ਵੀ ਨਹੀਂ ਅਸੀਂ ਕਹਿ ਸਕਦੇ। ਹੁਣ ਬੋੜ ਨੂੰ ਲੱਭਣਾ ਚਾਹੋ ਬੀਜ ਵਿੱਚੋਂ, ਕਿਵੇਂ ਲੱਭਾਂਗੇ? ਉਹ ਤੇ ਬੀਜ ਦੇ ਕਣ-ਕਣ ਵਿੱਚ ਰਮਿਆ ਹੋਇਆ ਹੈ। ਉਹਨੂੰ ਐਕਸਰੇ ਕਰਕੇ ਦੇਖ ਲਓ, ਬੋੜ ਨਜ਼ਰ ਨਹੀਂ ਆਏਗਾ ਬੀਜ ਵਿੱਚੋਂ। ਬੀਜ ਨੂੰ ਤੋੜ ਕੇ ਦੇਖੋ ਵੀ ਵਿੱਚੋਂ ਬੋੜ ਕੱਢ ਲਈਏ ਤੇ ਨਿਕਲੇਗਾ ਨਹੀਂ, ਬੀਜ ਟੁੱਟ ਜਾਏਗਾ, ਵਿੱਚੋਂ ਬੋੜ ਨਹੀਂ ਨਿਕਲੇਗਾ, ਕਿਉਂਕਿ ਉਹਨੇ ਵੱਖਰਾ ਦਿਸਣਾ ਨਹੀਂ ਹੈ। ਉਹ ਬੋੜ ਬੀਜ ਦਾ ਹੀ ਰੂਪ ਹੈ। ਫਿਰ ਕਿਵੇਂ ਪ੍ਰਗਟ ਹੋਏਗਾ? ਜਦੋਂ ਅਸੀਂ ਬੀਜ ਨੂੰ ਮਿੱਟੀ 'ਚ ਬੀਜ ਦਿਆਂਗੇ, ਉਹਦੇ ਵਿੱਚੋਂ ਫਿਰ ਇੱਕ ਛੋਟਾ ਜਿਹਾ ਪੌਦਾ ਨਿਕਲੇਗਾ, ਕਰੂੰਬਲਾਂ ਨਿਕਲਣਗੀਆਂ, ਪੌਦਾ ਨਿਕਲੇਗਾ, ਫਿਰ ਉਹ ਵੱਡਾ ਹੋਏਗਾ, ਬਹੁਤ ਵੱਡਾ ਰੁੱਖ ਬਣ ਜਾਏਗਾ। ਏਡਾ ਵੱਡਾ ਰੁੱਖ ਕਿ ਅਜੇ ਗੋਲਾਂ ਨਹੀਂ ਲੱਗੀਆਂ ਉਹਨੂੰ, ਅਜੇ ਉਹਨੂੰ ਫੁੱਲ ਨਹੀਂ ਲੱਗੇ। ਹੁਣ ਬੋੜ ਤੇ ਬੜਾ ਵੱਡਾ ਬਣ ਗਿਆ, ਪਰ ਹੁਣ ਬੋੜ ਵਿੱਚੋਂ ਬੀਜ ਨਹੀਂ ਨਜ਼ਰ ਆਏਗਾ। ਹੁਣ ਬੀਜ ਕਿੱਥੇ ਗਿਆ? ਹੁਣ ਬੀਜ ਦਿਸਦਾ ਨਹੀਂ ਹੈ। ਹੁਣ ਕੀ ਹੋਇਆ? ਜੇ ਮੰਨੋ ਹੁਣ ਬੋੜ ਦੇ ਟੁਕੜੇ ਕਰੀ ਜਾਓ, ਹੁਣ ਬੋੜ ਦੇ ਵਿੱਚੋਂ ਬੀਜ ਨੂੰ ਲੱਭੋ ਵੀ ਬੀਜ ਹੁਣ ਕਿੱਥੇ ਚਲਾ ਗਿਆ, ਤੇ ਕੀ ਬੀਜ ਮਿਲ ਜਾਏਗਾ? ਬੋੜ ਦੇ ਟੁਕੜੇ ਕਰ ਦਿਓ, ਬੋੜ ਨੂੰ ਜਲਾ ਦਿਓ, ਪੀਸ ਦਿਓ, ਤਾਂ ਵੀ ਬੀਜ ਨੇ ਲੱਭਣਾ ਨਹੀਂ ਹੈ, ਕਿਉਂਕਿ ਬੋੜ ਤੇ ਬੀਜ ਇੱਕ ਹੀ ਹਨ, ਵੱਖਰੇ ਨਹੀਂ ਹਨ। ਬੀਜ ਹੀ ਬੋੜ ਬਣ ਗਿਆ ਤੇ ਬੋੜ ਦੇ ਵਿੱਚ ਹੀ ਬੀਜ ਸਮਾ ਗਿਆ। ਬਟਕ ਬੀਜ ਮਹਿ ਰਵ ਰਹੇ ਹੋ, ਮਹਿ ਲਫ਼ਜ਼ ਜਿਹੜਾ ਨਾ ਉਹ ਬਟਕ ਵਾਸਤੇ ਵੀ ਹੈ ਤੇ ਬੀਜ ਵਾਸਤੇ ਵੀ ਹੈ। ਜਿਵੇਂ ਬੋੜ ਵਿੱਚ ਤੇ ਜਿਵੇਂ ਬੀਜ ਵਿੱਚ, ਦੋਨੋਂ ਇੱਕ ਦੂਜੇ 'ਚ ਰਵੇ ਹੋਏ ਨੇ। ਬੋੜ ਵਿੱਚ ਬੀਜ ਰਵਿਆ ਹੋਇਆ ਹੈ, ਬੀਜ ਦੇ ਵਿੱਚ ਬੋੜ ਰਵਿਆ ਹੋਇਆ ਹੈ। ਬਟਕ ਬੀਜ ਮੈਂ ਰਵ ਰਹੇ ਹੋ, ਜਿਵੇਂ ਬੋੜ ਦੇ ਵਿੱਚ ਬੀਜ ਰਵਿਆ ਹੋਇਆ ਹੈ, ਜਿਵੇਂ ਬੀਜ ਦੇ ਵਿੱਚ ਬੋੜ ਰਮਿਆ ਹੋਇਆ, ਵਸਿਆ ਹੋਇਆ ਹੈ। ਦੋਨੋਂ ਇੱਕ ਦੂਜੇ 'ਚ ਸਮਾਏ ਹੋਏ ਨੇ। ਇਸੇ ਤਰ੍ਹਾਂ ਹੀ ਜਾਕੋ ਤੀਨ ਲੋਕ ਵਿਸਥਾਰ, ਜਿਸ ਪ੍ਰਭੂ ਦਾ ਵਿਸਥਾਰ ਤਿੰਨਾਂ ਲੋਕਾਂ ਵਿੱਚ ਹੈ, ਉਹ ਪ੍ਰਭੂ ਹੀ ਤਿੰਨਾਂ ਲੋਕਾਂ 'ਚ ਸਮਾਇਆ ਹੋਇਆ ਹੈ। ਪ੍ਰਭੂ ਵੀ ਸਾਰੇ ਸੰਸਾਰ ਵਿੱਚ ਸਮਾਇਆ ਹੋਇਆ ਹੈ। ਜਿਵੇਂ ਬੀਜ ਵਿੱਚ ਬੋੜ ਸਮਾਇਆ ਹੋਇਆ ਹੈ ਤੇ ਬੋੜ ਦੇ ਵਿੱਚ ਬੀਜ ਸਮਾਇਆ ਹੋਇਆ ਹੈ। ਹੁਣ ਬੋੜ ਤੇ ਬਹੁਤ ਵੱਡਾ ਹੈ, ਅਜੇ ਨੂੰ ਫੁੱਲ ਨਹੀਂ ਲੱਗੇ, ਗੋਲਾਂ ਨਹੀਂ ਲੱਗੀਆਂ, ਪਰ ਉਹਦੇ ਵਿੱਚ ਬੀਜ ਸਮਾ ਗਿਆ ਤੇ ਬੋੜ ਦੇ ਟੁਕੜੇ ਕਰ ਕਰਕੇ ਉਹਦੇ ਵਿੱਚੋਂ ਅਸੀਂ ਬੀਜ ਨਹੀਂ ਕੱਢ ਸਕਦੇ, ਕਿਉਂਕਿ ਬੋੜ ਹੈ ਹੀ ਬੀਜ ਦਾ ਰੂਪ। ਬੀਜ ਹੀ ਆਪਣੇ ਆਪ ਦਾ ਵਿਸਥਾਰ ਹੋ ਗਿਆ, ਬੀਜ ਦਾ ਵਿਸਥਾਰ ਬੋੜ ਬਣ ਗਿਆ। ਇਸੇ ਤਰ੍ਹਾਂ ਉਹ ਇੱਕ ਪ੍ਰਭੂ ਹੈ ਜਿਹਦਾ ਵਿਸਥਾਰ ਪੂਰਾ ਸੰਸਾਰ ਬਣ ਗਿਆ। ਸਾਰਾ ਜਗਤ ਜਿਸ ਪ੍ਰਭੂ ਦਾ ਵਿਸਥਾਰ ਹੈ। ਜਦੋਂ ਅਸੀਂ ਅਕਸਰ ਕਹਿੰਦੇ ਹਾਂ ਕਿ ਦੁਨੀਆ ਨੂੰ ਕਿਹਨੇ ਬਣਾਇਆ, ਤੇ ਆਮ ਤੌਰ ਤੇ ਸਾਡਾ ਜਵਾਬ ਹੁੰਦਾ ਹੈ ਦੁਨੀਆ ਨੂੰ ਰੱਬ ਨੇ ਬਣਾਇਆ। ਅਸੀਂ ਇਸ ਤਰ੍ਹਾਂ ਕਹਿ ਦਿੰਦੇ ਹਾਂ। ਹੋਰ ਵੀ ਧਰਮ ਗ੍ਰੰਥ ਇਹੀ ਕਹਿੰਦੇ ਨੇ, ਸੰਸਾਰ ਨੂੰ ਕਿਹਨੇ ਬਣਾਇਆ ਜੀ? ਰੱਬ ਨੇ ਬਣਾਇਆ। ਇਹ ਕਹਿਣਾ ਇਸ ਤਰ੍ਹਾਂ ਜਿਵੇਂ ਅਸੀਂ ਕਹੀਏ ਵੀ ਇਸ ਕਮਰੇ ਨੂੰ ਕਿਹਨੇ ਬਣਾਇਆ, ਅਸੀਂ ਕਵਾਂਗੇ ਜੀ ਮਿਸਤਰੀ ਨੇ ਬਣਾਇਆ। ਮਿਸਤਰੀ ਨੇ ਇੱਟਾਂ ਲਿਆਂਦੀਆਂ, ਮਿਸਤਰੀ ਨੇ ਰੇਤ ਲਿਆਂਦੀ, ਸੀਮਿੰਟ ਲਿਆਂਦਾ, ਪਾਣੀ ਲਿਆਂਦਾ, ਉਹਨੇ ਫਿਰ ਪਾਣੀ ਵਿੱਚ
ਸੀਮਟ ਰੇਤ ਮਿਕਸ ਕੀਤੀ, ਇੱਟਾਂ ਨਾਲ ਜੋੜ ਕੇ ਉਹਨੇ ਦੀਵਾਰਾਂ ਬਣਾਈਆਂ, ਫਿਰ ਉਹਨੇ ਤੇ ਛੱਤ ਪਾਈ। ਜਦੋਂ ਕਮਰਾ ਤਿਆਰ ਹੋ ਗਿਆ ਤੇ ਉਹ ਮਿਸਤਰੀ ਜਿਹੜਾ ਆਪਣੇ ਘਰ ਚਲਾ ਗਿਆ। ਏਦਾਂ ਹੀ ਪ੍ਰਭੂ ਨੇ ਸੰਸਾਰ ਬਣਾਇਆ। ਇਹਦਾ ਮਤਲਬ ਪ੍ਰਭੂ ਨੇ ਮਿੱਟੀ ਇਕੱਠੀ ਕੀਤੀ, ਮਿੱਟੀ ਗੋਲ ਕਰਕੇ ਧਰਤੀ ਬਣਾ ਦਿੱਤੀ। ਫਿਰ ਉਹਨੇ ਬਾਲਟੀ ਦੀਆਂ ਪਾਣੀਆਂ ਭਰ ਭਰ ਕੇ ਪਾਇਆ, ਉਹਨੇ ਸਮੁੰਦਰ ਬਣਾ ਦਿੱਤਾ। ਫਿਰ ਉਹਨੇ ਥੋੜੇ ਜਿਹੇ ਪੱਥਰ ਟਿਕਾ ਕੇ ਰੱਖ ਦਿੱਤੇ, ਉਹ ਪਹਾੜ ਬਣ ਗਏ। ਫਿਰ ਉਹ ਚਲਾ ਗਿਆ, ਕਿਤੇ 7ਵੇਂ 11ਵੇਂ ਅਸਮਾਨ ਤੇ ਚਲਾ ਗਿਆ। ਹੁਣ ਸਵਾਲ ਇਹ ਪੈਦਾ ਹੋਏਗਾ ਕਿ ਰੱਬ ਨੇ ਉਹ ਪੱਥਰ ਕਿੱਥੋਂ ਲਿਆਂਦੇ? ਪ੍ਰਭੂ ਨੇ ਉਹ ਮਿੱਟੀ ਕਿੱਥੋਂ ਲਿਆਂਦੀ? ਰੱਬ ਪਾਣੀ ਕਿੱਥੋਂ ਲੈ ਕੇ ਆਇਆ? ਜੀਵਾਂ ਦੇ ਜੀਵਨ ਵਾਸਤੇ ਹਵਾ ਕਿੱਥੋਂ ਲੈ ਕੇ ਆਇਆ? ਸਵਾਲ ਇਹ ਪੈਦਾ ਹੋਏਗਾ। ਇਹੀ ਕਾਰਨ ਗੁਰੂ ਜੀ ਕਹਿੰਦੇ ਨੇ, ਅਸਲ ਵਿੱਚ ਪ੍ਰਭੂ ਨੇ ਸੰਸਾਰ ਨੂੰ ਬਣਾਇਆ ਨਹੀਂ ਹੈ, ਪ੍ਰਭੂ ਹੀ ਸੰਸਾਰ ਬਣ ਗਿਆ। ਪ੍ਰਭੂ ਹਵਾ ਬਣ ਗਿਆ। ਪਹਿਲਾਂ ਉਹ ਪ੍ਰਭੂ ਅਫੁਰ ਨਿਰਆਕਾਰ ਸੀ। ਜਦੋਂ ਨਿਰਆਕਾਰ ਤੋਂ ਆਕਾਰ ਦੇ ਵਿੱਚ ਆਇਆ, ਅਵਿਗਤੋ ਨਿਰਮਾਇਲ ਉਪਜੇ, ਨਿਰਗੁਣ ਤੇ ਸਰਗੁਣ ਥੀਆ। ਉਹ ਨਿਰਗੁਣ ਤੋਂ ਸਰਗੁਣ ਹੋ ਗਿਆ, ਬਣਿਆ ਨਹੀਂ ਹੈ। ਨਿਰਗੁਣ ਤੇ ਸਰਗੁਣ ਥੀਆ ਮੈਨੇ ਹੋ ਗਿਆ। ਉਹ ਨਿਰਗੁਣ ਤੋਂ ਸਰਗੁਣ ਆਪ ਹੋ ਗਿਆ। ਉਹਨੇ ਹਵਾ ਬਣਾਈ ਨਹੀਂ, ਪ੍ਰਭੂ ਆਪ ਹਵਾ ਬਣ ਗਿਆ। ਸਾਚੇ ਤੇ ਪਵਨਾ ਭਇਆ, ਸੱਚ ਤੋਂ ਉਹ ਹਵਾ ਬਣ ਗਿਆ ਪ੍ਰਭੂ। ਪਵਨੇ ਤੇ ਜਲ ਹੋਏ, ਉਹਨੇ ਪਾਣੀ ਬਣਾਇਆ ਨਹੀਂ, ਹਵਾ ਤੋਂ ਪਾਣੀ ਬਣ ਗਿਆ, ਪਾਣੀ ਦਾ ਰੂਪ ਹੋ ਗਿਆ। ਜਲ ਤੇ ਤ੍ਰਿਭੁਵਨ ਸਾਜਿਆ, ਘਟ ਘਟ ਜੋਤ ਸਮੋਏ। ਤੇ ਉਸੇ ਪਾਣੀ ਤੋਂ ਸੰਸਾਰ ਬਣ ਗਿਆ। ਹਰ ਹਿਰਦੇ ਵਿੱਚ ਘਟ ਘਟ ਜੋਤ ਸਮੋਏ, ਹਰ ਹਿਰਦੇ ਵਿੱਚ ਉਹ ਸਮਾਇਆ ਹੋਇਆ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਿਉ ਉਪਕਾਰ। ਇਹੀ ਭਗਤ ਕਬੀਰ ਜੀ ਕਹਿ ਰਹੇ ਨੇ। ਅਸਲ ਵਿੱਚ ਬੀਜ ਹੀ ਬੋੜ ਬਣ ਗਿਆ। ਬੀਜ ਨੇ ਬੋੜ ਬਣਾਇਆ ਨਹੀਂ, ਬੀਜ ਹੀ ਬੋੜ ਦਾ ਰੂਪ ਬਣ ਗਿਆ। ਉਸ ਬੀਜ ਵਿੱਚ ਹੀ ਬੋੜ ਸੀ, ਬੋੜ ਵੱਖ ਨਹੀਂ ਸੀ ਬੀਜ ਤੋਂ। ਪਰ ਬੀਜ ਨੂੰ ਕੋਈ ਤੋੜੀ ਜਾਏ, ਐਕਸਰੇ ਕਰੀ ਜਾਏ, ਉਹਦੇ ਟੁਕੜੇ ਕਰੀ ਜਾਏ, ਪਰ ਉਹਦੇ ਵਿੱਚ ਬੋੜ ਲੱਭਣਾ ਨਹੀਂ ਸੀ, ਕਿਉਂਕਿ ਬੀਜ ਹੀ ਬੋੜ ਸੀ। ਤੇ ਜਦੋਂ ਬੀਜ ਪੁੰਗਰ ਗਿਆ, ਬੋੜ ਦਾ ਰੂਪ ਉਹਨੇ ਵਿਸਥਾਰ ਕਰ ਲਿਆ ਆਪਣੇ ਆਪ ਦਾ, ਤੇ ਉਹ ਬੀਜ ਬੋੜ ਹੋ ਗਿਆ। ਹੁਣ ਬੋੜ ਦੇ ਟੁਕੜੇ ਕਰੀ ਜਾਓ, ਬੀਜ ਲੱਭਣਾ ਨਹੀਂ। ਇਸੇ ਤਰ੍ਹਾਂ ਪ੍ਰਭੂ ਸੰਸਾਰ ਬਣ ਗਿਆ, ਪ੍ਰਭੂ ਵਿੱਚ ਹੀ ਸੰਸਾਰ ਸੀ, ਤੇ ਪ੍ਰਭੂ ਨੇ ਆਪਣੇ ਆਪ ਦਾ ਵਿਸਥਾਰ ਕੀਤਾ, ਪੂਰਾ ਜਗਤ ਬਣ ਗਿਆ। ਹੁਣ ਜਗਤ ਵਿੱਚ ਹੀ ਉਹ ਸਮਾਇਆ ਹੋਇਆ ਹੈ। ਤੇ ਜਦੋਂ ਉਹਦਾ ਮਨ ਕੀਤਾ, ਉਹਨੇ ਫਿਰ ਇੱਕ ਹੋ ਜਾਣਾ ਹੈ। ਕਈ ਵਾਰ ਪਸਰਿਓ ਪਸਾਰ, ਸਦਾ ਸਦਾ ਇੱਕ ਏਕੰਕਾਰ। ਉਹਨੇ ਕਈ ਵਾਰੀ ਆਪਣਾ ਪਸਾਰਾ ਕੀਤਾ, ਉਹ ਆਪਣੇ ਆਪ ਨੂੰ ਫਿਰ ਇੱਕ ਕਰ ਲਿਆ। ਉਹੀ ਬੋੜ ਫਿਰ ਇੱਕ ਬੀਜ ਬਣ ਜਾਂਦਾ ਹੈ। ਜਦੋਂ ਉਹਨੂੰ ਫੁੱਲ ਲੱਗਦੇ ਨੇ, ਗੋਲਾਂ ਲੱਗਦੀਆਂ ਨੇ, ਫਲ ਪੱਕਦੇ ਨੇ, ਉਸ ਫਲ ਦੇ ਵਿੱਚ ਉਹ ਫਿਰ ਬੋੜ ਦਾ ਬੀਜ ਬਣ ਜਾਂਦਾ ਹੈ। ਜਿਵੇਂ ਜ਼ਰੇ ਜ਼ਰੇ ਵਿੱਚ, ਬੋੜ ਦੇ ਕਣ ਕਣ ਦੇ ਵਿੱਚ ਬੀਜ ਹੀ ਸਮਾਇਆ ਹੋਇਆ ਹੈ, ਇਸੇ ਤਰ੍ਹਾਂ ਸੰਸਾਰ ਦੇ ਜ਼ਰੇ ਜ਼ਰੇ ਕਣ ਵਿੱਚ ਪ੍ਰਭੂ ਹੀ ਸਮਾਇਆ ਹੋਇਆ ਹੈ। ਪ੍ਰਭੂ ਨੂੰ ਸੰਸਾਰ ਤੋਂ ਵੱਖਰਾ ਕਰਕੇ ਨਹੀਂ ਵੇਖਿਆ ਜਾ ਸਕਦਾ, ਵੱਖਰਾ ਕਰਕੇ ਲੱਭ ਨਹੀਂ ਪਾਉਂਗੇ, ਕਿਉਂਕਿ ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ, ਇਹ ਰੱਬ ਦਾ ਹੀ ਰੂਪ ਹੈ ਸੰਸਾਰ। ਸੰਸਾਰ ਤੋਂ ਰੱਬ ਵੱਖਰਾ ਹੀ ਨਹੀਂ ਹੈ, ਸੰਸਾਰ ਉਸੇ ਦਾ ਹੀ ਰੂਪ ਹੈ। ਭਗਤ ਕਬੀਰ ਜੀ ਦੇ ਇਹ ਬਚਨ ਕਿ ਪ੍ਰਭੂ ਜਿਹੜਾ ਹੈ ਉਹ ਆਪਣੇ ਸੰਸਾਰ ਵਿੱਚ ਇਸ ਤਰ੍ਹਾਂ ਸਮਾਇਆ ਹੋਇਆ ਹੈ, ਜਿਵੇਂ ਬੀਜ ਬੋੜ ਵਿੱਚ ਸਮਾ ਜਾਂਦਾ ਹੈ। ਬਟਕ ਬੀਜ ਮੈਂ ਰਵ ਰਹਿਓ, ਜਾਕੋ ਤੀਨ ਲੋਕ ਵਿਸਥਾਰ। ਜਿਸ ਪ੍ਰਭੂ ਦਾ ਵਿਸਥਾਰ ਹੈ ਸਾਰਾ ਸੰਸਾਰ, ਤਿੰਨੇ ਲੋਕ ਜਿਸ ਪ੍ਰਭੂ ਦਾ ਵਿਸਥਾਰ ਹੈ, ਉਹ ਪ੍ਰਭੂ ਆਪਣੇ ਸੰਸਾਰ ਵਿੱਚ ਹੀ ਵਿਆਪਕ ਹੈ, ਰਵਿਆ ਹੋਇਆ ਹੈ। ਇਸ ਤੋਂ ਅਗਲੇ ਬਚਨ, ਅਲੈ ਲਹੰਤਾ ਭੇਦ ਛੈ, ਕੱਛ ਕੱਛ ਪਾਇਓ ਭੇਦ। ਅਲਹਿ ਜਿਹੜਾ ਲੱਭਿਆ ਨਹੀਂ ਜਾ ਸਕਦਾ, ਲਹੰਤਾ ਅਲਹਿ ਨੂੰ ਲੱਭ। ਭਾਵ ਜਦੋਂ ਇਹ ਚੀਜ਼ ਸਮਝ ਆ ਗਈ ਕਿ ਪ੍ਰਭੂ ਸਮਾਇਆ ਹੋਇਆ ਹੈ, ਉਹਨੂੰ ਲੱਭ ਲਿਆ, ਅਲਹਿ ਨੂੰ ਲੱਭ ਲਿਆ, ਪ੍ਰਾਪਤ ਕਰ ਲਿਆ। ਭੇਦ ਛੈ, ਭੇਦ ਮੈਨੇ ਵਿਤਕਰਾ, ਵਿਥ ਫਰਕ, ਨੇਰ ਤੇਰ ਦੇ ਵਿਤਕਰੇ। ਮੈਂ ਵੱਖਰਾ ਵਾਂ, ਦੂਜਾ ਵੱਖਰਾ ਹੈ, ਇਹ ਮੇਰਾ ਮਿੱਤਰ ਹੈ, ਉਹ ਦੁਸ਼ਮਣ ਹੈ, ਇਹ ਊਚ ਹੈ, ਇਹ ਨੀਚ ਹੈ, ਇਹ ਆਪਣਾ ਹੈ, ਇਹ ਬੇਗਾਨਾ ਹੈ। ਇਹ ਜਿਹੜੇ ਵਿਤਕਰੇ ਨੇ ਨੇਰ ਤੇਰ ਦੇ, ਇਹ ਭੇਦ ਨੇ ਸਾਡੇ ਚ ਪਏ ਹੋਏ। ਅਸੀਂ ਕਹਿੰਦੇ ਹਾਂ ਪੁੰਨੀ ਹੈ, ਇਹ ਪਾਪੀ ਹੈ, ਇਹ ਧਰਮੀ ਹੈ, ਇਹ ਅਧਰਮੀ ਹੈ, ਇਹ ਸਾਧ ਹੈ, ਇਹ ਚੋਰ ਹੈ। ਇਹ ਭੇਦ ਨੇ, ਵਿਤਕਰੇ ਨੇ, ਇਹ ਊਚ ਹੈ, ਇਹ ਨੀਚ ਹੈ। ਭੇਦ ਛੈ, ਛੈ ਮੈਨੇ ਖਸ਼ੈ, ਸੰਸਕ੍ਰਿਤ ਦਾ ਸ਼ਬਦ ਹੈ ਖਸ਼ੈ। ਖਸ਼ੈ ਦਾ ਅਰਥ ਹੁੰਦਾ ਨਾਸ਼ ਹੋ ਜਾਣਾ। ਉਹਦੇ ਅੱਗੇ ਐੜਾ ਲੱਗ ਜਾਏ, ਅਕਸ਼ੈ, ਜਿਹੜਾ ਨਾਸ਼ ਨਾ ਹੋਵੇ, ਪਰ ਇੱਥੇ ਛੈ ਹੈ, ਮੈਨੇ ਖਸ਼ੈ, ਮੈਨੇ ਨਾਸ਼।
ਅਲੈਹ ਲਹੰਤਾ ਜਦੋਂ ਨਾ ਲੱਭਣ ਵਾਲੇ ਰੱਬ ਨੂੰ ਲੱਭ ਲਿਆ ਵੀ ਉਹ ਤੇ ਕਣ ਕਣ ਦੇ ਵਿੱਚ ਹੈ, ਉਹ ਤੇ ਸਾਰਿਆਂ ਵਿੱਚ ਹੈ। ਭੇਦ ਵਿਤਕਰੇ ਛੈ ਨਾਸ਼ ਹੋ ਗਏ, ਖਤਮ ਹੋ ਗਏ। ਮੇਰੇ ਅੰਦਰੋਂ ਦੁਬਿਧਾ ਖਤਮ ਹੋ ਗਈ, ਭੇਦ ਖਤਮ ਹੋ ਗਿਆ, ਦੁਬਿਧਾ ਖਤਮ ਹੋ ਗਈ। ਕੱਚ ਕੱਚ ਪਾਇਓ ਭੇਦ। ਹੁਣ ਰੱਬ ਨੂੰ ਮਿਲਣ ਦੀ ਕੋਸ਼ਿਸ਼ ਕਰਦਿਆਂ ਥੋੜਾ ਥੋੜਾ ਰਾਜ ਸਮਝ ਆ ਗਿਆ। ਦੂਜੇ ਭੇਦ ਦਾ ਅਰਥ ਹੈ ਰਾਜ। ਵਿਤਕਰੇ ਵਾਲਾ ਭੇਦ ਹੈ ਦੁਬਿਧਾ, ਦੁਬਿਧਾ ਮੁੱਕ ਗਈ, ਥੋੜਾ ਰਾਜ ਲੱਭ ਗਿਆ ਰੱਬ ਦਾ, ਥੋੜੀ ਰੱਬ ਦੀ ਹੋਣ ਦਾ ਪਤਾ ਚੱਲ ਗਿਆ, ਰੱਬ ਦਾ ਝਲਕਾਰਾ ਮਿਲ ਗਿਆ, ਉਹ ਤੇ ਸਾਰਿਆਂ ਵਿੱਚ ਹੈ। ਅਲੈਹ ਲਹੰਤਾ ਜਦੋਂ ਨਾ ਨਜ਼ਰ ਆਉਣ ਵਾਲੇ ਰੱਬ ਨੂੰ ਲੱਭ ਲਿਆ, ਭੇਦ ਛੈ, ਦੁਬਿਧਾ ਨਾਸ਼ ਹੋ ਗਈ, ਦੁਬਿਧਾ ਖਤਮ ਹੋ ਗਈ। ਕੱਚ ਕੱਚ ਪਾਇਓ ਭੇਦ। ਹੁਣ ਥੋੜਾ ਥੋੜਾ ਸਮਝ ਆ ਗਿਆ, ਥੋੜਾ ਥੋੜਾ ਰਾਜ ਲੱਭ ਗਿਆ, ਰੱਬ ਦਾ ਭੇਦ ਪੈ ਗਿਆ ਜਦੋਂ ਦੁਬਿਧਾ ਖਤਮ ਹੋ ਗਈ। ਇਹਦਾ ਮਤਲਬ ਦੁਬਿਧਾ ਕਰਕੇ ਸਮਝ ਨਹੀਂ ਸੀ ਆ ਰਹੀ। ਦੁਬਿਧਾ ਇਹ ਸੀ ਮੈਂ ਵੱਖਰਾ ਵਾਂ, ਰੱਬ ਵੱਖਰਾ ਹੈ। ਦੁਬਿਧਾ ਇਹ ਸੀ ਕਾਦਰ ਵੱਖਰਾ, ਦੀ ਕੁਦਰਤ ਵੱਖਰੀ ਹੈ। ਦੁਬਿਧਾ ਇਹ ਸੀ ਰੱਬ ਵੱਖਰਾ, ਉਹਦਾ ਸੰਸਾਰ ਵੱਖਰਾ ਹੈ। ਹੁਣ ਥੋੜਾ ਥੋੜਾ ਰਾਜ ਸਮਝ ਆਉਣਾ ਸ਼ੁਰੂ ਹੋ ਗਿਆ ਵੀ ਰੱਬ ਆਪਣੇ ਸੰਸਾਰ ਤੋਂ ਵੱਖਰਾ ਨਹੀਂ ਹੈ। ਉਹ ਏਦਾਂ ਹੀ ਹੈ ਜਿਵੇਂ ਬਟਕ ਬੀਜ ਮੈਂ ਰੱਬ ਰਹੇ ਹੋ, ਉਹ ਏਦਾਂ ਹੀ ਹੈ। ਦੁਬਿਧਾ ਕਰਕੇ ਸਮਝ ਨਹੀਂ ਸੀ ਆ ਰਹੀ। ਸਾਨੂੰ ਇਸ ਤਰੀਕੇ ਨਾਲ ਸਮਝਾਇਆ ਨਹੀਂ ਗਿਆ, ਸਾਡੀ ਦੁਬਿਧਾ ਖਤਮ ਨਹੀਂ ਕੀਤੀ ਗਈ, ਸਗੋਂ ਦੁਬਿਧਾ ਪੈਦਾ ਕੀਤੀ ਗਈ ਕਿ ਰੱਬ ਜਿਹੜਾ ਹੈ ਉਹ ਦੁਨੀਆ ਤੋਂ ਕਿਤੇ ਵੱਖਰਾ ਹੈ। ਉਹ ਆਕਾਸ਼ ਮੰਡਲਾਂ ਦੇ ਵਿੱਚ ਕਿਤੇ ਵੱਖਰਾ ਦਰਬਾਰ ਸਜਾ ਕੇ ਬੈਠਾ ਹੋਇਆ ਹੈ। ਰੱਬ ਤੇਰੇ ਤੋਂ ਵੱਖਰਾ ਹੈ, ਰੱਬ ਮੇਰੇ ਤੋਂ ਵੱਖਰਾ ਹੈ, ਰੱਬ ਵੱਖਰਾ ਹੀ ਕਿਤੇ 7ਵੇਂ 11ਵੇਂ ਅਸਮਾਨ ਤੇ ਰਹਿੰਦਾ ਹੈ। ਸਾਨੂੰ ਇਸ ਤਰ੍ਹਾਂ ਸਮਝਾਇਆ ਗਿਆ, ਦੁਬਿਧਾ ਸਗੋਂ ਪੈਦਾ ਕੀਤੀ ਗਈ। ਪਰ ਗੁਰੂ ਜੀ ਉਹ ਕਹਿੰਦੇ ਨੇ ਰੱਬ ਵੱਖਰਾ ਨਹੀਂ ਤੇਰੇ ਤੋਂ, ਤੇਰੇ ਵਿੱਚ ਹੀ ਸਮਾਇਆ ਹੋਇਆ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਿਉ ਪੁਕਾਰ। ਸੰਤ ਜਨੇ ਗੱਲ ਪੁਕਾਰ ਪੁਕਾਰ ਕੇ ਕਹਿੰਦੇ ਨੇ ਕਿ ਹਰ ਹਿਰਦੇ ਵਿੱਚ ਹੀ ਰੱਬ ਸਮਾਇਆ ਹੋਇਆ ਹੈ। ਰੱਬ ਆਪਣੇ ਸੰਸਾਰ ਤੋਂ ਵੱਖਰਾ ਨਹੀਂ ਹੈ। ਤਿੰਨ ਚੀਜ਼ਾਂ ਨੇ ਜਿਹੜੀ ਅਸੀਂ ਵੱਖੋ ਵੱਖਰੀਆਂ ਸਮਝਦੇ ਹਾਂ। ਇੱਕ ਹੈ ਰਚਨਹਾਰ, ਜਿਹਨੇ ਸਾਰੀ ਰਚਨਾ ਰਚੀ। ਦੂਜਾ ਹੈ ਉਹਦੀ ਰਚਨਾ, ਅਸੀਂ ਰਚਨਹਾਰ ਨੂੰ ਵੱਖਰਾ ਸਮਝ ਲਿਆ, ਉਹਦੀ ਰਚਨਾ ਨੂੰ ਵੱਖਰਾ ਮੰਨ ਲਿਆ। ਕਾਦਰ ਨੂੰ ਵੱਖਰਾ ਸਮਝ ਲਿਆ, ਕੁਦਰਤ ਨੂੰ ਵੱਖਰਾ ਸਮਝ ਲਿਆ। ਤੇ ਤੀਜਾ, ਮੈਂ ਬਿਲਕੁਲ ਹੀ ਵੱਖਰਾ ਵਾਂ, ਮੈਂ ਕੁਦਰਤ ਤੋਂ ਵੀ ਵੱਖਰਾ, ਰੱਬ ਤੋਂ ਵੀ ਵੱਖਰਾ। ਅਸੀਂ ਇਸ ਤਰ੍ਹਾਂ ਮੰਨ ਲਿਆ। ਹਾਲਾਂਕਿ ਗੁਰੂ ਜੀ ਨੇ ਕਿਹਾ ਸੀ ਸ਼ੁਰੂਆਤ ਵਿੱਚ ਹੀ ਸਾਡੀ ਦੁਬਿਧਾ ਖਤਮ ਕਰ ਦਿੱਤੀ। ਸ਼ੁਰੂਆਤ ਵਿੱਚ ਹੀ ਕੱਚ ਕੱਚ ਪਾਇਓ ਭੇਦ, ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰਦਿਆਂ ਥੋੜੀ ਥੋੜੀ ਸਮਝ ਪੈ ਗਈ, ਥੋੜਾ ਥੋੜਾ ਰਾਜ ਸਮਝ ਆ ਗਿਆ। ਜਦੋਂ ਗੁਰਬਾਣੀ ਪੜ੍ਹਦੇ ਆ ਤਾਂ ਦੁਬਿਧਾ ਦਿਸਦੀ ਹੀ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਤੇ ਸ਼ੁਰੂਆਤ ਵਿੱਚ ਹੀ ਇਹ ਬਚਨ ਕਰ ਦਿੱਤਾ ਸੀ, ਇੱਕ ਓੰਕਾਰ, ਕਿ ਰੱਬ ਇੱਕ ਹੀ ਹੈ। ਕਾਰ ਮੈਨੇ ਸਾਰਿਆਂ ਵਿੱਚ ਹੈ, ਰੱਬ ਇੱਕ ਹੈ ਤੇ ਸਾਰਿਆਂ ਵਿੱਚ ਹੈ। ਗੁਰੂ ਨਾਨਕ ਪਾਤਸ਼ਾਹ ਨੇ ਤੇ ਸ਼ੁਰੂਆਤ ਵਿੱਚ ਹੀ ਦੁਬਿਧਾ ਖਤਮ ਕਰ ਦਿੱਤੀ ਕਿ ਪ੍ਰਭੂ ਨੇ ਸੰਸਾਰ ਬਣਾਇਆ ਨਹੀਂ, ਉਹ ਆਪ ਸੰਸਾਰ ਬਣ ਗਿਆ। ਉੱਥੇ ਕਰਤਾ ਪੁਰਖ ਹੈ, ਕਰਤਾ ਮੈਨੇ ਬਣਾਉਣ ਵਾਲਾ, ਪੁਰਖ ਮੈਨੇ ਵਿੱਚੇ ਸਮਾ ਜਾਣ ਵਾਲਾ, ਭਾਵ ਹਰ ਚੀਜ਼ ਵਿੱਚ ਸਮਾਇਆ ਹੋਇਆ। ਸ਼ੁਰੂਆਤ ਵਿੱਚ ਸਾਡੀ ਦੁਬਿਧਾ ਖਤਮ ਕਰ ਦਿੱਤੀ ਕਿ ਕਾਦਰ ਤੇ ਕੁਦਰਤ ਵੱਖਰੀ ਨਹੀਂ, ਕੁਦਰਤ ਕਰਕੇ ਵਸਿਆ ਸੋਏ, ਉਹ ਰੱਬ ਹੀ ਕੁਦਰਤ ਬਣ ਕੇ ਵਸਿਆ ਹੋਇਆ ਹੈ। ਕੁਦਰਤ ਬਣਾ ਕੇ ਉਹਦੇ ਵਿੱਚ ਆਪ ਹੀ ਸਮਾਇਆ ਹੋਇਆ। ਉਹ ਰੱਬ ਕੁਦਰਤ ਤੋਂ ਵੱਖਰਾ ਨਹੀਂ ਹੈ। ਇੱਕ ਓੰਕਾਰ, ਰੱਬ ਇੱਕ ਹੈ। ਕਾਰ ਮੈਨੇ ਉਹ ਸਾਰਿਆਂ ਵਿੱਚ ਹੈ, ਦੁਬਿਧਾ ਹੈ ਹੀ ਨਹੀਂ ਹੈ। ਰਚਨਹਾਰ ਤੇ ਰਚਨਾ ਇੱਕ ਹੈ। ਤੇ ਤੀਜਾ, ਮੈਂ ਵੀ ਇਸ ਪ੍ਰਭੂ ਤੋਂ ਵੱਖ ਨਹੀਂ ਹਾਂ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮੂਲ ਮੈਨੇ ਆਪਣੀ ਅਸਲੀਅਤ ਦੇਖ, ਤੂੰ ਕੀ ਹੈ? ਤੂੰ ਜੋਤ ਦਾ ਹੀ ਤਾਂ ਰੂਪ ਹੈ। ਉਸ ਪ੍ਰਭੂ ਦੀ ਤੇ ਜੋਤ ਤੇਰੇ ਅੰਦਰ ਚੱਲ ਰਹੀ ਹੈ। ਤੂੰ ਰੱਬ ਤੋਂ ਵੱਖਰਾ ਥੋੜੇ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਰੱਬ ਤੇਰੇ ਤੋਂ ਵੱਖਰਾ ਥੋੜੇ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਉਹ ਤੇਰੇ ਚ ਸਮਾਇਆ ਹੋਇਆ ਹੈ। ਜਿਵੇਂ ਫੁੱਲ ਅੰਦਰ ਸੁਗੰਧੀ ਸਮਾਈ ਹੁੰਦੀ ਹੈ, ਸੁਗੰਧੀ ਫੁੱਲ ਤੋਂ ਅਲੱਗ ਨਹੀਂ ਹੋ ਸਕਦੀ। ਪ੍ਰਭੂ ਤੇਰੇ ਅੰਦਰ ਸਮਾਇਆ ਹੋਇਆ ਹੈ। ਪੋਹਪ ਮਦ ਜਿਉ ਬਾਸ ਬਸਤ ਹੈ। ਪੋਹਪ ਕਹਿੰਦੇ ਨੇ ਫੁੱਲ ਨੂੰ। ਫੁੱਲ ਦੇ ਵਿੱਚ ਜਿਵੇਂ ਬਾਸ ਮੈਨੇ ਵਾਸ਼ਨਾ, ਸੁਗੰਧੀ ਹੈ। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਜਿਵੇਂ ਸ਼ੀਸ਼ੇ ਚ ਸਾਡਾ ਪ੍ਰਤੀਬਿੰਬ, ਤੈਸੇ ਹੀ ਹਰ ਬਸੇ ਨਿਰੰਤਰ, ਘਾਟੀ ਖੋਜੋ ਪਾਈ। ਇਹਦਾ ਮਤਲਬ ਰਚਨਹਾਰ, ਰਚਨਾ ਤੇ ਮੈਂ,
ਇੱਕ ਹੀ ਹੈ, ਦੋ ਤੇ ਹੈ ਹੀ ਨਹੀਂ, ਦੁਬਦਾ ਤੇ ਹੈ ਹੀ ਨਹੀਂ। ਸ਼ੁਰੂਆਤ ਵਿੱਚ ਗੁਰੂ ਜੀ ਨੇ ਦੁਬਦਾ ਖਤਮ ਕਰ ਦਿੱਤੀ। ਉਹ ਇੱਕ ਪ੍ਰਭੂ ਹੈ ਜਿਹੜਾ ਪੂਰੇ ਜਗਤ ਵਿੱਚ ਫੈਲਿਆ ਹੋਇਆ ਹੈ। ਮੰਨੋ ਜਿਵੇਂ ਸਮੁੰਦਰ ਵਿੱਚ ਪਾਣੀ ਹੈ, ਸਿਰਫ ਪਾਣੀ, ਪਰ ਸਾਨੂੰ ਕੀ ਨਜ਼ਰ ਆਉਂਦਾ ਹੈ? ਸਾਨੂੰ ਸਮੁੰਦਰ ਵਿੱਚ ਲਹਿਰਾਂ ਵੱਖਰੀਆਂ ਨਜ਼ਰ ਆਉਂਦੀਆਂ ਨੇ। ਸਮੁੰਦਰ ਵਿੱਚ ਜਿਹੜੇ ਬੁਲਬੁਲੇ ਨੇ ਉਹ ਵੱਖਰੇ ਨਜ਼ਰ ਆਉਂਦੇ ਨੇ। ਜਿਹੜੀ ਸਮੁੰਦਰ ਦੀ ਝੱਗ ਹੈ ਸਾਨੂੰ ਵੱਖਰੀ ਨਜ਼ਰ ਆਉਂਦੀ ਹੈ। ਸਮੁੰਦਰ ਦੀ ਝੱਗ ਵੀ ਪਾਣੀ ਹੈ, ਸਮੁੰਦਰ ਦੇ ਬੁਲਬੁਲੇ ਵੀ ਪਾਣੀ ਹੈ, ਤੇ ਸਮੁੰਦਰ ਦੀਆਂ ਲਹਿਰਾਂ ਵੀ ਸਮੁੰਦਰ ਹੀ ਹੈ। ਸਾਨੂੰ ਵੱਖਰਾ ਸਿਰਫ ਨਜ਼ਰ ਆ ਰਿਹਾ ਹੈ, ਵੱਖਰਾ ਹੈ ਨਹੀਂ ਉਹ। ਸਾਨੂੰ ਨਜ਼ਰ ਆ ਰਿਹਾ ਵੀ ਇਹ ਮੁੰਦਰੀ ਹੈ, ਇਹ ਗਲੇ ਦੀ ਚੇਨ ਹੈ। ਸਾਨੂੰ ਵੱਖਰਾ ਨਜ਼ਰ ਆ ਰਿਹਾ ਹੈ, ਸੋਨੇ ਦਾ ਕੜਾ ਹੈ, ਇਹ ਕੰਗਣ ਹੈ, ਪਰ ਵੱਖਰਾ ਹੈ ਨਹੀਂ। ਸੋਨੇ ਦੀ ਛਾਪ ਵੀ ਸੋਨਾ ਹੈ, ਚੇਨ ਵੀ ਸੋਨਾ ਹੈ, ਕੜਾ ਵੀ ਸੋਨਾ ਹੈ। ਸਿਰਫ ਸਾਨੂੰ ਵੱਖਰਾ ਨਜ਼ਰ ਆ ਰਿਹਾ, ਸਾਡੀ ਦੁਬਦਾ ਹੈ। ਉਹ ਹੈ ਇੱਕ ਹੀ ਪ੍ਰਭੂ। ਸਾਨੂੰ ਵੱਖਰਾ ਨਜ਼ਰ ਆਉਂਦਾ ਹੈ ਕਿ ਇਹ ਚੋਰ ਹੈ ਤੇ ਸਾਧ ਹੈ, ਇਹ ਪਾਪੀ ਹੈ, ਇਹ ਧਰਮੀ ਹੈ, ਇਹ ਊਚ ਹੈ, ਇਹ ਨੀਚ ਹੈ, ਇਹ ਆਪਣਾ ਹੈ, ਇਹ ਬੇਗਾਨਾ ਹੈ। ਭਗਤ ਕਬੀਰ ਜੀ ਕਹਿਣ ਲੱਗੇ, ਜਦੋਂ ਰੱਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਨਾ, ਤੇ ਰੱਬ ਨੂੰ ਮਿਲਣ ਦੀ ਕੋਸ਼ਿਸ਼ ਕਰਦਿਆਂ ਅਲੈ ਲਹੰਤਾ ਭੇਦ ਛੈ, ਮੇਰੀ ਦੁਬਦਾ ਨਾਸ਼ ਹੋ ਗਈ। ਕੱਚ ਪਾਇਓ ਭੇਦ। ਹੁਣ ਥੋੜਾ ਰਾਜ਼ ਪਤਾ ਲੱਗ ਗਿਆ, ਥੋੜਾ ਗਿਆਨ ਮਿਲਣਾ ਸ਼ੁਰੂ ਹੋ ਗਿਆ। ਇਹ ਸਮਝ ਪੈ ਗਈ ਕਿ ਰੱਬ ਸੰਸਾਰ ਵਿੱਚ ਹੀ ਸਮਾਇਆ, ਸਾਡੇ ਤੋਂ ਵੱਖਰਾ ਨਹੀਂ ਹੈ। ਉਲਟ ਭੇਦ, ਆ ਜਿਹੜਾ ਭੇਦ ਸੀ ਨਾ ਦੁਬਦਾ, ਉਲਟ ਦੁਬਦਾ ਨੂੰ ਉਲਟ ਕਰਦੇ ਆ, ਦੁਬਦਾ ਨੂੰ ਖਤਮ ਕਰਦੇ ਆ, ਦੁਬਦਾ ਦਾ ਨਾਸ਼ ਕਰਦੇ ਆ। ਉਲਟ ਭੇਦ ਮਨ ਬੇਦਿਓ ਪਾਇਓ ਅਪੰਗ ਅਛੇਦ। ਜਦੋਂ ਭੇਦ ਉਲਟਾ ਦਿੱਤਾ, ਦੁਬਦਾ ਖਤਮ ਕਰ ਦਿੱਤੀ, ਮਨ ਬੇਦਿਓ, ਜਦੋਂ ਮਨ ਵਿੱਚ ਗਿਆ ਉਸ ਪ੍ਰਭੂ ਵਿੱਚ, ਪਾਇਓ, ਉਹ ਪ੍ਰਭੂ ਪ੍ਰਾਪਤ ਹੋ ਗਿਆ ਜਿਹੜਾ ਅਪੰਗ ਅਛੇਦ, ਜਿਹਦਾ ਛੇਦ ਜਿਹਦੇ ਚ ਵਿੰਨਿਆ ਨਾ ਜਾ ਸਕੇ, ਅਪੰਗ ਜਿਹੜਾ ਨਾਸ਼ ਨਾ ਹੋਵੇ। ਉਹ ਪ੍ਰਭੂ ਜਿਹੜਾ ਅਵਿਨਾਸ਼ੀ ਹੈ, ਉਹ ਪ੍ਰਾਪਤ ਹੋ ਗਿਆ ਜਿਹੜਾ ਕਦੀ ਨਾਸ਼ ਨਹੀਂ ਹੁੰਦਾ। ਜਦੋਂ ਦੁਬਦਾ ਮਿਟ ਗਈ, ਮੈਂ ਵੱਖਰਾ ਹਾਂ ਤੇ ਉਹ ਵੱਖਰਾ ਹਾਂ, ਇਹ ਦੁਬਦਾ ਨਾਸ਼ ਹੋ ਗਈ। ਮੈਂ ਅਲੱਗ ਹਾਂ, ਪ੍ਰਭੂ ਅਲੱਗ ਹੈ, ਮੇਰੇ ਅੰਦਰੋਂ ਇਹ ਵਿਤਕਰਾ ਮੁੱਕ ਗਿਆ। ਹੁਣ ਤੇ ਇੱਕ ਪ੍ਰਭੂ ਹੀ ਨਜ਼ਰ ਆਂਦਾ ਹੈ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ। ਬਸ ਤੂੰ ਕਰਦਿਆਂ ਤੂੰ ਹੀ ਹੋ ਗਿਆ, ਰੱਬ ਦਾ ਹੀ ਰੂਪ ਹੋ ਗਿਆ। ਮੇਰੇ ਅੰਦਰੋਂ ਹੰਕਾਰ ਨਹੀਂ ਰਿਹਾ, ਮੈਂ ਵੱਖਰਾ ਹਾਂ। ਮੇਰੇ ਅੰਦਰੋਂ ਈਗੋ ਖਤਮ ਹੋ ਗਈ। कबीर तू करता तू हुआ, मुझ में रहा ना हूं। जब आपा पर का मिट गया, आपा मैंने अपना आपा, पर का मैंने पराया। हुण अपने पराए दे भेद मिट गए, अपने बेगाने दे फर्क खत्म हो गए। जब आपा पर का मिट गया, जत देखो तत तू। हुण जिधर भी मैं देखदा तू ही नजर आना। हुण साडे अंदर भेद ने, साडे अंदर दुबदा है। दुबदा यह है, मैं वखरा दूसरा वखरा ते रब वखरा है। मैं रब नालों वखरा, बड़ा बड़ा भेद है। मन जिवें लहर कवे मैं समुद्र तो वखरी हाँ, मन जिवें बुलबुला कवे मैं सागर तो वखरा वा, पानी तो वखरा वा। मन जिवें मुंदरी कवे, छाप कवे कि मैं सोने तो वखरी हाँ, सोने का कड़ा कवे मैं सोने तो वखरा वा। वखरा नहीं है, सोने का कड़ा सोने च ही समाया होया है। लहर समुद्र तो वखरी नहीं है, समुद्र च ही समाई हुई है। रब किते मेरे तो वखरा नहीं है, मैं रब च ही समाया होया। जिन्ने भी सूरज चंद्रमा तारे धरतियां उस प्रभु दे फैलिया होया विस्तार है। उल्ट भेद मन बेदियो, जो मैं अपनी दुबदा नूं खत्म किया, उल्टा दिता, मन विन्निया गया। इस विचार नाल मन विन्निया गया कि प्रभु वख नहीं है। पायो, हुण प्राप्त कर लिया उस प्रभु नूं। अपंग अछेद, जिहड़ा विन्निया जाण वाला नहीं, जिहड़ा नाश नहीं हुंदा, अविनाशी प्रभु नूं पा लिया मैं, उसे दा रूप हो गया। इस तो अगला बंद, तुर्क तरीकत जानी है, हिंदू वेद पुराण। तुर्क मैंने मुस्लिम मत दे विच, इस्लाम मजहब दे विच रब नूं मिलण दे 4 दर्जे मन्ने गए ने, शरीयत, तरीकत, मार्फत ते हकीकत। जिहड़ी शरह दे असूलां वाली पुस्तका है, शरह दे असूलां वाली उन्हां दी पवित्र किताब है। जिवें असीं हवाला दिंदे हां ना, भी देखो जी रहत मर्यादा च गल लिखी है, ये साडे असूल ने सिੱਖੀ दे, ये साडी रहत मर्यादा च लिखिया होया है, ये साडी सिੱਖੀ दे सिद्धांत ने, साडे मजहब दा, साडे मत दा कॉन्स्टिट्यूशन है, संविधान है। उदां ही इस्लाम मत दे विच
ਜਿਹੜੀ ਸ਼ਰਅ ਦੇ ਅਸੂਲਾਂ ਵਾਲੀ ਪੁਸਤਕ ਹੈ ਉਹਨੂੰ ਕਹਿੰਦੇ ਨੇ ਤਰੀਕਤ, ਤੇ ਜਿਹੜਾ ਸ਼ਰਅ ਦੇ ਅਸੂਲਾਂ ਵਾਲੀ ਪੁਸਤਕ ਪੜ੍ਹਦਾ ਹੈ ਉਹਨੂੰ ਕਹਿੰਦੇ ਨੇ ਬੜਾ ਚੰਗਾ ਮੁਸਲਮਾਨ ਹੈ ਇਹ। ਜਿਵੇਂ ਮੰਨ ਲਓ ਕੋਈ ਸਾਡੀ ਰਹਿਤ ਮਰਿਆਦਾ ਨੂੰ ਕੋਈ ਫੋਲੋ ਕਰੇ ਵੀ ਆ ਸਿੱਖੀ ਦੀ ਮਰਿਆਦਾ ਹੈ ਇਹ, ਤੇ ਜਿਹੜਾ ਰਹਿਤ ਮਰਿਆਦਾ ਨੂੰ ਫੋਲੋ ਕਰੇ ਅਸੀਂ ਕਹਿੰਦੇ ਵੀ ਬੜਾ ਪੱਕਾ ਸਿੱਖ ਹੈ, ਮਰਿਆਦਾ ਦੇ ਅਨੁਸਾਰ ਹੀ ਕੰਮ ਕਰਦਾ ਹੈ, ਮਰਿਆਦਾ ਤੋਂ ਬਾਹਰ ਨਹੀਂ ਜਾਂਦਾ। ਏਦਾਂ ਹੀ ਇਸਲਾਮ ਮਤ ਵਿੱਚ ਮੰਨਿਆ ਜਾਂਦਾ ਹੈ ਉਹ ਤੁਰਕ ਜਿਹੜਾ ਤਰੀਕਤ ਨੂੰ ਜਾਣਦਾ ਹੈ, ਜਿਹਨੇ ਸ਼ਰਅ ਦੇ ਅਸੂਲਾਂ ਵਾਲੀ ਪੁਸਤਕ ਪੜ੍ਹੀ ਹੈ, ਉਹਨੂੰ ਬੜਾ ਚੰਗਾ ਮੁਸਲਮਾਨ ਸਮਝਿਆ ਜਾਂਦਾ ਹੈ। ਹਿੰਦੂ ਵੇਦ ਪੁਰਾਣ, ਇਸੇ ਤਰ੍ਹਾਂ ਹਿੰਦੂ ਮਤ ਦੇ ਵਿੱਚ ਵੇਦ ਨੇ, ਸ਼ਾਸਤਰ ਨੇ, ਪੁਰਾਣ ਆਦਿਕ ਬਹੁਤ ਗ੍ਰੰਥ ਨੇ, ਪਰ ਉਹਨੂੰ ਚੰਗਾ ਹਿੰਦੂ ਸਮਝਿਆ ਜਾਂਦਾ ਹੈ ਜਿਹੜਾ ਵੇਦਾਂ ਦੀ ਜਾਣਕਾਰੀ ਰੱਖਦਾ ਹੋਵੇ, ਜਿਹੜਾ ਆਪਣੇ ਧਰਮ ਗ੍ਰੰਥਾਂ ਨੂੰ, ਪੁਰਾਣਾਂ ਨੂੰ ਪੜ੍ਹਦਾ ਹੋਵੇ। ਉਹ ਇਸਲਾਮ ਮਤ ਦੇ ਵਿੱਚ ਤਰੀਕਤ ਨੂੰ ਜਾਣਨ ਵਾਲੇ ਨੂੰ ਚੰਗਾ ਮੁਸਲਮਾਨ ਮੰਨਿਆ ਜਾਂਦਾ ਹੈ। ਹਿੰਦੂ ਮਤ ਦੇ ਵਿੱਚ ਵੇਦਾਂ ਪੁਰਾਣਾਂ ਦਾ ਗਿਆਨ ਰੱਖਣ ਵਾਲੇ ਨੂੰ ਇੱਕ ਚੰਗਾ ਹਿੰਦੂ ਸਮਝਿਆ ਜਾਂਦਾ ਹੈ ਕਿ ਉਹ ਆਪਣੇ ਗ੍ਰੰਥਾਂ ਦੀ ਚੰਗੀ ਜਾਣਕਾਰੀ ਰੱਖਦਾ ਹੈ। ਮਤਲਬ ਦੋਨਾਂ ਪਾਸਿਆਂ ਦੇ ਵਿੱਚ ਹੀ ਗਿਆਨ ਦੀ ਪ੍ਰਧਾਨਤਾ ਹੈ। ਉਹ ਮੁਸਲਮਾਨ ਚੰਗਾ ਜਿਹਦੇ ਕੋਲ ਆਪਣੇ ਗ੍ਰੰਥਾਂ ਦਾ ਗਿਆਨ ਹੈ, ਉਹ ਹਿੰਦੂ ਚੰਗਾ ਜਿਹਦੇ ਕੋਲ ਆਪਣੇ ਗ੍ਰੰਥਾਂ ਦਾ ਗਿਆਨ ਹੈ। ਤੁਰਕ ਤਰੀਕਤ ਜਾਨੀ ਹੈ, ਹਿੰਦੂ ਵੇਦ ਪੁਰਾਣ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਚ ਭਗਤ ਕਬੀਰ ਜੀ ਇਹ ਕਹਿ ਰਹੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਕਹਿੰਦੇ ਕਿ ਤੂੰ ਵੀ ਕੁਛ ਗਿਆਨ ਲੈ ਲੈ, ਤੂੰ ਵੀ ਕੁਛ ਪੜ੍ਹ ਲਿਆ ਕਰ, ਤੂੰ ਵੀ ਕੁਛ ਵਿਚਾਰ ਕਰ ਲਿਆ ਕਰ। ਮਨ ਸਮਝਾਵਨ ਕਾਰਨੇ ਕਛੁਕ ਪੜੀਐ ਗਿਆਨ। ਆਪਣੇ ਮਨ ਨੂੰ ਸਮਝਾਉਣ ਦੇ ਲਈ, ਮਨ ਸਮਝਾਵਨ ਕਾਰਨੇ ਮੈਨੇ ਵਾਸਤੇ, ਥੋੜਾ ਜਿਹਾ ਮਨ ਨੂੰ ਸਮਝਾਉਣ ਦੇ ਲਈ, ਭੇਦ ਦੂਰ ਕਰਨ ਦੇ ਲਈ, ਦੁਬਿਧਾ ਖਤਮ ਕਰਨ ਦੇ ਲਈ, ਦੁਬਿਧਾ ਨੂੰ ਮਿਟਾਉਣ ਦੇ ਲਈ, ਮੇਰ ਤੇਰ ਦੇ ਵਿਤਕਰੇ ਨੂੰ ਖਤਮ ਕਰਨ ਦੇ ਲਈ ਕਛੁਕ ਪੜੀਐ ਗਿਆਨ। ਕੁਛ ਕੁ ਗਿਆਨ ਜ਼ਰੂਰ ਪੜ੍ਹਨਾ ਚਾਹੀਦਾ ਹੈ, ਭਾਵ ਬਾਣੀ ਜ਼ਰੂਰ ਪੜ੍ਹਨੀ ਚਾਹੀਦੀ ਹੈ, ਗੁਰਬਾਣੀ ਦਾ ਪਾਠ ਜ਼ਰੂਰ ਸਮਝ ਕੇ ਕਰਨਾ ਚਾਹੀਦਾ ਹੈ। ਇਹ ਗਿਆਨ ਦੀ ਦਾਤ ਮਿਲਦੀ ਗੁਰੂ ਤੋਂ, ਗੁਰੂ ਕੋਲੋਂ ਜ਼ਰੂਰ ਗਿਆਨ ਲੈਣਾ ਚਾਹੀਦਾ ਹੈ। ਜਿਵੇਂ ਚੰਗਾ ਮੁਸਲਮਾਨ ਉਹ ਹੈ ਜੋ ਤਰੀਕਤ ਨੂੰ ਪੜ੍ਹਦਾ ਹੈ, ਤਰੀਕਤ ਦਾ ਗਿਆਨ ਲੈਂਦਾ ਹੈ। ਚੰਗਾ ਹਿੰਦੂ ਉਹਨੂੰ ਕਹਿੰਦੇ ਨੇ ਜੋ ਵੇਦਾਂ ਪੁਰਾਣਾਂ ਦਾ ਗਿਆਨ ਲੈਂਦਾ ਹੈ। ਭਗਤ ਕਬੀਰ ਜੀ ਆਖਦੇ ਨੇ ਜੇ ਤੂੰ ਧਰਮੀ ਬਣਨਾ ਹੈ ਤਾਂ ਆਪਣੇ ਗੁਰੂ ਕੋਲ ਗਿਆਨ ਜ਼ਰੂਰ ਲੈ ਲਈ। ਇਸ ਕਰਕੇ ਗਿਆਨ ਦੀ ਬਹੁਤ ਜ਼ਰੂਰਤ ਹੈ ਤੇ ਉਹ ਮਿਲੇਗਾ ਗੁਰੂ ਕੋਲੋਂ। ਸਾਨੂੰ ਗੁਰੂ ਦੀ ਸ਼ਰਨ ਚ ਜਾਣਾ ਪਏਗਾ। ਜਿਹੜੀ ਕਾਮਨ ਸੈਂਸ ਹੈ ਉਹ ਲੈਣ ਵਾਸਤੇ ਗੁਰੂ ਦੀ ਸ਼ਰਨ ਚ ਜਾਣਾ ਪਏਗਾ। ਗੁਰੂ ਨੂੰ ਕਹਿਣਾ ਪਏਗਾ ਸਤਿਗੁਰੂ ਗਿਆਨ ਦਿਓ, ਮੈਨੂੰ ਸਮਝ ਆ ਜਾਏ ਕੀ ਚੰਗਾ ਕੀ ਮੰਦਾ, ਮੈਂ ਸਮਝ ਜਾਵਾਂ ਕੀ ਭਲਾ ਕੀ ਬੁਰਾ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਗੁਰੂ ਦੀ ਸ਼ਰਨ ਚ ਹਾਰ ਜਾਣਾ ਪਏਗਾ ਤੇ ਬੇਨਤੀ ਕਰਨੀ ਪਏਗੀ ਮੈਨੂੰ ਵਿਵੇਕ ਬੁੱਧ ਦਿਓ, ਮੈਨੂੰ ਗਿਆਨ ਦਿਓ। ਤੇ ਜਿਹੜਾ ਗਿਆਨ ਗੁਰੂ ਦੀ ਅਗਵਾਈ ਚ ਨਹੀਂ ਚੱਲੇਗਾ ਉਹ ਇਸ ਗੱਲ ਨੂੰ ਨਹੀਂ ਸਮਝ ਪਾਏਗਾ ਕਿ ਰੱਬ ਤੇ ਸਾਡੇ ਚ ਫਰਕ ਨਹੀਂ ਹੈ। ਇਸ ਗੱਲ ਦੀ ਸਮਝ ਗੁਰੂ ਦੇ ਗਿਆਨ ਤੋਂ ਹੀ ਪਏਗੀ। ਤੇ ਜਿਹੜਾ ਗੁਰੂ ਦਾ ਗਿਆਨ ਨਹੀਂ ਲਏਗਾ ਉਹ ਫਿਰ ਚੰਗਾ ਜੀਵਨ ਨਹੀਂ ਜੀ ਪਾਏਗਾ। ਉਹਦੀ ਜ਼ਿੰਦਗੀ ਦੇ ਵਿੱਚ ਅਗਿਆਨਤਾ ਦੇ ਕਰਕੇ ਵਿਕਾਰ ਹੋਣਗੇ। ਦੇਖੋ ਮਨੁੱਖ ਦਾ ਦੁਸ਼ਮਣ ਬਣਿਆ ਹੋਇਆ ਹੈ, ਅਗਿਆਨਤਾ ਹੈ ਨਾ। ਜੇ ਗੁਰੂ ਦਾ ਗਿਆਨ ਹੁੰਦਾ ਤੇ ਦੂਜੇ ਮਨੁੱਖ ਵਿੱਚੋਂ ਰੱਬ ਦੇਖਦਾ ਉਹ ਕਿ ਮੇਰੇ ਗੁਰੂ ਨੇ ਕਿਹਾ ਸੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜੇ ਗਿਆਨ ਹੁੰਦਾ ਫਿਰ ਦੂਜੇ ਨਾਲ ਦੁਸ਼ਮਣੀ ਨਹੀਂ ਸੀ ਹੋਣੀ, ਫਿਰ ਦੂਜੇ ਨਾਲ ਨਫ਼ਰਤ ਨਹੀਂ ਸੀ ਹੋਣੀ। ਜੇ ਗਿਆਨ ਹੁੰਦਾ ਦੂਜੇ ਚ ਰੱਬ ਹੈ ਫਿਰ ਕਿਹਨੂੰ ਮਾੜਾ ਕਹਿੰਦਾ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀ ਹੈ ਜਾਂ ਤਿਸ ਬਿਨ ਕੋਈ ਨਾ ਹੈ। ਹੁਣ ਜਿਹਨੇ ਇਹ ਗੁਰੂ ਦਾ ਗਿਆਨ ਲਿਆ ਹੋਵੇ ਉਹ ਕਿਹਨੂੰ ਮਾੜਾ ਕਹੇਗਾ ਕਿ ਰੱਬ ਤੋਂ ਬਿਨਾਂ ਤੇ ਹੈ ਹੀ ਕੋਈ ਨਹੀਂ। ਕਿਹਨੂੰ ਮਾੜਾ ਕਵਾਂ, ਮੰਦਾ ਕਿਸ ਨੂੰ ਆਖੀ ਹੈ ਜਾਂ ਤਿਸ ਬਿਨ ਕੋਈ ਨਾ ਹੈ, ਉਹਦੇ ਤੋਂ ਬਿਨਾਂ ਹੈ ਹੀ ਕੋਈ ਨਹੀਂ, ਉਹਨੂੰ ਮਾੜਾ ਕਵਾਂ। ਉਹ ਪ੍ਰਭੂ ਹੀ ਹੈ। ਹੁਣ ਇਹ ਗਿਆਨ ਹੈ ਨਾ, ਗਿਆਨ ਹੋਏਗਾ ਤੇ ਅਸੀਂ ਦੂਜੇ ਚ ਰੱਬ ਦੇਖਾਂਗੇ। ਤੇ ਜੇ ਗਿਆਨ ਨਾ ਹੋਏ, ਅਗਿਆਨਤਾ ਹੋਵੇ, ਬੇਸਮਝੀ ਹੋਵੇ, ਹੁਣ ਇਹ ਅਗਿਆਨਤਾ ਹੀ ਹੈ ਨਾ, ਅਸੀਂ ਦੂਜੇ ਨਾਲ ਦੁਸ਼ਮਣੀ ਕਰਦੇ ਹਾਂ। ਬੰਦਾ ਦੂਜੇ ਨਾਲ ਦੁਸ਼ਮਣੀ ਕਰ ਰਿਹਾ ਹੈ, ਦੂਜੇ ਨਾਲ ਈਰਖਾ ਕਰ ਰਿਹਾ ਹੈ, ਦੂਜੇ ਨੂੰ ਦੇਖ ਕੇ ਨਫ਼ਰਤ ਨਾਲ ਭਰ ਜਾਂਦਾ ਹੈ, ਦੂਜੇ ਉੱਪਰ ਕ੍ਰੋਧ ਕਰ ਰਿਹਾ, ਗੁੱਸਾ ਕਰ ਰਿਹਾ ਹੈ, ਦੂਜੇ ਦੇ ਹੱਕ ਨੂੰ ਖੋ ਰਿਹਾ ਹੈ। ਅਗਿਆਨਤਾ ਹੀ ਹੈ ਨਾ। ਦੂਜੇ ਦੀ ਜੇਬ ਕੱਟ ਰਿਹਾ, ਅਗਿਆਨਤਾ ਹੈ। ਦੂਜੇ ਨੂੰ ਮਾਰਨ ਦੇ ਤਰੀਕੇ ਪੈਦਾ ਕਰ ਰਿਹਾ, ਅਗਿਆਨਤਾ ਹੈ ਨਾ। ਬੰਦੂਕਾਂ ਬਣਾਉਣੀਆਂ, ਤਲਵਾਰਾਂ ਨੇਜ਼ੇ ਬਣਾਣੇ ਬੰਦੇ ਨੂੰ ਮਾਰਨ ਦੇ ਤਰੀਕੇ ਨੇ। ਮਾਰਨ ਦੇ ਸ਼ਮਿਆਨੇ ਸਾਰੇ ਇਕੱਠੇ ਕਰ ਰਿਹਾ, ਇਹ ਮਾਰਨ ਦੇ ਹੀ ਸਮਾਨ ਨੇ। ਗੋਲੀਆਂ ਬਣਾ ਰਿਹਾ, ਬੰਬ ਬਣਾ ਰਿਹਾ, ਰੌਕਟ ਲਾਂਚਰ ਬਣਾ ਰਿਹਾ, ਟੈਂਕ ਬਣਾ ਰਿਹਾ। ਕਾਹਦੇ ਵਾਸਤੇ ਨੇ ਟੈਂਕ, ਰੌਕਟ ਲਾਂਚਰ ਕਾਹਦੇ ਵਾਸਤੇ ਨੇ, ਮਿਜ਼ਾਈਲਾਂ ਕਾਹਦੇ ਵਾਸਤੇ ਨੇ? ਬੰਦੇ ਨੂੰ ਮਾਰਨ ਵਾਸਤੇ ਨੇ ਸਾਰੀਆਂ ਚੀਜ਼ਾਂ।
ਜੇ ਪਤਾ ਹੋਵੇ ਦੂਜੇ ਚ ਰੱਬ ਹੈ ਤੇ ਕਿਵੇਂ ਮਾਰੇਗਾ? ਗਿਆਨ ਹੋਣਾ ਚਾਹੀਦਾ ਸੀ ਨਾ ਕਿ ਮੈਂ ਕੀ ਕਰ ਰਿਹਾ ਵਾਂ, ਬੰਦੇ ਨੂੰ ਮਾਰਨ ਵਾਸਤੇ ਕੁਝ ਕਰ ਰਿਹਾ ਵਾਂ। ਤਾਂ ਹੀ ਸਤਿਗੁਰੂ ਜੀ ਨੇ ਬਾਣੀ ਚ ਬਚਨ ਕੀਤਾ, ਅਕਲੀ ਸਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੇ ਦਾਨ, ਨਾਨਕ ਆਖੇ ਰਾਹ ਏ ਹੋਰ ਗੱਲਾਂ ਸ਼ੈਤਾਨ। ਅਕਲ ਦੀ ਵਰਤੋਂ ਕਰਨੀ ਚਾਹੀਦੀ ਸੀ ਨਾ, ਉਸੇ ਕੀਤੀ ਨਹੀਂ। ਗਿਆਨ ਦਾ ਭਾਵ ਹੈ ਗਿਆਨ ਦੀ ਸਹੀ ਵਰਤੋਂ, ਤੇ ਅਗਿਆਨ ਦਾ ਭਾਵ ਹੈ ਗਿਆਨ ਦੀ ਗਲਤ ਵਰਤੋਂ। ਹੈ ਦੋਨੋਂ ਪਾਸੇ ਗਿਆਨ, ਪਰ ਜੇ ਗਿਆਨ ਦੀ ਸਹੀ ਵਰਤੋਂ ਹੋ ਜਾਏ ਤੇ ਉਹ ਗਿਆਨ ਪ੍ਰਮਾਣ ਹੈ, ਤੇ ਜੇ ਗਿਆਨ ਦੀ ਗਲਤ ਵਰਤੋਂ ਹੋਵੇ ਉਹ ਗਿਆਨ ਅਗਿਆਨ ਹੈ। ਜਦੋਂ ਗਿਆਨ ਦੀ ਸਹੀ ਵਰਤੋਂ ਨਾ ਹੋਵੇ ਉਹ ਅਗਿਆਨ ਬਣ ਜਾਂਦਾ ਹੈ। ਹੁਣ ਜਿਹੜੇ ਬੰਬ ਧਮਾਕੇ ਕਰ ਰਹੇ ਨੇ, ਮਨੁੱਖਤਾ ਨੂੰ ਮਾਰ ਰਹੇ ਨੇ, ਇਨਸਾਨੀਅਤ ਨੂੰ ਖਤਮ ਕਰ ਰਹੇ ਨੇ, ਗਿਆਨ ਤੇ ਉਹਨਾਂ ਕੋਲ ਵੀ ਹੈ। ਹੁਣ ਅਗਿਆਨੀ ਨੂੰ ਕੀ ਪਤਾ ਬੰਬ ਕਿਵੇਂ ਬਣਾਈਦੇ ਨੇ? ਜਿਹਨੂੰ ਗਿਆਨ ਹੈ ਉਹਨੂੰ ਵੀ ਪਤਾ ਨਾ ਵੀ ਕਿਹੜੇ ਕਿਹੜੇ ਕੈਮੀਕਲ ਪਾਵਾਂਗਾ, ਕਿਹੜੀ ਕਿਹੜੀ ਚੀਜ਼ਾਂ ਪਾਵਾਂਗਾ ਤਾਂ ਜਾ ਕੇ ਬੰਬ ਬਣੇਗਾ। ਗਿਆਨ ਤੇ ਹੈ, ਪਰ ਗਿਆਨ ਦੀ ਗਲਤ ਵਰਤੋਂ ਕਰ ਰਹੇ ਹੈ। ਗਿਆਨ ਦੀ ਗਲਤ ਵਰਤੋਂ ਕਰਕੇ ਉਹ ਬੰਬ ਬਣਾ ਰਹੇ ਹੈ ਤੇ ਕਿਤੇ ਧਮਾਕੇ ਕਰ ਰਹੇ ਹੈ, ਮਨੁੱਖਤਾ ਨੂੰ ਮਾਰ ਰਹੇ ਹੈ, ਉਹ ਇਨਸਾਨੀਅਤ ਦੇ ਉੱਪਰ ਜ਼ੁਲਮ ਕਰ ਰਹੇ ਹੈ। ਗਿਆਨ ਤੇ ਉਹਦੇ ਕੋਲ ਹੈ, ਪਰ ਗਿਆਨ ਦੀ ਗਲਤ ਵਰਤੋਂ ਕਰ ਰਹੇ ਹੈ, ਉਹਦਾ ਗਿਆਨ ਅਗਿਆਨ ਹੋ ਗਿਆ। ਇਸ ਕਰਕੇ ਇਨਸਾਨੀਅਤ ਦੇ ਵਿੱਚ, ਮਨੁੱਖਤਾ ਦੇ ਵਿੱਚ ਜੇ ਸ਼ਾਂਤੀ, ਆਨੰਦ, ਖੁਸ਼ੀ, ਪ੍ਰਸੰਨਤਾ ਪੈਦਾ ਕਰਨੀ ਹੈ ਤੇ ਮਨ ਸਮਝਾਵਣ ਕਾਰਨੇ ਕਛੂ ਪੜੀਏ ਗਿਆਨ। ਮਨ ਨੂੰ ਸਮਝਾਉਣ ਦੇ ਲਈ, ਜੀਵਨ ਉੱਚਾ ਚੁੱਕਣ ਦੇ ਲਈ ਗੁਰੂ ਦਾ ਗਿਆਨ ਬਹੁਤ ਜ਼ਰੂਰੀ ਹੈ। ਜੀਵਨ ਵਿੱਚ ਇਨਸਾਨੀਅਤ ਲੈਣ ਵਾਸਤੇ, ਰੱਬੀ ਰਜ਼ਾ ਨੂੰ ਸਮਝਣ ਵਾਸਤੇ ਗੁਰੂ ਦਾ ਗਿਆਨ ਬਹੁਤ ਜ਼ਰੂਰੀ ਹੈ। ਰੱਬ ਦੇ ਭਾਣੇ ਨੂੰ ਸਮਝਣ ਵਾਸਤੇ, ਪ੍ਰਭੂ ਦੇ ਨਾਲ ਪਿਆਰ ਪਾਉਣ ਵਾਸਤੇ ਗਿਆਨ ਦੀ ਬਹੁਤ ਜ਼ਰੂਰੀ, ਬਹੁਤ ਜ਼ਿਆਦਾ ਜ਼ਰੂਰਤ ਹੈ। ਇਸ ਕਰਕੇ ਬਾਣੀ ਪੜ੍ਹਨੀ, ਗੁਰਬਾਣੀ ਨੂੰ ਸਮਝਣਾ, ਗੁਰਬਾਣੀ ਦੀ ਵਿਚਾਰ ਕਰਨੀ, ਗੁਰਬਾਣੀ ਤੇ ਅਮਲ ਕਰਨਾ, ਇਹ ਸਾਡਾ ਫਰਜ਼ ਹੈ। ਅਸੀਂ ਗੁਰਬਾਣੀ ਨੂੰ ਸਮਝੀਏ, ਸਾਡੇ ਕੋਲ ਗਿਆਨ ਹੋਵੇ। ਗਿਆਨ ਹੋਏਗਾ ਕਿ ਦੂਜੇ ਵਿੱਚ ਰੱਬ ਹੈ, ਸਾਡਾ ਦੂਜੇ ਨਾਲ ਵਿਹਾਰ ਬਦਲ ਜਾਏਗਾ। ਫਿਰ ਮੈਂ ਕਿਹਦੀ ਚੋਰੀ ਕਰਾਂਗਾ? ਰੱਬ ਦੀ। ਕਿਹਦੀ ਜੇਬ ਕੱਟਾਂਗਾ? ਰੱਬ ਦੀ। ਕਿਹਦੇ ਤੇ ਗੁੱਸਾ ਕਰਾਂਗਾ? ਰੱਬ ਦੇ ਉੱਪਰ। ਇਸ ਕਰਕੇ ਮਨ ਸਮਝਾਵਣ ਕਾਰਨੇ ਕਛੁਕ ਪੜੀਏ ਗਿਆਨ। ਮਨ ਨੂੰ ਸਮਝਾਉਣ ਵਾਸਤੇ ਕਿ ਸਾਰਿਆਂ ਵਿੱਚ ਰੱਬ ਹੈ, ਉਹਦੇ ਲਈ ਕੁਛ ਕੁ ਗੁਰੂ ਦਾ ਗਿਆਨ ਜ਼ਰੂਰ ਪੜ੍ਹਨਾ ਚਾਹੀਦਾ ਹੈ, ਗੁਰੂ ਪਾਸੋਂ ਗਿਆਨ ਲੈਣਾ ਚਾਹੀਦਾ ਹੈ। ਇਸ ਤੋਂ ਅਗਲੇ ਵਚਨ, ਓੰਕਾਰ ਆਦਿ ਮੈਂ ਜਾਣਾ। ਦੇਖੋ ਕਿੰਨਾ ਸਪਸ਼ਟ ਉਚਾਰਨ ਲਿਖਿਆ ਹੈ, ਓੰਕਾਰ। ਊੜੇ ਦਾ ਮੂੰਹ ਖੁੱਲਾ, ਮੈਨੇ ਹੋੜਾ, ਐੜੇ ਉੱਪਰ ਟਿੱਪੀ, ਅੰਗ, ਕੱਕੇ ਨੂੰ ਕੰਨਾ ਤੇ ਰਾਰਾ ਕਾਰ, ਓੰਕਾਰ। ਅਸੀਂ ਓਮਕਾਰ ਪੜ ਜਾਂਦੇ ਹਾਂ, ਇੱਕ ਓਮਕਾਰ, ਗਲਤ ਹੋ ਜਾਂਦਾ ਹੈ। ਏਕਾ ਲੱਗਿਆ ਅੱਗੇ ਇੱਕ, ਤੇ ਅੱਗੇ ਜਿਹੜਾ ਉਚਾਰਨ ਕਰਨਾ ਹੈ ਬੜਾ ਸਪਸ਼ਟ ਹੈ, ਓੰਕਾਰ। ਆਦ ਮੈਂ ਜਾਣਾ। ਆਦ ਮੈਨੇ ਜਿਹੜਾ ਮੁੱਢ ਤੋਂ ਹੈ, ਜਿੰਨਾ ਦਿਸਦਾ ਰੂਪ ਹੈ ਨਾ, ਉਸ ਪ੍ਰਭੂ ਦਾ ਹੀ ਮੁੱਢ ਹੈ। ਸਾਰਾ ਦਿਸਦਾ ਉਹਦਾ ਰੂਪ ਹੈ, ਤੇ ਰੂਪ ਦੇ ਵਿੱਚ ਮੁੱਢ ਮੂਲ ਜਿਹੜਾ ਹੈ ਆਦ, ਉਹ ਪ੍ਰਭੂ ਹੈ। ਮੈਂ ਤੇ ਉਹਨੂੰ ਜਾਣਦਾ ਵਾਂ। ਓੰਕਾਰ ਆਦ ਮੈਂ ਜਾਣਾ। ਮੈਂ ਤੇ ਉਹਨੂੰ ਪ੍ਰਭੂ ਨੂੰ ਮੁੱਢ ਜਾਣਦਾ ਵਾਂ, ਜੋ ਸਭ ਨੂੰ ਬਣਾਉਣ ਵਾਲਾ ਹੈ। ਮੈਂ ਤੇ ਸਿਰਫ ਉਸ ਰੱਬ ਨੂੰ ਜਾਣਦਾ ਹਾਂ ਜਿਹੜਾ ਸਾਰਿਆਂ ਦਾ ਆਦ ਹੈ, ਸਾਰਿਆਂ ਦਾ ਮੂਲ ਹੈ। ਓੰਕਾਰ ਆਦ ਮੈਂ ਜਾਣਾ, ਭਾਵ ਉਸ ਓੰਕਾਰ ਨੂੰ ਆਦ ਮੈਨੇ ਮੁੱਢ, ਮੂਲ ਮੈਂ ਜਾਣਾ। ਮੈਂ ਉਹਨੂੰ ਮੂਲ ਸਮਝਦਾ ਵਾਂ ਕਿ ਸਾਰੀ ਕਾਇਨਾਤ ਦਾ ਮੁੱਢ ਪ੍ਰਭੂ ਹੈ। ਪ੍ਰਭੂ ਬੀਜ ਤੋਂ ਹੀ ਇਹ ਸੰਸਾਰ ਰੂਪੀ ਬੋੜ ਬਣਿਆ ਹੋਇਆ। ਓੰਕਾਰ ਆਦ ਮੈਂ ਜਾਣਾ, ਭਾਵ ਮੈਂ ਉਹਨੂੰ ਰੱਬ ਮੰਨਦਾ ਵਾਂ ਜਿਹੜਾ ਕੁੱਲ ਕਾਇਨਾਤ ਦਾ ਬੀਜ ਹੈ, ਮੂਲ ਹੈ, ਆਦ ਹੈ, ਜਿਹੜਾ ਮੁੱਢ ਹੈ। ਤੇ ਉਹਨੂੰ ਰੱਬ ਨਹੀਂ ਮੈਂ ਜਾਣਦਾ, ਮੈਂ ਉਹਨੂੰ ਓੰਕਾਰ ਨਹੀਂ ਕਹਿੰਦਾ। ਕਿਹੜਾ? ਲਿਖ ਅਰ ਮਿਟੈ ਤਾਹੇ ਨਾ ਮੰਨਾ। ਮੈਂ ਨਹੀਂ ਉਹਨੂੰ ਮੰਨਦਾ। ਕਿਹੜਾ? ਲਿਖ, ਲਿਖ ਕੇ ਮੈਨੇ ਪੈਦਾ ਕਰਕੇ, ਅਰ ਮਿਟੈ, ਮਿਟੈ ਮੈਨੇ ਨਾਸ਼ ਕਰ ਦੇਵੇ, ਲਿਖ ਕੇ ਮਿਟਾ ਦੇਵੇ, ਪੈਦਾ ਕਰਕੇ ਨਾਸ਼ ਕਰ ਦੇਵੇ। ਜਿਹਨੂੰ ਪ੍ਰਭੂ ਪੈਦਾ ਕਰਕੇ ਨਾਸ਼ ਕਰ ਦਿੰਦਾ ਹੈ, ਮੈਂ ਉਸ ਵਿਅਕਤੀ ਨੂੰ ਰੱਬ ਨਹੀਂ ਮੰਨਦਾ। ਉਹ ਰੱਬ ਨਹੀਂ ਹੈ ਕਿ ਜਿਹੜਾ ਪੈਦਾ ਵੀ ਹੋਵੇ, ਜਨਮ ਲਵੇ ਇਸ ਧਰਤੀ ਤੇ, ਬਾਅਦ ਚੋਂ ਮਰ ਵੀ ਜਾਏ। ਜਿਹਨੂੰ ਪ੍ਰਭੂ ਲਿਖ ਕੇ ਮਿਟਾ ਦਿੰਦਾ ਹੈ। ਮੰਨ ਲਓ ਜਿਵੇਂ ਕੋਈ ਬੱਚਾ ਆਪਣੀ ਕਾਪੀ ਦੇ ਉੱਪਰ ਪੈਨਸਲ ਦੇ ਨਾਲ ਕੋਈ ਸ਼ਬਦ ਲਿਖੇ, ABC ਲਿਖੇ, ਊੜਾ ਐੜਾ ਲਿਖੇ, ਉਸ ਤੋਂ ਬਾਅਦ ਰਬੜ ਦੇ ਨਾਲ, ਅਰੇਜ਼ਰ ਦੇ ਨਾਲ ਉਹਨੂੰ ਮਿਟਾ ਦੇਵੇ।
ਇਦਾਂ ਹੀ ਜਿਹੜਾ ਪ੍ਰਭੂ ਕਿਸੇ ਇਨਸਾਨ ਨੂੰ ਲਿਖ ਕੇ ਧਰਤੀ ਤੇ ਪੈਦਾ ਕਰਕੇ ਜਨਮ ਦੇ ਕੇ ਬਾਅਦ ਵਿੱਚ ਮਿਟਾ ਵੀ ਦੇਵੇ, ਜਿਹੜਾ ਵਿਅਕਤੀ ਜਨਮ ਵੀ ਲੈਂਦਾ ਔਰ ਮਰ ਵੀ ਜਾਂਦਾ ਉਹ ਰੱਬ ਨਹੀਂ ਹੈ। ਉਹ ਭਗਤ ਕਬੀਰ ਜੀ ਕਹਿਣ ਲੱਗੇ ਮੈਂ ਉਹਨੂੰ ਰੱਬ ਨਹੀਂ ਮੰਨਦਾ। ਲਿਖ ਅਰ ਮਿਟੈ ਤਾਹੇ ਨਾ ਮਾਨਾ, ਜਿਹੜਾ ਜੰਮਦਾ ਮਰਦਾ ਹੈ, ਜਿਹੜਾ ਪੈਦਾ ਹੋ ਕੇ ਨਾਸ਼ ਹੋ ਜਾਂਦਾ ਹੈ, ਮੈਂ ਉਹਨੂੰ ਰੱਬ ਦਾ ਅਵਤਾਰ ਨਹੀਂ ਮੰਨਦਾ ਵੀ ਰੱਬ ਆਇਆ। ਮੈਂ ਨਹੀਂ ਮੰਨਦਾ ਕਿਉਂ? ਕਿਉਂਕਿ ਰੱਬ ਤੇ ਅਜੂਨੀ ਹੈ, ਉਹ ਤੇ ਜੂਨਾਂ ਚ ਆਂਦਾ ਹੀ ਨਹੀਂ ਹੈ। ਅਸੀਂ ਕਹਿੰਦੇ ਹਾਂ ਅਜੂਨੀ, ਜਿਹੜਾ ਜੂਨਾਂ ਚ ਨਾ ਆਵੇ ਉਹ ਮੂੰਹ ਸੜ ਜਾਏ। ਜਿਹੜਾ ਕਹਿੰਦਾ ਰੱਬ ਜੂਨਾਂ ਵਿੱਚ ਆਂਦਾ ਹੈ, ਸੋ ਮੁਖ ਜਲੋ ਜਿਤ ਕਹਿ ਠਾਕੁਰ ਜੋਨੀ, ਉਹ ਮੂੰਹ ਸੜ ਜਾਏ। ਜਿਹੜਾ ਕਹਿੰਦਾ ਰੱਬ ਜਨਮ ਲੈਂਦਾ ਵੇ, ਤੇ ਜੇ ਰੱਬ ਜਨਮ ਲੈ ਰਿਹਾ ਫਿਰ ਉਹਦਾ ਪਿਓ ਵੀ ਕੋਈ ਬਣ ਗਿਆ, ਫਿਰ ਰੱਬ ਦਾ ਪਿਓ ਵੀ ਕੋਈ ਹੋ ਗਿਆ। ਜੇ ਉਹ ਜਨਮ ਲੈਂਦੇ ਤੇ ਰੱਬ ਦੀ ਵੀ ਮਾਂ ਹੋ ਗਿਆ। ਨਹੀਂ, ਰੱਬ ਦਾ ਪਿਓ ਕੋਈ ਨਹੀਂ ਬਣ ਸਕਦਾ। ਇਸ ਕਰਕੇ ਰੱਬ ਅਜੂਨੀ ਹੈ, ਉਹ ਜੂਨਾਂ ਚ ਨਹੀਂ ਆਂਦਾ। ਹਾਂ, ਇਹ ਸਾਰਾ ਸਰਗੁਣ ਰੂਪ ਉਹਦਾ ਰੂਪ ਜ਼ਰੂਰ ਹੈ। ਪਰ ਜਿਹੜਾ ਬੰਦਾ ਜਨਮ ਲੈ ਕੇ ਕਵੇ ਹੁਣ ਮੈਂ ਰੱਬ ਆਇਆ ਦੁਨੀਆ ਤੇ, ਬਾਅਦ ਚੋਂ ਮਰ ਵੀ ਜਾਏ, ਭਗਤ ਕਬੀਰ ਜੀ ਕਹਿਣ ਲੱਗੇ ਮੈਂ ਉਹਨੂੰ ਰੱਬ ਨਹੀਂ ਮੰਨਦਾ, ਮੈਂ ਉਹਨੂੰ ਓਂਕਾਰ ਮੰਨਦਾ ਹਾਂ ਜਿਹੜਾ ਪੂਰੀ ਸ੍ਰਿਸ਼ਟੀ ਦਾ ਮੁੱਢ ਹੈ, ਮੂਲ ਹੈ, ਜਿੱਥੋਂ ਸੰਸਾਰ ਬਣਿਆ, ਜਿੱਥੋਂ ਜੀਵ ਪੈਦਾ ਹੋਏ। ਓਂਕਾਰ ਆਦ ਮੈਂ ਜਾਨਾ, ਲਿਖ ਅਰ ਮਿਟੇ ਤਾਹੇ ਨਾ ਮਾਨਾ, ਜਿਹੜਾ ਜੰਮਦਾ ਹੈ ਮਰ ਵੀ ਜਾਂਦਾ ਹੈ, ਮੈਨੂੰ ਰੱਬ ਨਹੀਂ ਮੰਨਦਾ, ਕਿਉਂਕਿ ਰੱਬ ਕਦੀ ਮਰਦਾ ਵੀ ਨਹੀਂ। ਓਂਕਾਰ ਲਖੈ ਜੋ ਕੋਈ, ਜੇ ਕੋਈ ਵੇਖ ਲਵੇ, ਜੇ ਕੋਈ ਸਮਝ ਲਵੇ, ਜੇ ਕੋਈ ਅਨੁਭਵ ਕਰ ਲਵੇ, ਸੋਈ ਮੈਨੇ ਉਸ ਪ੍ਰਭੂ ਨੂੰ। ਓਂਕਾਰ ਲਖੈ ਜੋ ਕੋਈ, ਜੇ ਕੋਈ ਓਂਕਾਰ ਨੂੰ ਲਖ ਲਵੇ, ਅਨੁਭਵ ਕਰ ਲਵੇ, ਜਾਣ ਲਵੇ, ਭਾਵ ਜਿਹਨੂੰ ਭਗਤ ਕਬੀਰ ਜੀ ਦੇ ਇਸ ਗਿਆਨ ਦੀ ਸਮਝ ਆ ਜਾਏ, ਜਿਹਦੇ ਅੰਦਰ ਇਹ ਗੱਲ ਬੈਠ ਜਾਏ ਕਿ ਪ੍ਰਭੂ ਅੰਦਰ ਹੈ, ਜਿਹਦੇ ਮਨ 'ਚ ਇਹ ਗੱਲ ਬੈਠ ਜਾਏ ਕਿ ਬਾਹਰ ਦਿਸਦਾ ਜਗਤ ਵੀ ਉਹਦਾ ਰੂਪ ਹੈ, ਮੇਰੇ ਅੰਦਰ ਵੀ ਉਹ ਹੈ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਮੇਰੇ ਬਾਹਰ ਵੀ ਉਹ ਪ੍ਰਭੂ ਹੀ ਫੈਲਿਆ ਹੋਇਆ ਹੈ, ਹਰ ਥਾਂ ਤੇ ਉਹੀ ਨਜ਼ਰ ਆਉਂਦਾ ਹੈ। 8 ਜਾਮ 64 ਕਰੀ ਤੋ ਨਰਖਤ ਰਹਿ ਜਿਓ, ਨੀਚੇ ਲੋਏ ਨੇ ਕਿਉਂ ਕਰੋ, ਜੋ ਸਭ ਘਟ ਦੇਖੋ ਪੀਓ। ਬਾਹਰ ਵੀ ਉਹੀ ਹੈ, ਜੋ ਦਿਸੈ ਸੋ ਤੇਰਾ ਰੂਪ, ਜੋ ਵੀ ਦਿਸਦਾ ਉਹ ਤੇਰਾ ਰੂਪ ਹੀ ਹੈ। ਜੇਤਾ ਰੂਪ ਕਾਇਆ ਤੇਰੀ, ਜੋ ਦਿਸਦਾ ਸੰਸਾਰ ਤੇਰੀ ਕਾਇਆ ਹੈ। ਜਦੋਂ ਆਹ ਗੱਲ ਸਮਝ ਆ ਗਈ ਕਿ ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪਰਿਆ ਭਗਵੰਤ, ਉਹ ਪ੍ਰਭੂ ਮੇਰੇ ਅੰਦਰ ਵੀ ਹੈ, ਬਾਹਰ ਵੀ ਹੈ, ਹਰ ਥਾਂ ਤੇ ਹੈ। ਓਂਕਾਰ ਲਖੈ ਜੋ ਕੋਈ, ਜੇ ਕੋਈ ਭਗਤ ਕਬੀਰ ਜੀ ਦੇ ਇਸ ਗਿਆਨ ਨੂੰ ਸਮਝ ਕੇ, ਜੇ ਕੋਈ ਗੁਰੂ ਦੇ ਗਿਆਨ ਨੂੰ ਹਾਸਲ ਕਰਕੇ ਰੱਬ ਨੂੰ ਦੇਖ ਲਵੇ, ਅੰਦਰ ਬਾਹਰ ਅਨੁਭਵ ਕਰ ਲਵੇ, ਜਾਣ ਲਵੇ, ਸੋਈ ਲਖ ਮਿਟਣਾ ਨਾ ਹੋਈ। ਭਾਵ ਉਹਨੂੰ ਸਮਝ ਆ ਗਈ, ਸੋਈ ਮੈਨੇ ਉਹ ਪ੍ਰਭੂ ਲਖ, ਉਸ ਪ੍ਰਭੂ ਨੂੰ ਇੱਕ ਵਾਰ ਸਮਝ ਲਵੇ, ਮਿਟਣਾ ਨਾ ਹੋਈ। ਜਦੋਂ ਇਹੋ ਜਿਹੀ ਸੋਚ ਪੈਦਾ ਹੋਊਗੀ ਕਿ ਰੱਬ ਹੀ ਹੈ, ਮਿਟਣਾ ਨਾ ਹੋਈ, ਭਾਵ ਉਹਦੀ ਆਤਮਕ ਮੌਤ ਨਹੀਂ ਹੁੰਦੀ। ਜਿਹੜਾ ਇੱਕ ਵਾਰੀ ਉਸ ਪ੍ਰਭੂ ਨੂੰ ਦੇਖ ਲਵੇ, ਜਿਹੜਾ ਇੰਨੀ ਉੱਚੀ ਸੋਚ ਬਣਾ ਲਵੇ ਕਿ ਮੇਰੇ ਅੰਦਰ ਵੀ ਉਹ ਹੈ, ਗਵਾਂਢੀ ਦੇ ਅੰਦਰ ਵੀ ਉਹ ਹੈ, ਮਾਤਾ ਪਿਤਾ 'ਚ ਵੀ ਉਹ ਹੈ, ਬੱਚਿਆਂ 'ਚ ਵੀ ਉਹ ਹੈ, ਮੇਰੇ ਚਾਚਿਆਂ ਤਾਇਆਂ 'ਚ ਵੀ ਉਹ ਹੈ, ਨਾਨਕਿਆਂ ਦਾਦਕਿਆਂ ਵਿੱਚ ਵੀ ਉਹ ਹੈ, ਅਜਨਬੀਆਂ ਦੇ ਵਿੱਚ ਵੀ ਉਹ ਹੈ, ਦੂਜੇ ਦੇਸ਼ ਦੇ ਲੋਕਾਂ ਵਿੱਚ ਵੀ ਉਹ ਰੱਬ ਹੀ ਹੈ। ਸੋਈ ਲਖ, ਉਸ ਪ੍ਰਭੂ ਨੂੰ ਸਾਰਿਆਂ ਵਿੱਚ ਦੇਖ ਲਵੇ ਜੇ ਕੋਈ, ਮਿਟਣਾ ਨਾ ਹੋਈ। ਫਿਰ ਕੀ ਹੁੰਦਾ, ਆਤਮਿਕ ਤੌਰ ਤੇ ਉਹ ਮਰਦਾ ਨਹੀਂ ਹੈ। ਆਤਮਿਕ ਤੌਰ ਤੇ ਮਰਨਾ ਭਾਵ ਉਹਦੀ ਜ਼ਮੀਰ ਨਹੀਂ ਮਰਦੀ। ਪਹਿਲਾਂ ਜ਼ਮੀਰ ਮਰ ਜਾਂਦੀ ਸੀ, ਕਿਸੇ ਦਾ ਹੱਕ ਖੋ ਕੇ ਕਰ ਲਿਆ ਹੁੰਦਾ ਸੀ, ਕਿਸੇ ਨੂੰ ਠੱਗ ਕੇ ਹੱਕ ਲਿਆ ਹੁੰਦਾ ਸੀ ਉਹਦਾ। ਹੁਣ ਉਹਦੀ ਜ਼ਮੀਰ ਮਰਦੀ ਨਹੀਂ ਹੈ, ਕਿਸੇ ਦਾ ਹੱਕ ਨਹੀਂ ਮਾਰ ਸਕਦਾ। ਉਹ ਸੋਚਦਾ ਮੈਂ ਰੱਬ ਦਾ ਹੱਕ ਮਾਰਾਂਗਾ। ਪਹਿਲਾਂ ਕਿਸੇ ਦੀ ਜੇਬ ਕੱਟ ਕੇ ਪੈਸੇ ਲੈ ਆਉਂਦਾ ਸੀ, ਹੁਣ ਉਹਦੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਉਹਨੂੰ ਕਿ ਮੈਂ ਰੱਬ ਦੀ ਜੇਬ ਕੱਟਾਂਗਾ, ਮੈਂ ਰੱਬ ਦੇ ਘਰ ਚੋਰੀ ਕਰਾਂਗਾ। ਹੁਣ ਉਹਦੀ ਆਤਮਿਕ ਅਵਸਥਾ ਵਿੱਚ ਗਿਰਾਵਟ ਨਹੀਂ ਆਉਂਦੀ, ਹੁਣ ਮਾੜੇ ਕੰਮ ਨਹੀਂ ਕਰਦਾ। ਉਹਦੀ ਸੋਚ ਇੰਨੀ ਮਹਾਨ ਹੋ ਗਈ, ਉਸ ਮਹਾਨ ਸੋਚ ਦਾ ਹੁਣ ਨਾਸ਼ ਨਹੀਂ ਹੁੰਦਾ। ਉਹਦੀ ਅਵਸਥਾ ਇੰਨੀ ਉੱਚੀ ਹੋ ਗਈ, ਉਹ ਅਵਸਥਾ ਹੁਣ ਮਰਦੀ ਨਹੀਂ ਉਹਦੀ। ਉਹ ਆਦਮੀ ਆਤਮਿਕ ਮੌਤੇ ਨਹੀਂ ਮਰਦਾ, ਭਾਵੇਂ ਉਹਦੇ ਤਨ ਦੇ ਕੋਈ ਟੁਕੜੇ ਟੁਕੜੇ ਕਰ ਦੇਵੇ, ਉਹਦੀ ਸੋਚ ਕੋਈ ਨਹੀਂ ਖੋ ਸਕਦਾ। ਭਾਵੇਂ ਆਰੇ ਦੇ ਨਾਲ ਉਹਦੇ 2 ਟੁਕੜੇ ਕਰ ਦੇਵੇ, ਉਹਦੀ ਉੱਚੀ ਮਹਾਨ ਅਵਸਥਾ ਨੂੰ, ਉਹਦੀ ਸੋਚ ਨੂੰ ਕੋਈ ਨਹੀਂ ਮਿਟਾ ਸਕਦਾ। ਸੋਈ ਲਖ ਮਿਟਣਾ ਨਾ ਹੋਈ। ਜਿਹਨੇ ਉਹ ਪ੍ਰਭੂ ਸਾਰਿਆਂ 'ਚ ਦੇਖ ਲਿਆ, ਹੁਣ ਉਹਦੀ ਅਵਸਥਾ ਨੂੰ ਕੋਈ ਦੇਖ ਨਹੀਂ ਸਕਦਾ, ਹੁਣ ਉਹਦੀ ਅਵਸਥਾ ਨੂੰ ਕੋਈ ਮਿਟਾ ਨਹੀਂ ਸਕਦਾ। ਹੁਣ ਸਾਰਿਆਂ ਵਿੱਚੋਂ ਪ੍ਰਭੂ ਨਜ਼ਰ ਆਉਂਦਾ ਹੈ, ਭਾਵੇਂ ਉਹਦੀ ਕੋਈ ਚਰਖੜੀ ਤੇ ਚਾੜ ਕੇ ਰੂੰ ਦੇ ਤੁੰਬਿਆਂ ਦੀ ਤਰ੍ਹਾਂ ਉਹਨੂੰ ਉਡਾ ਦੇਵੇ,
ਭਾਵੇਂ ਦਾ ਕੋਈ ਖੋਪੜ ਲਵਾ ਦੇਵੇ, ਉਹਦੇ ਅੰਦਰ ਸੱਚ ਨਹੀਂ ਕੱਢ ਸਕਦੇ। ਉਹਨੂੰ ਭਾਵੇਂ ਨੀਹਾਂ ਵਿੱਚ ਕੋਈ ਚੁਣਾ ਦੇਵੇ, ਉਹਦੇ ਸੱਚ ਨੂੰ, ਉਹਦੀ ਸੋਚ ਨੂੰ ਕੋਈ ਖਤਮ ਨਹੀਂ ਕੀਤਾ ਜਾ ਸਕਦਾ। ਉਹਦੀ ਸੋਚ ਅੰਦਰੋਂ ਬਾਹਰੋਂ ਇੱਕੋ ਜਿਹੀ ਹੋ ਗਈ, ਭਾਵ ਉਹਦੀ ਜ਼ਮੀਰ ਹੁਣ ਮਰਦੀ ਨਹੀਂ ਹੈ, ਉਹਦੀ ਮਾਨਸਿਕ ਅਵਸਥਾ ਗਿਰਾਵਟ ਚ ਨਹੀਂ ਜਾਂਦੀ, ਉਹਦੀ ਸੋਚ ਹੁਣ ਕਦੀ ਨੀਵੀਂ ਨਹੀਂ ਹੁੰਦੀ। ਉਹਨੂੰ ਰੱਬ ਦਾ ਰੂਪ ਸਾਰਿਆਂ ਵਿੱਚੋਂ ਨਜ਼ਰ ਆ ਗਿਆ, ਇਸ ਕਰਕੇ ਉਹ ਖੁਦ ਰੱਬ ਦਾ ਰੂਪ ਹੋ ਗਿਆ। ਸੋਈ ਲੱਖ ਮਿਟਣਾ ਨਾ ਹੋਈ, ਹੁਣ ਉਹਦਾ ਕਦੀ ਆਤਮਿਕ ਜੀਵਨ ਖਤਮ ਨਹੀਂ ਹੁੰਦਾ, ਬਲਕਿ ਇਸ ਆਨੰਦ ਨੂੰ ਉਹ ਹਮੇਸ਼ਾ ਹੀ ਮਾਣਦਾ ਹੈ। ਇਸ ਆਨੰਦ ਵਿੱਚ ਹੀ ਆਪਣੀ ਜ਼ਿੰਦਗੀ ਨੂੰ ਬਤੀਤ ਕਰਦਾ ਹੈ। ਕੱਕਾ ਕਿਰਨ ਕਮਲ ਮਹਿ ਪਾਵਾ। ਹੁਣ ਕੱਕੇ ਅੱਖਰ ਦੇ ਰਾਹੀਂ ਉਪਦੇਸ਼ ਹੈ ਕਿਰਨ। ਕਿਰਨ ਮੈਨੇ ਸੂਰਜ ਦੀ ਮੰਨੋ ਜਿਵੇਂ ਕਿਰਨ ਹੁੰਦੀ ਹੈ, ਹਨੇਰੇ ਨੂੰ ਕੱਟ ਕੇ ਰੋਸ਼ਨੀ ਦੇ ਦਿੰਦੀ ਹੈ, ਏਦਾਂ ਹੀ ਗਿਆਨ ਦੀ ਕਿਰਨ ਜਿਹੜੀ ਗੁਰੂ ਸੂਰਜ ਦੇ ਗਿਆਨ ਦੀ ਕਿਰਨ ਹੈ। ਕੱਕਾ ਕਿਰਨ ਕਮਲ ਮਹਿ ਪਾਵਾ। ਕਮਲ ਹੈ ਸਾਡਾ ਹਿਰਦਾ, ਪਾਵਾ ਜੇ ਮੈਨੇ ਪੈ ਜਾਏ, ਭਾਵ ਗਿਆਨ ਰੂਪੀ ਕਿਰਨ ਜੇ ਹਿਰਦੇ ਰੂਪੀ ਕਮਲ ਦੇ ਵਿੱਚ ਪੈ ਜਾਏ, ਹਿਰਦੇ ਰੂਪੀ ਕਿਰਨ ਦੇ ਵਿੱਚ, ਹਿਰਦੇ ਰੂਪੀ ਕਮਲ ਦੇ ਵਿੱਚ ਜੇ ਗੁਰੂ ਦੇ ਗਿਆਨ ਦੀ ਕਿਰਨ ਟਿਕ ਜਾਏ ਤੇ ਹਿਰਦਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਜਾਏਗਾ। ਮੰਨ ਲਓ ਜਿਵੇਂ ਸਵੇਰ ਹੁੰਦੀ ਹੈ, ਸੂਰਜ ਦੀ ਕਿਰਨ ਕਮਲ ਦੇ ਫੁੱਲ ਤੇ ਪੈਂਦੀ ਹੈ, ਫੁੱਲ ਖਿੜ ਜਾਂਦਾ ਹੈ। ਇਸੇ ਤਰ੍ਹਾਂ ਜੇ ਗੁਰੂ ਦੇ ਗਿਆਨ ਰੂਪੀ ਕਿਰਨ ਮੈਂ ਆਪਣੇ ਹਿਰਦੇ ਦੇ ਕਮਲ ਵਿੱਚ ਟਿਕਾ ਲਵਾਂ, ਮੇਰੀ ਜ਼ਿੰਦਗੀ ਵਿੱਚ ਵੀ ਖੇੜਾ ਆ ਜਾਏਗਾ, ਮੇਰੀ ਜ਼ਿੰਦਗੀ 'ਚ ਗਿਆਨ ਆ ਜਾਏ, ਮੈਂ ਉਸ ਗਿਆਨ ਦੀ ਸਹੀ ਵਰਤੋਂ ਕਰਾਂ ਤੇ ਫਿਰ ਕੀ ਹੋਏਗਾ? ਸਸ ਵਿਗਾਸ ਸੰਪਟ ਨਹੀਂ ਆਵਾ। ਸਸ ਮੈਨੇ ਚੰਦਰਮਾ, ਵਿਗਾਸ ਮੈਨੇ ਚਾਨਣੀ, ਸਸ ਵਿਕਾਸ ਮੈਨੇ ਚੰਦਰਮਾ ਦੀ ਚਾਨਣੀ, ਸੰਪਟ ਮੈਨੇ ਡੱਬਾ ਜਿਹੜਾ ਟਕਿਆ ਹੋਇਆ ਹੁੰਦਾ ਹੈ, ਨਹੀਂ ਆਵਾ ਮਿਟਿਆ ਨਹੀਂ ਰਹੇਗਾ, ਬੰਦ ਨਹੀਂ ਰਹੇਗਾ। ਸਸ ਇੱਥੇ ਸਸ ਦਾ ਮਤਲਬ ਹੈ ਚੰਦਰਮਾ, ਵਿਕਾਸ ਮੈਨੇ ਚਾਨਣੀ। ਹੁਣ ਚੰਦਰਮਾ ਦੀ ਚਾਨਣੀ ਹੈ ਮਾਇਆ, ਮਾਇਆ ਦੀ ਰੋਸ਼ਨੀ। ਹੁਣ ਜਦੋਂ ਚੰਦਰਮਾ ਦੀ ਚਾਨਣੀ ਆਵੇ ਕੀ ਹੁੰਦਾ ਹੈ? ਜਦੋਂ ਸੂਰਜ ਚੜ੍ਹਦਾ ਹੈ ਤੇ ਸੂਰਜ ਦੇ ਰੋਸ਼ਨੀ ਦੇ ਨਾਲ ਕਮਲ ਦਾ ਫੁੱਲ ਖਿੜ ਜਾਂਦਾ ਹੈ। ਜਦੋਂ ਰਾਤ ਹੁੰਦੀ ਹੈ, ਚੰਦਰਮਾ ਦੀ ਚਾਨਣੀ ਆਉਂਦੀ ਹੈ ਤੇ ਚੰਦਰਮਾ ਦੀਆਂ ਕਿਰਨਾਂ ਦੇ ਨਾਲ ਕੀ ਹੁੰਦਾ? ਉਹ ਕਮਲ ਦਾ ਫੁੱਲ ਬੰਦ ਹੋ ਜਾਂਦਾ ਹੈ। ਪਰ ਭਗਤ ਕਬੀਰ ਜੀ ਕਹਿਣ ਲੱਗੇ ਇਹ ਉਹ ਗਿਆਨ ਦੀ ਕਿਰਨ ਹੈ, ਜਦੋਂ ਇੱਕ ਵਾਰ ਹਿਰਦਾ ਕਮਲ ਖਿੜ ਜਾਏ ਫਿਰ ਮਾਇਆ ਚੰਦਰਮਾ ਦੀ ਰੋਸ਼ਨੀ ਦੀ ਤਾਕਤ ਨਹੀਂ ਹੈ ਦੁਬਾਰਾ ਹਿਰਦੇ ਦੇ ਕਮਲ ਨੂੰ ਬੰਦ ਕਰ ਸਕੇ। ਇੱਕ ਵਾਰੀ ਗਿਆਨ ਦੇ ਸੂਰਜ ਦੀ ਕਿਰਨ ਮੇਰੇ ਹਿਰਦੇ ਦੇ ਕਮਲ ਤੇ ਪੈ ਜਾਏ, ਮੇਰਾ ਹਿਰਦਾ ਕਮਲ ਖਿੜ ਉੱਠਦਾ ਹੈ। ਸਸ ਵਿਗਾਸ, ਫਿਰ ਚੰਦਰਮਾ ਦੀ ਚਾਨਣੀ ਦੇ ਨਾਲ ਸੰਪਟ ਨਹੀਂ ਆਵਾ, ਫਿਰ ਆ ਬੰਦ ਨਹੀਂ ਹੁੰਦਾ ਕਮਲ, ਫਿਰ ਮਨ ਹਰਦਮ ਖਿੜਿਆ ਰਹਿੰਦਾ ਹੈ, ਆਨੰਦ ਵਿੱਚ ਹੀ ਰਹਿੰਦਾ ਹੈ, ਹਰਦਮ ਖੇੜਾ ਤੇ ਵਿਗਾਸ ਹੀ ਜ਼ਿੰਦਗੀ 'ਚ ਮੜਿਆ ਰਹਿੰਦਾ ਹੈ। ਭਾਵ ਗੁਰੂ ਦਾ ਗਿਆਨ ਹਿਰਦੇ 'ਚ ਟਿਕ ਜਾਏ, ਫਿਰ ਹਿਰਦੇ ਦੇ ਉੱਪਰ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਫਿਰ ਕਮਲ ਦਾ ਫੁੱਲ ਬੰਦ ਨਹੀਂ ਹੁੰਦਾ, ਫਿਰ ਖੇੜਾ ਖਤਮ ਨਹੀਂ ਹੋਏਗਾ, ਫਿਰ ਕੋਈ ਚਿੰਤਾ ਨਹੀਂ ਜ਼ਿੰਦਗੀ 'ਚ ਆਏਗੀ, ਫਿਰ ਪਰੇਸ਼ਾਨੀਆਂ ਨਹੀਂ ਆਣਗੀਆਂ, ਫਿਰ ਕੋਈ ਦੁੱਖ ਨਹੀਂ ਆਏਗਾ। ਇੱਥੇ ਕੀ ਸਿੱਖਿਆ ਮਿਲੀ ਜ਼ਿੰਦਗੀ ਜੀਣ ਲਈ? ਕਿ ਜਿਹੜੀ ਅਸੀਂ ਜ਼ਿੰਦਗੀ ਜਿਉਂਦੇ ਹਾਂ, ਜੇ ਗੁਰੂ ਦੇ ਗਿਆਨ ਦੀ ਸਹੀ ਵਰਤੋਂ ਕਰੀਏ ਤੇ ਅਸੀਂ ਖੇੜੇ 'ਚ ਆ ਸਕਦੇ ਹਾਂ। ਗੁਰੂ ਗਿਆਨ ਦੇ ਸੂਰਜ ਦੀ ਕਿਰਨ ਦੀ ਅਸੀਂ ਵਰਤੋਂ ਕਰੀਏ, ਅਸੀਂ ਖਿੜ ਸਕਦੇ ਹਾਂ ਕਮਲ ਦੇ ਫੁੱਲ ਦੀ ਤਰ੍ਹਾਂ, ਆਨੰਦਿਤ ਰਹਿ ਸਕਦੇ ਹਾਂ, ਖੁਸ਼ ਰਹਿ ਸਕਦੇ ਹਾਂ, ਵਿਸਮਾਦ ਵਿੱਚ ਰਹਿ ਸਕਦੇ ਹਾਂ। ਫਿਰ ਮਾਇਆ ਦਾ ਪ੍ਰਭਾਵ ਸਾਡੇ ਤੇ ਕਦੀ ਵੀ ਨਹੀਂ ਪਏਗਾ, ਸਾਡੀਆਂ ਖੁਸ਼ੀਆਂ ਸਦੀਵ ਰਹਿਣਗੀਆਂ, ਖੁਸ਼ੀਆਂ ਨੂੰ ਕੋਈ ਮਿਟਾ ਨਹੀਂ ਸਕੇਗਾ, ਉਹ ਆਨੰਦ ਬਣਿਆ ਰਹੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉਬਲਦੀ ਦੇਗ 'ਚ ਉਬਾਲਿਆ, ਤੱਤੀ ਤਵੀ ਤੇ ਬਿਠਾਇਆ, ਸੀਸ ਤੇ ਗਰਮ ਰੇਤ ਦੇ ਕੜਛੇ ਪਾਏ ਕਿ ਗੁਰੂ ਦੇ ਚਿਹਰੇ ਦਾ ਆਨੰਦ ਖਤਮ ਹੋ ਗਿਆ, ਖੇੜਾ ਚਲਾ ਗਿਆ। ਉਹ ਤੱਤੀ ਤਵੀ ਦੇ ਉੱਪਰ ਹੀ ਬੈਠੇ ਖਿੜੇ ਹੋਏ ਨੇ, ਪ੍ਰਸੰਨਤਾ ਵਿੱਚ ਨੇ, ਔਰ ਖੁਸ਼ੀ ਵਿੱਚ ਰੱਬ ਦੇ ਸ਼ੁਕਰਾਨੇ ਦੇ ਸ਼ਬਦ ਗਾ ਰਹੇ ਨੇ। ਤੇਰਾ ਕੀਆ ਮਿੱਠਾ ਲੱਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਮੀਰ ਮੰਨੂ ਦੀ ਕੈਦ ਵਿੱਚ ਸਿੱਖ ਬੀਬੀਆਂ ਦੇ ਬੱਚਿਆਂ ਦੇ ਟੁਕੜੇ ਕੀਤੇ, ਹਾਰ ਬਣਾ ਕੇ ਗਲਾਂ 'ਚ ਪਾਏ, ਬੱਚਿਆਂ ਦੇ ਟੁਕੜੇ ਝੋਲੀਆਂ 'ਚ ਪਾਏ। ਕਿ ਮੀਰ ਮੰਨੂ ਸਿੱਖ ਬੀਬੀਆਂ ਦੇ ਚਿਹਰੇ ਦਾ ਖੇੜਾ ਖੋ ਸਕਿਆ? ਉਹਨਾਂ ਦੀ ਖੁਸ਼ੀ ਆਨੰਦ ਲੈ ਸਕਿਆ? ਉਹਦਾ ਨਹੀਂ ਲੈ ਸਕਿਆ। ਉਹ ਤੇ ਬੱਚਿਆਂ ਦੇ ਟੁਕੜੇ ਝੋਲੀ 'ਚ ਪਵਾ ਕੇ ਰਹਿਰਾਸ ਸਾਹਿਬ ਦਾ ਪਾਠ ਕਰਦੀਆਂ ਨੇ, ਅਰਦਾਸ ਕਰਦੀਆਂ ਨੇ, ਹੇ ਸਤਿਗੁਰੂ ਤੇਰੇ ਭਾਣੇ 'ਚ ਸਾਡਾ 4 ਪਹਿਰ ਦਿਨ ਬੜੇ ਸੁੱਖ ਦਾ ਬਤੀਤ ਹੋਏ, ਅਸੀਂ ਤੇਰੇ ਨਾਮ ਨਾਲ ਜੁੜ ਕੇ 4 ਪਹਿਰ ਦਿਨ ਬੜੇ ਸੁੱਖ ਦਾ ਬਤੀਤ ਕੀਤਾ ਹੈ। ਇਹਨੂੰ ਕਹਿੰਦੇ ਨੇ ਸੂਰਜ ਦੇ ਨਾਲ ਕਮਲ ਦਾ ਫੁੱਲ ਖਿੜ ਜਾਂਦਾ ਹੈ।
ਚੰਦਰਮਾ ਦੀ ਰੋਸ਼ਨੀ ਨਾਲ ਬੰਦ ਹੋ ਜਾਂਦਾ ਹੈ। ਪਰ ਗੁਰੂ ਗਿਆਨ ਦਾ ਸੂਰਜ ਐਸਾ ਹੈ, ਜਦੋਂ ਗਿਆਨ ਦੀ ਰੋਸ਼ਨੀ ਸਾਡੇ ਜੀਵਨ ਵਿੱਚ ਹਿਰਦੇ ਦੇ ਕਮਲ ਤੇ ਆ ਜਾਂਦੀ ਹੈ, ਐਸਾ ਖੇੜਾ ਆ ਜਾਂਦਾ ਹੈ ਹਿਰਦੇ ਦੇ ਵਿੱਚ ਕਿ ਸੱਸ ਵਿਗਾਸ ਮਾਇਆ ਦੀ ਚਾਨਣੀ ਦਾ ਪ੍ਰਭਾਵ ਵੀ ਸਾਡੇ ਤੇ ਨਹੀਂ ਪੈਂਦਾ। ਹਿਰਦਾ ਕਮਲ ਕਦੀ ਬੰਦ ਹੁੰਦਾ ਹੀ ਨਹੀਂ। ਉਹਦੀ ਜ਼ਿੰਦਗੀ 'ਚ ਸਦਾ ਹੀ ਖੇੜਾ ਬਣਿਆ ਰਹਿੰਦਾ ਹੈ। ਅਰਜੇ ਤਹਾਂ ਕੁਸਮ ਰਸ ਪਾਵਾ। ਹੁਣ ਜਿਵੇਂ ਭਵਰਾ ਫੁੱਲ ਤੇ ਬੈਠਦਾ ਹੈ, ਰਸ ਮਾਣਦਾ ਹੈ, ਹੁੰਦਾ ਕੀ ਹੈ? ਭਵਰਾ ਰਸ ਨੂੰ ਲੈਂਦਾ ਵੈ, ਰਸ ਨੂੰ ਹਾਸਲ ਕਰਦਾ ਹੈ। ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ, ਉਹ ਗਿਆਨ ਦੇ, ਗੁਰੂ ਦੇ ਗਿਆਨ ਦੇ ਨਾਲ ਖੇੜੇ ਵਿੱਚ ਆ ਜਾਂਦਾ ਹੈ। ਜੇ ਕਿਤੇ ਮੈਨੂੰ ਵੀ ਉਹ ਰਸ ਪ੍ਰਾਪਤ ਹੋ ਜਾਏ ਗੁਰੂ ਦੇ ਗਿਆਨ ਦਾ, ਮੈਨੂੰ ਵੀ ਉਹ ਪ੍ਰਾਪਤ ਹੋ ਜਾਏ, ਕੁਸਮ ਦਾ ਮਤਲਬ ਫਲ, ਤਾਂ ਮੈਨੇ ਉਸ ਖੇੜੇ ਦੀ ਅਵਸਥਾ ਦੇ ਵਿੱਚ, ਜਿੱਥੇ ਗੁਰੂ ਦੇ ਗਿਆਨ ਦੇ ਨਾਲ ਖੇੜਾ ਹੁੰਦਾ ਹੈ, ਜੇ ਕਿਤੇ ਮੈਂ ਵੀ ਖੇੜੇ ਵਾਲੀ ਅਵਸਥਾ ਦਾ ਆਨੰਦ ਮਾਣ ਸਕਾਂ ਤੇ ਕੀ ਹੋਏਗਾ? ਅਕਹਿ ਕਹਾਂ ਕਹਿ ਕਾ ਸਮਝਾਵਾਂ। ਅਕਹਿ ਮੈਨੇ ਬਿਆਨ ਤੋਂ ਪਰੇ, ਮੇਰੀ ਉਹ ਖੇੜੇ ਦੀ ਉਹ ਅਵਸਥਾ ਹੋਏਗੀ ਜਿਹਦਾ ਮੈਂ ਬਿਆਨ ਨਹੀਂ ਕਰ ਸਕਦਾ। ਅਕਹਿ ਕਹਿਣ ਤੋਂ ਪਰੇ ਹੈ, ਬਿਆਨ ਤੋਂ ਪਰੇ ਹੈ, ਕਥਨ ਤੋਂ ਪਰੇ ਹੈ। ਕਹਾਂ ਕਹਿ ਕਾ ਸਮਝਾਵਾਂ। ਅਕਹਿ ਕਹਾਂ ਮੈਂ ਕਿਵੇਂ ਕਹਾਂ, ਕਿਵੇਂ ਕਹਿ ਕੇ ਸਮਝਾਵਾਂ? ਉਹ ਅਵਸਥਾ ਐਸੀ ਜਿਹਨੂੰ ਮੈਂ ਬਿਆਨ ਨਹੀਂ ਕਰ ਸਕਦਾ। ਉਹ ਹੈ ਖੇੜੇ ਦੀ ਅਵਸਥਾ, ਉਹ ਹੈ ਆਨੰਦ ਦੀ ਅਵਸਥਾ। ਤੇ ਜਿਹੜਾ ਇਸ ਅਵਸਥਾ ਨੂੰ ਮਾਣ ਰਿਹਾ ਹੈ, ਉਹਨੂੰ ਫਿਰ ਅੱਖਰਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਉਸ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦਾ। ਖੁਸ਼ੀ ਨੂੰ ਬਿਆਨ ਕਰਦਿਆਂ ਲਫ਼ਜ਼ ਖਤਮ ਹੋ ਜਾਣਗੇ, ਉਹਦਾ ਆਨੰਦ ਹੀ ਆਨੰਦ ਬਣਿਆ ਰਹੇਗਾ। ਇੰਨਾ ਆਨੰਦ ਕਿ ਅੱਖਰ ਮੁੱਕ ਜਾਣਗੇ, ਪਰ ਤੁਸੀਂ ਉਹਨੂੰ ਬਿਆਨ ਨਹੀਂ ਕਰ ਪਾਓਗੇ। ਬਿਆਨ ਨਹੀਂ ਕੀਤਾ ਜਾ ਸਕਦਾ, ਉਹਨੂੰ ਮੰਨਣਾ ਹੀ ਪਏਗਾ। ਮੰਨੋ ਕੋਈ ਕਵੇ ਗੁਲਾਬ ਦਾ ਫੁੱਲ ਬਹੁਤ ਸੋਹਣਾ ਹੈ, ਅਸੀਂ ਕੀ ਕਿੰਨਾ ਕੁ ਸੋਹਣਾ ਹੈ? ਉਹ ਕਹੇਗਾ ਬਹੁਤ ਵਧੀਆ ਹੈ। ਕਿੰਨਾ ਕੁ ਵਧੀਆ? ਉਹ ਅੱਖਰ ਖਤਮ ਹੋ ਜਾਣਗੇ ਉਹਦੇ, ਵਿਸਮਾਦੀ ਹੈ, ਹੈਰਾਨ ਕਰਨ ਵਾਲਾ ਹੈ, ਬੜਾ ਹੀ ਅਦਭੁਤ ਹੈ, ਪਰ ਦੱਸ ਨਹੀਂ ਸਕੇਗਾ ਵੀ ਉਹਦੀ ਗੁਲਾਬ ਦੇ ਫੁੱਲ ਦੀ ਸੁੰਦਰਤਾ ਹੈ ਕਿੰਨੀ। 1 ਕਿਲੋ ਹੈ ਕਿ 2 ਕਿਲੋ ਹੈ, 5 ਲੀਟਰ ਹੈ ਕਿ 10 ਲੀਟਰ ਹੈ? ਉਸ ਗੁਲਾਬ ਦੇ ਫੁੱਲ ਦੀ ਖੂਬਸੂਰਤੀ ਸੋਪਣ ਕਿੰਨਾ ਕੁ ਹੈ? 1 ਕਿਲੋਮੀਟਰ ਹੈ ਕਿ 2 ਕਿਲੋਮੀਟਰ ਹੈ? ਉਹ ਦੱਸ ਨਹੀਂ ਸਕੇਗਾ। ਅੱਖਰ ਮੁੱਕ ਜਾਣਗੇ। ਉਹ ਕਹੇਗਾ ਜਿਹਨੇ ਜਾਣਨਾ ਹੈ ਗੁਲਾਬ ਨੂੰ, ਉਹ ਆਪ ਹੀ ਜਾ ਕੇ ਦੇਖ ਆਏ। ਗੁਲਾਬ ਦੇ ਨੂੰ ਦੇਖ ਕੇ ਉਹਦੀ ਸੁੰਦਰਤਾ ਨੂੰ ਮਾਣਿਆ ਜਾ ਸਕਦਾ ਹੈ, ਪਰ ਬਿਆਨ ਨਹੀਂ ਕੀਤਾ ਜਾ ਸਕਦਾ। ਕਿਸੇ ਨੂੰ ਸਮਝਾਇਆ ਨਹੀਂ ਜਾ ਸਕਦਾ ਕਿ ਗੁਲਾਬ ਦੀ ਖੂਬਸੂਰਤੀ ਕੀ ਹੁੰਦੀ ਹੈ, ਉਹਦੀ ਸੁਗੰਧੀ ਕੀ ਹੁੰਦੀ ਹੈ। ਕਹਿ ਕਹਾਂ ਕਹਿ ਕਾ ਸਮਝਾਵਾਂ। ਮੈਂ ਜੇ ਉਸ ਆਤਮਿਕ ਆਨੰਦ ਨੂੰ ਮਾਣ ਲਵਾਂ, ਪਰ ਮੈਂ ਬਿਆਨ ਨਹੀਂ ਕਰ ਸਕੇਗਾ। ਉਹਨੂੰ ਜਾ ਕੇ ਮਾਣਿਆ ਜਾ ਸਕਦਾ ਹੈ, ਪਰ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਕੋਈ ਕਹਿ ਵੀ ਦੇਵੇ ਕਿ ਆਤਮਿਕ ਅਵਸਥਾ ਦਾ ਆਨੰਦ ਬਹੁਤ ਹੈ, ਅਸੀਂ ਸੁਣ ਲਈ, ਅੱਛਾ ਆਤਮਿਕ ਖੇੜੇ ਦਾ ਆਨੰਦ ਬਹੁਤ ਹੈ, ਪਰ ਸਾਨੂੰ ਕੋਈ ਲਾਭ ਨਹੀਂ ਹੋਏਗਾ। ਉਸ ਆਨੰਦ ਨੂੰ ਆਪ ਹੀ ਜਾ ਕੇ ਮੰਨਣਾ ਪਏਗਾ। ਸੁਣ ਕੇ ਨਹੀਂ ਮੰਨਿਆ ਜਾ ਸਕਦਾ। ਉਸ ਆਨੰਦ ਨੂੰ ਮਾਣਨ ਦੇ ਲਈ ਸਾਨੂੰ ਗੁਣਾਂ ਨੂੰ ਧਾਰਨ ਕਰਨਾ ਪਏਗਾ। ਸਾਡੀ ਜ਼ਿੰਦਗੀ ਵਿੱਚ ਵੀ ਸੱਚ ਹੋਵੇ, ਸਾਡੀ ਜ਼ਿੰਦਗੀ ਵਿੱਚ ਵੀ ਗਿਆਨ ਹੋਵੇ, ਸਾਡੀ ਜ਼ਿੰਦਗੀ ਵਿੱਚ ਵੀ ਪ੍ਰੇਮ ਹੋਵੇ। ਕਿਸੇ ਦੇ ਪ੍ਰੇਮ ਨੂੰ ਸੁਣ ਕੇ ਅਸੀਂ ਪ੍ਰੇਮ ਨੂੰ ਜਾਣ ਨਹੀਂ ਸਕਾਂਗੇ, ਮਾਣ ਨਹੀਂ ਸਕਾਂਗੇ। ਪ੍ਰੇਮ ਨੂੰ ਤੇ ਆਪ ਮੰਨਣਾ ਪੈਂਦਾ ਹੈ, ਆਨੰਦ ਨੂੰ ਆਪ ਮੰਨਣਾ ਪੈਂਦਾ ਹੈ। ਉਹਨੂੰ ਮੰਨਣ ਵਾਸਤੇ ਜੋ ਉਹਦੇ ਅਸੂਲ ਨੇ, ਉਹਦੇ ਪ੍ਰੋਟੋਕੋਲ ਨੂੰ ਪੂਰਾ ਕਰਨਾ ਪਏਗਾ, ਉਹਦੀ ਰਿਕੁਆਇਰਮੈਂਟ ਨੂੰ ਪੂਰਾ ਕਰਨਾ ਪਏਗਾ। ਇਸ ਆਤਮਿਕ ਆਨੰਦ ਨੂੰ ਪੂਰਾ ਕਰਨ ਵਾਸਤੇ ਸਾਨੂੰ ਗੁਰੂ ਜੀ ਦੇ ਪਾਸੋਂ ਗੁਣ ਲੈਣੇ ਪੈਣਗੇ। ਰੱਬੀ ਗੁਣਾਂ ਨੂੰ ਧਾਰਨਾ ਪਏਗਾ, ਨਿਰਵੈਰਤਾ ਦਾ ਗੁਣ ਧਾਰਨਾ ਪਏਗਾ, ਨਿਰਭੈਤਾ ਦਾ ਗੁਣ ਧਾਰਨ ਕਰਨਾ ਪਏਗਾ, ਬਖਸ਼ਿੰਦਗੀ ਦਾ ਗੁਣ ਧਾਰਨ ਕਰਨਾ ਪਏਗਾ। ਇਹ ਉਹ ਅਕਹਿ ਆਨੰਦ ਹੈ ਜਿਹਨੂੰ ਕੋਈ ਵੀ ਆਪਣੀ ਜ਼ਿੰਦਗੀ 'ਚ ਮਾਣ ਸਕਦਾ ਹੈ, ਜੇ ਉਹ ਗੁਰੂ ਦੇ ਗਿਆਨ ਨੂੰ ਲੈ ਕੇ ਜ਼ਿੰਦਗੀ ਜੀਵੇ, ਜੇ ਉਹ ਗੁਰੂ ਦੇ ਗਿਆਨ ਦੀ ਸਹੀ ਵਰਤੋਂ ਕਰੇ ਤੇ ਗੁਰੂ ਦੇ ਗਿਆਨ ਨੂੰ ਹਾਸਲ ਕਰਕੇ ਆਪਣੀ ਜ਼ਿੰਦਗੀ ਵਿੱਚ ਅਮਲ ਕਰੇ। ਤੇ ਕੀ ਹੋਏਗਾ? ਫਿਰ ਉਹ ਅਵਸਥਾ ਆਏਗੀ, ਅਰਜੇ ਤਹਾਂ ਕੁਸਮ ਰਸ ਪਾਵਾ, ਅਕਹਿ ਕਹਾਂ ਕਹਿ ਕਾ ਸਮਝਾਵਾ। ਉਹ ਅਵਸਥਾ ਹੋਏਗੀ ਜਿਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਬਸ ਇੰਨੀਆਂ ਹੀ ਬੇਨਤੀਆਂ ਪ੍ਰਵਾਨ। 7 ਬੰਦਾਂ ਦੀ ਅਸੀਂ ਵਿਚਾਰ ਕਰ ਲਈ ਹੈ। 8ਵੇਂ ਬੰਦ ਤੋਂ ਜਿਹੜੀ ਵਿਚਾਰ ਉਹ ਅਸੀਂ ਅਗਲੇ ਮੰਗਲਵਾਰ ਨੂੰ ਕਰਾਂਗੇ। ਅਗਲੀ ਜਿਹੜੀ ਵਿਚਾਰ ਹੈ ਸਾਡੇ ਮਨ ਦੇ ਵਾਸਤੇ ਤੇ ਸਾਡੇ ਜੀਵਨ ਵਿੱਚ ਵਿਕਾਰ ਕਿਵੇਂ ਅਸੀਂ ਦੂਰ ਕਰਨੇ ਨੇ, ਇਹਦੇ ਵਾਸਤੇ ਆ ਜਾਏਗੀ। ਇਹ ਤੇ ਸਿਰਫ 52 ਅੱਖਰੀ ਬਾਣੀ ਦਾ ਮੁੱਢ ਹੈ, ਸ਼ੁਰੂਆਤ ਹੈ, ਜਿਹਦੇ ਵਿੱਚ ਰੱਬ ਦੇ ਤੇ ਉਹਦੇ ਆਨੰਦ ਦੀ ਗੱਲ ਕੀਤੀ ਜਾ ਰਹੀ ਹੈ। ਪਰ ਜ਼ਿੰਦਗੀ ਨੂੰ ਕਿਵੇਂ ਜਿਉਣਾ, ਖੱਖੇ ਅੱਖਰ ਤੋਂ ਅਸੀਂ ਇਸ ਅਵਸਥਾ ਨੂੰ ਸਮਝਾਂਗੇ ਕਿ ਗੁਣ ਕਿਵੇਂ ਧਾਰਨ ਕਰਨੇ ਨੇ, ਜੀਵਨ ਚੋਂ ਕ੍ਰੋਧ ਕਿਵੇਂ ਛੱਡਣਾ ਹੈ, ਨਿੰਦਿਆ ਚੁਗਲੀ ਝੂਠ ਕਿਵੇਂ ਛੱਡਣੀ ਹੈ, ਜ਼ਿੰਦਗੀ 'ਚ ਪ੍ਰੇਮ ਕਿਵੇਂ ਆਵੇ, ਮਿੱਠੀ ਜ਼ੁਬਾਨ ਕਿਵੇਂ ਆਵੇ, ਆਨੰਦ ਕਿਵੇਂ ਆਵੇ।
ਭਗਤ ਕਬੀਰ ਜੀ ਅੱਗੋਂ ਇਹਨਾਂ ਸਾਰੀਆਂ ਚੀਜ਼ਾਂ ਦੀ ਵਿਚਾਰ ਸਾਨੂੰ ਸਮਝਾਣਗੇ। ਇੰਨੀਆਂ ਹੀ ਬੇਨਤੀਆਂ ਪ੍ਰਵਾਨ, ਭੁੱਲਾਂ ਖਿਮਾ ਕਰਨੀਆਂ ਜੀ। ਮਿਲ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਬਹੁਤ ਸੋਹਣਾ ਤੁਸੀਂ ਸ਼ਾਨਦਾਰ ਡਿਸਕ੍ਰਾਈਬ ਕੀਤਾ ਬਾਬਾ ਨਖਰੀ ਦੇ। ਮੇਰੇ ਮਨ 'ਚ ਇਹ ਹੈ ਜੀ ਕਿ ਵੀ ਅਸੀਂ ਕਹਿੰਦੇ ਹਾਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁਝਿਆ ਤਾਂ ਹਉਮੈ ਕਹੇ ਨਾ ਕੋਈ। ਹੁਣ ਜਿਹੜਾ ਗਿਆਨ ਤੇ ਅਗਿਆਨ ਆ ਨਾਲੋਂ ਨਾਲ ਚੱਲੀ ਜਾਂਦੇ ਨੇ, ਤੇ ਉਹ ਸਾਰਿਆਂ ਦਾ ਓਰੀਜੀਨੇਟਰ ਜਿਹੜਾ ਉਹਨਾਂ ਸਾਰਿਆਂ ਦਾ ਇੱਕੋ ਹੀ, ਉਹ ਇੱਕੋ ਓਂਕਾਰ ਹੀ ਹੋਇਆ। ਕੀ ਖਿਆਲ ਹੈ ਤੁਹਾਡਾ? ਗਿਆਨੀ ਜੀ ਅਨਮਿਊਟ ਕਰ ਲਓ ਪਲੀਜ਼। ਹਾਂਜੀ ਹਾਂਜੀ ਬਿਲਕੁਲ ਜੀ, ਹਾਂਜੀ ਬਿਲਕੁਲ ਜੀ, ਮੈਂ ਮਿਊਟ ਸੀ ਐਕਚੁਅਲੀ। ਤੇ ਫਿਰ ਉਹ ਜਿਹੜੇ ਇੱਕ ਓਂਕਾਰ, ਜਿਹੜਾ ਅਗਿਆਨ ਲੋਕ ਜਿਹਨੂੰ ਅਸੀਂ ਕਹਿੰਦੇ ਆ, ਜੇ ਹੁਣ ਭਾਰਤ ਦੇ ਵਿੱਚ ਵੀ ਬਾਕੀ ਮੁਲਕਾਂ ਦੇ ਵਿੱਚ ਵੀ ਕਿੰਨੇ ਲੋਕ ਕ੍ਰਿਮੀਨਲ ਆ, ਕਿੰਨੇ ਲੋਕ ਕਿੰਨਾ ਕੁਛ ਕਰਦੇ ਨੇ, ਉਹਨਾਂ ਨਾਲ ਵੀ ਜਿਹੜਾ ਇੰਟਰੈਕਟ ਕਰਨਾ, ਉਸ ਕਰਨ ਦੇ ਲਈ ਕੀ ਅਸੀਂ ਉਹ ਚੁੱਪਚਾਪ ਬੈਠੇ ਰਹੀਏ ਜਾਂ ਸਾਨੂੰ ਐਕਟਿਵਲੀ ਉਹਨਾਂ ਇੰਟਰੈਕਟ ਕਰਨਾ ਚਾਹੀਦਾ, ਜਾਂ ਕੀ ਅਪਰੋਚ ਲੈਣੀ ਚਾਹੀਦੀ ਹੈ ਤਾਂ ਕਿ ਅਸੀਂ ਜਿਵੇਂ ਤੁਸੀਂ ਫਰਮਾਇਆ ਚੱਲ ਰਿਹਾ ਪ੍ਰੋਗਰਾਮ, ਉਸ ਨੂੰ ਸਮਝ ਵੀ ਸਕੀਏ ਤੇ ਆਪਣੇ ਜੀਵਨ 'ਚ ਲਿਵ ਵੀ ਕਰ ਸਕੀਏ। ਬਿਲਕੁਲ ਜੀ, ਸਾਕਰਪਾਲ ਸਿੰਘ ਜੀ, ਆਪ ਜੀ ਦਾ ਬਹੁਤ ਵਧੀਆ ਸਵਾਲ ਹੈ। ਔਰ ਮੈਨੂੰ ਖੁਸ਼ੀ, ਸਾਡੀ ਕਲਾਸ ਵਿੱਚ ਗਵਾਲੀਅਰ ਤੋਂ ਮੇਰੇ ਸਤਿਕਾਰਯੋਗ ਵੀਰ ਜੀ ਪਰਮਜੀਤ ਸਿੰਘ ਜੀ ਵੀ ਹਾਜ਼ਰ ਨੇ, ਤੇ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਇਸ ਕਲਾਸ ਦੇ ਵਿੱਚ। ਤੇ ਹਮੇਸ਼ਾ ਜ਼ਰੂਰ ਹਰ ਮੰਗਲਵਾਰ ਖਾਸ ਕਰ ਬਾਬਾ ਨਖਰੀ ਦੀ ਜਿਹੜੀ ਵਿਚਾਰ ਹੈ ਇਹਦੇ ਵਿੱਚ ਵੀ, ਤੇ ਹੋਰ ਕਲਾਸਾਂ 'ਚ ਵੀ ਜੇ ਟਾਈਮ ਕੱਢ ਸਕੋ ਆਪ ਜੀ ਨੂੰ ਜ਼ਰੂਰ ਆਇਆ ਕਰੋ। ਹਾਂਜੀ ਸਾਕਰਪਾਲ ਸਿੰਘ ਜੀ, ਐਕਚੁਅਲੀ ਸਾਰੀ ਬੋਡੀ ਮੇਰੀ ਆਪਣੀ ਹੈ, ਸਰੀਰ ਮੇਰਾ ਆਪਣਾ ਹੈ, ਮੈਨੂੰ ਤੰਦਰੁਸਤ ਰੱਖਣਾ ਹੈ, ਮੈਂ ਇਹਨੂੰ ਪੂਰੇ ਸਰੀਰ ਨੂੰ ਠੀਕ ਰੱਖਣਾ ਹੈ। ਉਹਦੇ ਲਈ ਮੇਰੇ ਕੁਝ ਫਰਜ਼ ਨੇ, ਦੰਦਾਂ ਦੇ ਪ੍ਰਤੀ, ਕੰਨਾਂ ਦੇ ਪ੍ਰਤੀ, ਮੇਰੇ ਹਾਰਟ ਦੇ ਪ੍ਰਤੀ, ਮੇਰੇ ਸਰੀਰ ਦੇ ਪ੍ਰਤੀ। ਪਰ ਜਦੋਂ ਕਦੀ ਮੇਰੇ ਕਿਸੇ ਅੰਗ ਦੇ ਵਿੱਚ ਮੰਨ ਲਓ ਕੋਈ ਜ਼ਹਿਰ ਫੈਲ ਗਈ ਹੈ, ਡਾਇਬਟੀਜ਼ ਹੋ ਗਈ, ਪੈਰ ਦੇ ਅੰਗੂਠੇ 'ਚ ਜ਼ਹਿਰ ਫੈਲ ਗਈ, ਹੁਣ ਡਾਕਟਰ ਕਹਿੰਦਾ ਵੀ ਜੇ ਤੂੰ ਜਾਂ ਤੂੰ ਅੰਗੂਠਾ ਬਚਾ ਲਿਆ ਜਾਂ ਤੂੰ ਆਪਣੇ ਆਪ ਨੂੰ ਬਚਾ ਲਿਆ, ਤੇ ਮੈਨੂੰ ਕੀ ਕਰਨਾ ਪਏਗਾ? ਮੈਂ ਕਹਾਂਗਾ ਮੈਂ ਆਪਣੇ ਵਿਕਾਸ ਦੇ ਲਈ, ਮੈਂ ਆਪਣੇ ਜੀਵਨ ਦੇ ਲਈ, ਮੈਂ ਆਪਣੇ ਅੰਗੂਠੇ ਦਾ ਮੈਂ ਬਲੀਦਾਨ ਦਿੰਦਾ ਵਾਂ, ਭਾਵ ਅੰਗੂਠੇ ਨੂੰ ਮੈਂ ਤਿਆਗਦਾ ਵਾਂ। ਅੰਗੂਠੇ ਵਿੱਚ ਜ਼ਹਿਰ ਫੈਲਿਆ ਤਾਂ ਕਿ ਅੰਗੂਠੇ ਦਾ ਜ਼ਹਿਰ ਪੂਰੀ ਬੋਡੀ 'ਚ ਫੈਲ ਕੇ ਮੈਨੂੰ ਨਾ ਮਾਰ ਦੇਵੇ, ਇਸ ਕਰਕੇ ਉਸ ਅੰਗੂਠੇ ਨੂੰ ਕੱਟਣਾ ਪਏਗਾ। ਏਦਾਂ ਹੀ ਇਹ ਸੰਸਾਰ ਸਮਾਜ ਨੂੰ ਤੰਦਰੁਸਤ ਰੱਖਣ ਵਾਸਤੇ, ਖੁਸ਼ਹਾਲ ਰੱਖਣ ਵਾਸਤੇ, ਆਨੰਦਿਤ ਰੱਖਣ ਵਾਸਤੇ, ਜੇ ਕੋਈ ਸਮਾਜ ਦਾ ਵਿਰੋਧੀ ਅਨਸਰ ਹੈ ਜਿਹੜਾ ਸਮਾਜ ਵਿੱਚ ਜ਼ਹਿਰ ਫੈਲਾ ਰਿਹਾ ਹੈ, ਉਸ ਸਮਾਜ ਦੇ ਵਿਰੋਧੀ ਅਨਸਰ ਨੂੰ 3 ਤਰੀਕੇ ਦੇ ਨਾਲ ਦੂਰ ਕਰਨਾ ਹੁੰਦਾ ਹੈ। ਸਾਡੇ ਗੁਰਮਤਿ ਵਿੱਚ, ਸਿੱਖੀ ਵਿੱਚ 3 ਸਿਧਾਂਤ ਨੇ। ਅਪੀਲ, ਭਾਵ ਉਸ ਜ਼ਾਲਮ ਨੂੰ ਅਪੀਲ ਕਰਨੀ, ਤੂੰ ਜ਼ੁਲਮ ਨਾ ਕਰ, ਤੂੰ ਇੱਕ ਗਲਤ ਕਰਮ ਨਾ ਕਰ, ਉਹਨੂੰ ਸਮਝਾਉਣਾ। ਜੇ ਅਪੀਲ ਨਾਲ ਗੱਲ ਨਾ ਬਣੇ, ਫਿਰ ਦੂਸਰਾ ਸਾਡਾ ਨਿਯਮ ਹੈਗਾ ਵੈ, ਦੂਜੀ ਹੈਗਾ ਦਲੀਲ, ਭਾਵ ਆਪਣਾ ਖੂਨ ਡੋਲ ਕੇ, ਆਪਣਾ ਨੁਕਸਾਨ ਕਰਕੇ ਵੀ ਉਹਨੂੰ ਸਮਝਾਉਣਾ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਅਪੀਲ ਕੀਤੀ, ਬਾਬਰ ਤੂੰ ਜ਼ੁਲਮ ਨਾ ਕਰ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਅਪੀਲ ਕੀਤੀ, ਹਮਾਯੂ ਜ਼ੁਲਮ ਛੱਡ ਦੇ। ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਪਾਤਸ਼ਾਹ ਨੇ ਅਪੀਲ ਕੀਤੀ, ਅਕਬਰ ਤੇਰੇ ਰਾਜ 'ਚ ਜ਼ੁਲਮ ਨਹੀਂ ਹੋਣਾ ਚਾਹੀਦਾ ਪ੍ਰਜਾ ਤੇ। ਉਸ ਤੋਂ ਬਾਅਦ ਜਦੋਂ ਜਹਾਂਗੀਰ ਦਾ ਜ਼ਮਾਨਾ ਆਇਆ, ਉਹਨੇ ਜ਼ੁਲਮ ਕੀਤੇ, ਰੁਕਿਆ ਨਹੀਂ ਅਪੀਲ ਨਾਲ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਸ਼ਹਾਦਤ ਦੇ ਕੇ ਸ਼ਾਂਤਮਈ ਢੰਗ ਨਾਲ ਦਲੀਲ ਦਿੱਤੀ, ਸ਼ਾਇਦ ਜ਼ਾਲਮ ਦਾ ਪੱਥਰ ਮਨ ਪਿਘਲ ਜਾਏ। ਜਦੋਂ ਦਲੀਲ ਨਾਲ ਵੀ ਗੱਲ ਨਹੀਂ ਬਣੀ, ਜ਼ੁਲਮ ਉਸੇ ਤਰ੍ਹਾਂ ਜਾਰੀ ਰਹੇ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਮਸ਼ੀਰ ਚੁੱਕਣ ਲੱਗਿਆ। ਗੱਲ ਕਹਿਣੀ ਪਈ ਕਿ ਇਨਸਾਨਾਂ ਨੂੰ ਅਪੀਲ ਦਲੀਲ ਕਰਕੇ ਸਮਝਾਇਆ ਜਾ ਸਕਦਾ ਹੈ, ਉਹਨਾਂ ਦੇ ਮਨ ਬਦਲੇ ਜਾ ਸਕਦੇ ਨੇ, ਪਰ ਜਿਹੜੇ ਪਸ਼ੂ ਹੋ ਜਾਣ, ਪਸ਼ੂਆਂ ਦੇ ਸਿੰਘਾਂ ਵਾਲੇ ਪਸ਼ੂ ਅੱਗੇ ਮੱਥੇ ਨਹੀਂ ਟੇਕੇ ਜਾਂਦੇ, ਫਿਰ ਉਹਨਾਂ ਦਾ ਮੁਕਾਬਲਾ ਕੀਤਾ ਜਾਂਦਾ ਹੈਗਾ। ਉਹ ਇਨਸਾਨ ਨਹੀਂ, ਉਹ ਪਸ਼ੂ ਹਨ। ਕਰਤੂਤ ਪਸ਼ੂ ਕੀ ਮਾਨਸ ਜਾਤ, ਫਿਰ ਉਹਨਾਂ ਦਾ ਟਾਕਰਾ ਕਰਨਾ ਪੈਂਦਾ ਹੈ। ਤੀਜਾ ਸਿਧਾਂਤ ਹੈ ਸ਼ਮਸ਼ੀਰ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਮਸ਼ੀਰ ਚੁੱਕੀ। ਗੁਰੂ ਹਰਿ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ ਫਿਰ ਅਪੀਲ ਕੀਤੀ, ਜ਼ਾਲਮ ਜ਼ੁਲਮ ਤੋਂ ਬਾਜ਼ ਆ ਜਾਣ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਲੀਲ ਦਿੱਤੀ, ਆਪਣਾ ਖੂਨ ਡੋਲਿਆ, ਫਿਰ ਵੀ ਪੱਥਰ ਨਹੀਂ ਪਿਘਲਿਆ। ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸ਼ਮਸ਼ੀਰ ਚੁੱਕਣੀ ਹੀ ਪਈ ਕਿ ਜਦੋਂ ਸਾਰੇ ਹੀਲੇ ਵਸੀਲੇ ਦਲੀਲਾਂ ਮੁੱਕ ਜਾਣ, ਸ਼ਮਸ਼ੀਰ ਚੁੱਕਣੀ ਜਾਇਜ਼ ਹੈ। ਕਿ ਮੈਂ ਪੈਰ ਨੇ ਅੰਗੂਠੇ ਤੇ ਜ਼ਖਮ ਹੋਇਆ, ਠੀਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੰਨਾ ਹੀ ਜ਼ਹਿਰ ਫੈਲ ਗਿਆ ਕਿ ਹੁਣ ਮੈਂ ਵੀ ਮਰ ਸਕਦਾ ਵਾਂ, ਪੈਰ ਦਾ ਅੰਗੂਠਾ ਕੱਟਣਾ ਪਿਆ। ਇਸ ਸਮਾਜ ਨੂੰ ਹੈਲਦੀ, ਤੰਦਰੁਸਤ ਰੱਖਣ ਵਾਸਤੇ ਜੇ ਜ਼ਾਲਮ ਦਾ ਨਾਸ਼ ਕਰਨਾ ਪੈਂਦਾ ਹੈ, ਉਹ ਵੀ ਸੰਸਾਰ ਦੇ ਭਲੇ ਵਾਸਤੇ ਹੀ ਇਹ ਮੰਨਿਆ ਜਾਂਦਾ ਹੈ। ਪਰ ਉਸ ਤੋਂ ਪਹਿਲਾਂ ਅਪੀਲ ਹੈ, ਫਿਰ ਦਲੀਲ ਹੈ, ਤੀਜੇ ਨੰਬਰ ਤੇ ਜਾ ਕੇ ਸ਼ਮਸ਼ੀਰ ਹੈਗੀ ਹੈ। ਮੈਂ ਇਹਨੂੰ ਇਸ ਤਰ੍ਹਾਂ ਸਮਝਦਾ ਵਾਂ। ਥੈਂਕ ਯੂ ਜੀ, ਧੰਨਵਾਦ ਜੀ। ਨੈਕਸਟ ਜੀ
गुरचरण कौर जी, प्लीज अनम्यूट कर लो जी। गुरचरण कौर जी, अनम्यूट कर लो जी जरा। होया नहीं है जी, एक बार प्लीज ट्राई करो दोबारा। हाँ जी। हाँ जी ਵੀਰ ਜੀ ਵਾਹਿ ਖਾਲਸਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਤੁਸੀਂ ਬਹੁਤ ਚੰਗਾ ਸਹਿਜ ਨਾਲ ਇੱਕ ਅੱਖਰ ਕਰਕੇ ਸਮਝਾਇਆ, ਥੈਂਕ ਯੂ ਵੀਰ ਜੀ। ਮੈਂ ਪੁੱਛਣਾ ਸੀ ਕਿ ਜਿਵੇਂ ਕੱਕਾ ਕਿਰਨ ਕਮਲ ਮੈਂ ਪਾਵਾਂ ਤੇ ਉੱਥੇ ਤੁਸੀਂ ਪਾਵਾ ਕਿਹਾ ਤੇ ਉਵੇਂ ਹੀ ਦੂਜਾ ਆਵਾ ਤੇ ਸਮਝ ਆਈ ਕਿ ਥਰਡ ਪਰਸਨ ਹੋਇਆ, ਪਰ ਇਹ ਜਿਵੇਂ ਅਗਲਾ ਵੀ ਪਾਵਾਂ ਤੇ ਫਿਰ ਕਹਾਂ ਸਮਝਾਵਾਂ, ਉਹ ਬਿੰਦੀ ਨਾਲ ਨਹੀਂ ਆਉਣਗੇ? ਤੁਸੀਂ ਬਿੰਦੀ ਨਾਲ ਨਹੀਂ ਸੀ ਹਰ ਹਾਂਜੀ, ਪਾਵਾਂ ਜਿਹੜਾ ਉਹ ਹਾਂ ਬਿੰਦੀ ਨਾਲ ਹੀ ਆਏਗਾ। ਕੱਕਾ ਕਿਰਨ ਕਮਲ ਮੈਂ ਪਾਵਾਂ, ਜੇ ਕਿਰਨ ਕਮਲ ਚ ਪਾ ਲਵਾਂ। ਪਰ ਮੈਂ ਇਹਦੇ ਅਰਥ ਦੂਜੇ ਤਰੀਕੇ ਜਿਵੇਂ ਸਾਹਿਬ ਸਿੰਘ ਨੇ ਕੀਤੇ ਨੇ, ਮੈਂ ਉਦਾਂ ਨਹੀਂ ਕੀਤੇ। ਮੈਂ ਦੂਸਰੇ ਤਰੀਕੇ ਨਾਲ ਕਹਿ ਦਿੱਤੇ, ਕਿਰਨ ਕਮਲ ਦੇ ਵਿੱਚ ਪੈ ਜਾਏ, ਪਾਵਾ ਮੈਨੇ ਪੈ ਜਾਏ, ਫਿਰ ਕੀ ਹੋਏਗਾ? ਸੱਸ ਵਿਗਾਸ ਸੰਪਟ ਨਹੀਂ ਆਵਾ, ਫਿਰ ਚੰਦਰਮਾ ਦੀ ਚਾਨਣੀ ਦੇ ਨਾਲ ਵੀ ਉਹ ਕਮਲ ਬੰਦ ਨਹੀਂ ਹੋਏਗਾ। ਮੈਨੂੰ ਇਸ ਤਰ੍ਹਾਂ ਲਿਆ ਹੈਗਾ। ਮੈਂ ਅਰਥ ਦੂਜੇ ਤਰੀਕੇ ਨਾਲ ਕੀਤੇ ਨੇ, ਮੈਂ ਫਸਟ ਪਰਸਨ ਨਾਲ ਨਹੀਂ ਕੀਤੇ ਹੈਗੇ। ਹਾਂਜੀ, ਤਾਂ ਹੀ ਮੈਨੂੰ ਆ ਰਿਹਾ ਸੀ ਕਿ ਇਹ ਤੇ ਫਸਟ ਪਰਸਨ ਦੀ sentences ਨੇ except the second one। ਹਾਂਜੀ, ਪ੍ਰੋਫੈਸਰ ਸਾਹਿਬ ਸਿੰਘ ਨੇ ਫਸਟ ਪਰਸਨ ਮੁਤਾਬਕ ਕੀਤੇ ਨੇ, ਪਰ ਉਹ ਆਵਾ ਤੇ ਪਾਵਾਂ ਤੇ ਆਵਾ ਕਾਫੀਆ ਰਦੀਫ ਰਲਦਾ ਨਹੀਂ ਹੈ, ਪਰ ਏਦਾਂ ਰਲ ਜਾਂਦਾ ਵੈ, ਫਿਰ ਉੱਥੇ ਵੀ ਪਾਵਾਂ ਕਹਿਣਾ ਪੈਣਾ ਸੀ। ਪਰ ਇਹ ਅਰਥ ਇਸ ਤਰ੍ਹਾਂ ਠੀਕ ਜ਼ਿਆਦਾ ਲੱਗਦੇ ਨੇ। ਕੱਕਾ ਕਿਰਨ ਕਮਲ ਮੈਂ ਪਾਵਾ, ਜੇ ਕਿਰਨ ਕਮਲ ਵਿੱਚ ਪੈ ਜਾਏ ਤੇ ਕੀ ਹੋਏਗਾ? ਸੱਸ ਵਿਗਾਸ ਸੰਪਟ ਨਹੀਂ ਆਵਾ। ਇਸ ਕਰਕੇ ਮੈਂ ਇਹਨੂੰ ਇਸ ਤਰ੍ਹਾਂ ਤਾਂ ਲਿਆ ਹੈਗਾ, ਫਿਰ ਉਹ ਚੰਦਰਮਾ ਦੀ ਚਾਨਣੀ ਨਾਲ ਬੰਦ ਨਹੀਂ ਹੋਏਗਾ ਤੇ ਇਹਦਾ ਕਾਫੀਆ ਰਦੀਫ ਵੀ ਜਿਹੜਾ ਉਹ ਬਣਿਆ ਰਹਿੰਦਾ ਹੈਗਾ ਵੈ। ਠੀਕ ਹੈ ਵੀਰ ਜੀ, ਧੰਨਵਾਦ। ਥੈਂਕ ਯੂ ਵੀਰ ਜੀ। ਹਾਂਜੀ ਹਾਂਜੀ, ਸਰਦਾਰ ਜਗੀਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਹਾਂਜੀ ਨੇ ਗੁਰੂ ਬਹੁਤ ਪਿਆਰਿਓ, ਨਾਲ ਸਮਝਾਇਆ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਵੀਰ ਜੀ, ਮੇਰਾ ਇੱਕ ਸਵਾਲ ਹੈ ਵੀ ਅਲੈਹ ਸ਼ਬਦ ਆਇਆ ਚੌਥੀ ਪੌੜੀ ਦੇ ਵਿੱਚ, ਅਲੈਹ ਜੋ ਵੇਖਿਆ ਨਹੀਂ ਜਾ ਸਕਦਾ, ਜੋ ਲੱਭਿਆ ਨਹੀਂ ਜਾ ਸਕਦਾ, ਭਾਵ ਪਰਮਾਤਮਾ ਪ੍ਰਭੂ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਹਾਂਜੀ, ਤੇ ਜੇ ਇਹ ਫਾਰਸੀ ਦਾ ਸ਼ਬਦ ਹੋਵੇ ਫਿਰ ਬਣ ਗਿਆ ਅੱਲਾਹ। ਅੱਲਾ ਲਿਖਿਆ ਹੁੰਦਾ ਆੜਾ ਲੱਲਾ ਹਾਹਾ, ਸਪੈਲਿੰਗ ਉਹੀ ਨੇ। ਤੇ ਜੇ ਇਹ ਫਾਰਸੀ ਦਾ ਸ਼ਬਦ ਹੋਵੇ ਫਿਰ ਆਪਾਂ ਇਹਨੂੰ ਅੱਲਾਹ ਪੜ੍ਹਦੇ ਹਾਂ, ਤੇ ਦੋਹਾਂ ਦਾ ਅਰਥ ਪਰਮਾਤਮਾ ਹੀ ਹੈ। ਤੇ ਇਹ ਕਿਸ ਤਰ੍ਹਾਂ ਪਤਾ ਲੱਗਦਾ ਵੀ ਇਹ ਸੰਸਕ੍ਰਿਤ ਦਾ ਸ਼ਬਦ ਹੈ ਜਾਂ ਫਾਰਸੀ ਦਾ ਸ਼ਬਦ ਹੈ, ਵੀ ਇਥੇ ਅਲੈਹ ਪੜ੍ਹਨਾ ਜਾਂ ਅੱਲਾਹ ਪੜ੍ਹਨਾ? ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਜੀ। ਹਾਂ, ਇੱਥੇ ਨਾ ਨਾਉਨ ਨਹੀਂ ਹੈਗਾ ਇਹ ਸ਼ਬਦ, ਇਹ ਨਾਉਨ ਨਹੀਂ ਹੈਗਾ ਵੀ ਅਸੀਂ ਨੂੰ ਭੁਲੇਖੇ 'ਚ ਪੈ ਜਾਈਏ ਵੀ ਰੱਬ ਹੈ ਕਿ ਕੀ ਹੈ। ਇਹ ਅਲੈਹ ਜਿਹੜਾ ਹੈ ਕਿਰਿਆ ਹੈਗੀ ਹੈ, ਲੱਭਿਆ ਨਾ ਜਾ ਸਕੇ। ਅਲੈਹ ਜਿਹਨੂੰ ਲੱਭਿਆ ਨਾ ਜਾ ਸਕੇ, ਇਹ ਕਿਰਿਆ ਤੋਂ ਬਣਿਆ ਹੋਇਆ ਵਿਸ਼ੇਸ਼ਣ ਕਹਿ ਲਓ ਇਹਨੂੰ ਤੁਸੀਂ, ਇਹ ਪ੍ਰੋਪਰ ਨਾਉਨ ਨਹੀਂ ਹੈਗਾ ਐਕਚੁਅਲੀ। ਅਲੈਹ ਭਾਵ ਨਾ ਲੱਭਿਆ ਜਾਣ ਵਾਲਾ, ਜਿਹੜਾ ਲੱਭਿਆ ਨਹੀਂ ਜਾਂਦਾ ਹੈਗਾ। ਅਲੈਹ ਲਹੋਂ, ਲੱਭ ਨੂੰ ਲੱਭ ਲਵਾਂ, ਅੱਗੇ ਲਹੋਂ ਆ ਗਿਆ ਨਾ, ਤੇ ਲਹੋਂ ਨੇ ਸਪਸ਼ਟ ਕਰ ਦਿੱਤਾ ਕਿ ਇੱਥੇ ਇਹ ਵਿਸ਼ੇਸ਼ਣ ਅਲੱਭ ਵਾਸਤੇ ਵਰਤਿਆ ਗਿਆ, ਅੱਲਾ ਵਾਸਤੇ ਨਹੀਂ। ਜੇ ਅੱਲਾ ਵਾਸਤੇ ਜੀ ਹੁੰਦਾ ਇੱਥੇ ਮੇਰਾ ਵੀ ਇੱਕ ਡਾਊਟ ਆ ਗਿਆ ਹੈ, ਫਿਰ ਹਾਹੇ ਨੂੰ ਔਂਕੜ ਆ ਜਾਣੀ ਚਾਹੀਦੀ ਸੀਗੀ। ਜੇ ਅੱਲਾ ਵਾਸਤੇ ਹੁੰਦਾ ਇੱਕ ਵਚਨ ਪੁਲਿੰਗ ਨਾਉ, ਫਿਰ ਔਂਕੜ ਆਣੀ ਸੀ, ਪਰ ਇੱਥੇ ਵਿਸ਼ੇਸ਼ਣ ਰੂਪ 'ਚ ਵਰਤਿਆ ਗਿਆ। ਤੇ ਮੂਲ ਬੀੜਾਂ ਦੇ ਵਿੱਚ ਵੈਸੇ ਕੁਝ ਥਾਵਾਂ ਦੇ ਉੱਪਰ ਹਾਹੇ ਨੂੰ ਔਂਕੜ ਆਈ ਵੀ ਹੋਈ ਹੈਗੀ ਹੈ, ਮੈਂ ਦੇਖੀ ਹੈਗੀ ਹੈ, ਤੇ ਉੱਥੇ ਅੱਲਾ ਦੇ ਹਾਹੇ ਨੂੰ ਔਂਕੜ ਵੀ ਹੈਗੀ ਹੈ। ਤੇ ਪ੍ਰਿੰਟਡ ਬੀੜਾਂ ਵਿੱਚ ਹਾਹੇ ਨੂੰ ਔਂਕੜ ਨਹੀਂ ਹੈਗੀ। ਅਲੱਭ ਜਿਹੜਾ ਲੱਭਿਆ ਨਾ ਜਾ ਸਕੇ, ਕਿ ਲਹੋਂ ਆ ਗਿਆ ਨਾ, ਇਹਦਾ ਮਤਲਬ ਨਾ ਲੱਭਿਆ ਜਾਣ ਵਾਲਾ ਜੇ ਲੱਭ ਲਵਾਂ, ਜਿਹੜਾ ਲੱਭਿਆ ਨਹੀਂ ਜਾ ਸਕਦਾ ਉਹਨੂੰ ਲੱਭ ਲਵਾਂ। ਕਿਉਂਕਿ ਉੱਪਰ ਵੀ ਇਹੀ ਗੱਲ ਲਗਾਤਾਰ ਚਲਦੀ ਆ ਰਹੀ ਹੈਗੀ ਹੈ ਉਹਨੂੰ ਲੱਭਣ ਵਾਸਤੇ, ਅੱਗੋਂ ਵੀ ਇਹੀ ਗੱਲ ਚੱਲਦੀ ਆ ਰਹੀ ਹੈ ਕਿ ਜੇ ਕੋਈ ਲੱਭ ਲਵੇ ਅਲੈਹ ਲਹੰਤਾ, ਜੇ ਅਲੱਭ ਨੂੰ ਕੋਈ ਲੱਭਦਿਆਂ। ਇਸ ਕਰਕੇ ਅਲੱਭ ਦੀ ਹੀ ਗੱਲ ਇੱਥੇ ਠੀਕ ਰਹੇਗੀ ਕਿ ਉਹਨੂੰ ਲੱਭਣਾ ਕਿੱਥੇ ਹੈ? ਸਾਰੇ ਸੰਸਾਰ ਵਿੱਚ ਸਮਾਇਆ ਹੀ ਹੋਇਆ, ਉਹ ਕਿਤੇ ਗਵਾਚਿਆ ਨਹੀਂ ਹੋਇਆ ਹੈਗਾ। ਇਸ ਕਰਕੇ ਲੱਭਣ ਵਾਲਾ ਅਰਥ ਇਹਦਾ ਬਿਲਕੁਲ ਠੀਕ ਲੱਗਦਾ ਹੈਗਾ। ਯਾਨੀ ਜੀ ਇਹਦੇ ਬਾਰੇ ਇੱਕ ਮੇਰਾ ਵੀ ਫਿਰ ਸਵਾਲ ਹੈ ਕਿ ਜੇ ਅਲੈਹ ਨੂੰ ਅਸੀਂ ਵਿਸ਼ੇਸ਼ਣ ਮੰਨਦੇ ਹਾਂ ਤਾਂ ਵੀ ਔਂਕੜ ਵਿਸ਼ੇਸ਼ਣ ਚਾਹੀਦੀ ਵੀ ਤਾਂ ਕਿਸੇ ਨਾਉਨ ਦਾ ਹੁੰਦਾ ਨਾ ਜੀ। ਬਿਲਕੁਲ ਔਂਕੜ ਚਾਹੀਦੀ, ਇਸੇ ਕਰਕੇ ਕਿਹਾ ਮੈਂ ਕੁਝ ਬੀੜਾ ਪ੍ਰਿੰਟਡ ਬੀੜਾ ਹੱਥ ਲਿਖਤ ਬੀੜਾਂ ਵਿੱਚ ਔਂਕੜ ਦੇਖੀ ਹੈ ਕਿ ਅਲੈਹ ਹਾਹੇ ਨੂੰ ਔਂਕੜ ਲੱਗੀ ਹੋਈ ਹੈ। ਉਸ ਕੇਸ ਜੇ ਅਸੀਂ ਇਹਨੂੰ ਫਿਰ ਅੱਲਾ ਹੀ ਪੜ੍ਹੀਏ ਤਾਂ ਵੀ ਇਹਦੇ ਅਰਥ ਢੁਕਵੇਂ ਹੀ ਨੇ ਨਾ ਜੀ। ਹਾਂ, ਅੱਲਾ ਤਾਂ ਨਹੀਂ ਅਸੀਂ ਪੜ੍ਹ ਸਕਦੇ ਕਿਉਂਕਿ ਲੱਭਣ ਦੀ ਗੱਲ ਚੱਲ ਰਹੀ ਹੈ। ਲੱਭਣਾ ਹੈਗਾ ਤੇ ਕਿੱਥੋਂ ਲੱਭਣਾ? ਸਾਰਿਆਂ ਵਿੱਚੋਂ ਲੱਭਣਾ, ਸਾਰਿਆਂ ਵਿੱਚ ਸਮਾਇਆ ਹੋਇਆ। ਇਸ ਕਰਕੇ ਇਹਨੂੰ ਲੱਭਣ ਦੇ ਵਿੱਚੋਂ ਹੀ ਸਮਾਏ ਹੋਏ ਨੂੰ ਅਸੀਂ ਜੋੜ ਸਕਦੇ ਹੈਗੇ ਆ। ਵੀ ਜਿਹੜਾ ਨਹੀਂ ਲੱਭਿਆ ਜਾ ਸਕਦਾ
ਲਹੋਂ ਮੈਂ ਲੱਭ ਲੈਣਾ ਉਹਨੂੰ, ਕਿਹਦੇ ਵਿੱਚੋਂ? ਸਾਰਿਆਂ ਵਿੱਚੋਂ ਲੱਭ ਲੈਣਾ ਵਾ। ਇਸ ਕਰਕੇ ਇਹਦੇ ਅਰਥ ਇਸ ਤਰ੍ਹਾਂ ਠੀਕ ਰਹਿੰਦੇ ਨੇ। ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਅਰਥ ਇਹੀ ਕੀਤੇ ਹੋਏ ਨੇ। ਠੀਕ ਹੈ ਜੀ। ਨੈਕਸਟ ਜੀ ਭਾਈ ਜੀ, ਜੋਤੀ ਭਾਈ ਜੀ ਪਲੀਜ਼ ਅਨਮਿਊਟ ਕਰ ਲਓ। वाहिगुरु जी का खालसा वाहिगुरु जी की ਖਾਲਸਾ ਵਾਹਿਗੁਰੂ ਜੀ फतेह। ਕੀ ਫਤਿਹ। सबसे पहले तो ज्ञानी जी आपका बहुत बहुत धन्यवाद कि आप इतनी सारी व्याख्या हमें बताते हैं, हर रोज ज्ञान देते हैं। जैसे जो पहला सवाल आया था ना कि आवा पावा उसका उच्चारण नासकी होगा या बिना बिंदी लगा के होगा, मेरा भी यही क्वेश्चन था। पर मैंने जैसे यहाँ अर्थ देखे थे तो प्रोफेसर साहिब सिंह जी का मैंने जैसे अर्थ देखा तो मुझे लगा कि जो वर्तमान काल की क्रिया उत्तम पुरुष की होगी उसी में सिर्फ नास की उच्चारण होगा, और जो फ्यूचर टेंस में होगी वो बिना नास की होगा। तो क्या ये रीजन नहीं है कि उसको पावा और आवा पढ़ने का बिना बिंदी के? हाँ, इसमें ना फ्यूचर की बात नहीं है ज्योति जी। मैं आपको बता दूं, ज्योति जी हमेशा पाकिस्तान से हमारे साथ जुड़ती हैं, उनको मैं धन्यवाद बोलता हूँ। शुक्रिया। किरण ज्योति जी, पहली गल तो ये हैगी है कि इत्थे फ्यूचर की गल नहीं चल रही, इत्थे जे पै जाए। हाँ, जे पै जाए। हाँ, किरण कंडीशनल कमल मह मतलब पावा, किरण कमल विच पै जाए, सस विकास संपट नहीं आवा, फिर चंद्रमा की चाननी नाल वो बंद नहीं होएगा। इस तरह ਇਹਦਾ अर्थ बन जाएगा। जैसे यहाँ पर देखे ना ज्ञानी जी, अर्थों में लिखा हुआ है ना कि जे मैं किरण कमल फुल विच टिक्का लवा, ठीक है, तो उनके हाँ। अर्थों में लिखा हुआ है कि जे मैं, यानी कि जो अगर मैं किरण कमल विच, मुझे पंजाबी नहीं आती ज्ञानी जी हाँ, तो इत्थे एक्चुअली ना मैं ਜਿਹੜਾ ਲਫ਼ਜ਼ ਇੱਥੇ ਆਇਆ ਨਹੀਂ ਹੈਗਾ, ਪ੍ਰੋਫੈਸਰ ਸਾਹਿਬ ਸਿੰਘ ਨੇ ਮੈਂ ਵਾਲੇ ਅਰਥ ਕੀਤੇ ਨੇ, ਮੈਂ ਪਾ ਲਵਾਂ, ਪਰ ਇੱਥੇ ਮੈਂ जी ਵਾਸਤੇ ਹੋਂ ਵਾਸਤੇ ਕੋਈ ਸ਼ਬਦ ਨਹੀਂ ਆਇਆ ਵੀ ਹੋਂ ਵਗੈਰਾ ਆਇਆ ਹੋਵੇ। ਜੇ ਹੋਂ ਆ ਜਾਂਦਾ जी ਨਾ ਫਿਰ ਅਸੀਂ ਕਹਿਣਾ ਸੀ ਵੀ ਮੈਂ ਪਾਵਾਂ, ਪਰ ਹੋਂ ਲਫ਼ਜ਼ ਆਇਆ ਨਹੀਂ ਹੈ। ਤੇ ਜਿੱਥੇ ਮੈਂ ਪਾਵਾਂ ਹੋਂ ਨਾਲ ਜੋੜ ਕੇ ਬੋਲ ਦਵਾਂ, ਅੱਗੇ ਆਵਾ ਨਹੀਂ ਹੋ ਸਕਦਾ, ਅੱਗੇ ਆਵਾ ਹੀ ਰਹੇਗਾ। ਇਸ ਕਰਕੇ ਸਿੱਧੇ ਸਿੱਧੇ ਅਰਥ ਬਿਲਕੁਲ ਠੀਕ ਨੇ। ਮੈਂ ਦੀ ਹੋਂ ਦਾ ਲਫ਼ਜ਼ ਕਿਉਂਕਿ ਹੈ ਨਹੀਂ ਵਿੱਚ ਸ਼ਬਦ, ਇਸ ਕਰਕੇ ਡਾਇਰੈਕਟ ਸਿੱਧੇ ਅਰਥ ਬਿਲਕੁਲ ਠੀਕ ਨੇ। ਕੱਕਾ ਭਾਵ ਕੱਕੇ ਅੱਖਰ ਦੇ ਰਾਹੀਂ ਭਗਤ ਕਬੀਰ ਜੀ ਸਮਝਾਉਂਦੇ ਨੇ ਕਿ ਕਿਰਨ ਕਮਲ ਮੈਂ ਪਾਵਾ, ਕਿਰਨ ਕਮਲ ਵਿੱਚ ਪੈ ਜਾਏ। ਸਿੰਪਲ ਜੀ ਗੱਲ। ਸਸ ਵਿਕਾਸ ਸੰਪਟ ਨਹੀਂ ਆਵਾ, ਚੰਦਰਮਾ ਦੀ ਚਾਨਣੀ ਨਾਲ ਵੀ ਕਮਲ ਬੰਦ ਨਹੀਂ ਹੋਏਗਾ। ਠੀਕ ਹੈ जी जी। ਇਸ ਕਰਕੇ ਹੌਲ ਸ਼ਬਦ ਨਹੀਂ ਵਿੱਚ ਹੈਗਾ ਤੇ ਮੈਂ ਦੇ ਅਰਥ ਕਿਵੇਂ ਕਰ ਲਿਆਂਗੇ ਨਾ। ਇਸ ਕਰਕੇ ਸਿੱਧੇ ਸਿੱਧੇ ਅਰਥ ਬਿਲਕੁਲ ਠੀਕ ਰਹਿੰਦੇ ਨੇ। ਕਾਫੀਆ ਰਦੀਫ ਵੀ ਜਿਹੜਾ ਉਹ ਬਿਲਕੁਲ ਤਾਲਮੇਲ ਚ ਰਹਿੰਦਾ ਵੇ, पावा आवा। ठीक है, सही जी ज्ञानी जी, थैंक यू सो मच। जी नेक्स्ट स्टार राजिंदर सिंह जी अलबामुल। वाहिगुरु जी का खालसा वाहिगुरु फतेह। वाहिगुरु जी की फतेह। ज्ञानी जी मेरा सवाल है कि रब जे गवाचा ही नहीं तो फिर उन्होंने लभन का सवाल किस तरह पैदा हो सकता है? ਐਕਚੁਅਲੀ ਰੱਬ ਨਹੀਂ ਗਵਾਚਾ ਹੈਗਾ, ਰੱਬ ਦੇ ਗੁਣ ਗਵਾਚੇ ਨੇ, ਸਾਡੇ ਅੰਦਰ ਹੀ ਨੇ ਉਹ ਗਵਾਚੇ ਹੋਏ ਨੇ, ਅਸੀਂ ਗੁਣ ਲੱਭਣੇ ਨੇ। ਰੱਬ ਨਿਰਵੈਰ ਹੈ, ਸਾਡੇ ਅੰਦਰ ਨਿਰਵੈਰਤਾ ਦਾ ਗੁਣ ਗਵਾਚ ਗਿਆ ਸੀ, ਉਹ ਲੱਭਣਾ ਜੀਵਨ ਦੇ ਵਿੱਚ। ਰੱਬ ਨਿਰਭਉ ਹੈ, ਗਵਾਚਿਆ ਨਹੀਂ ਹੋਇਆ। ਨਿਰਭਉ ਉਹ ਗੁਣ ਹੈ ਜਿਹੜਾ ਸਾਡੇ ਅੰਦਰ ਗਵਾਚਿਆ, ਅੰਦਰੋਂ ਲੱਭਣਾ ਵੈ, ਇਹ ਬਾਹਰੋਂ ਨਹੀਂ ਮਿਲਣਾ ਹੈਗਾ। ਨਿਮਰਤਾ ਮੇਰੇ ਅੰਦਰੋਂ ਹੀ ਆਏਗੀ, ਮਿੱਠੀ ਜ਼ੁਬਾਨ ਮੇਰੇ ਅੰਦਰੋਂ ਆਏਗੀ। ਇਸ ਕਰਕੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮੋਹੇ। ਇਹਨੂੰ ਦਿਲ ਦੇ ਵਿੱਚੋਂ ਖੋਜਣਾ ਵੈ, ਕਿਤੇ ਗਿਆ ਨਹੀਂ ਹੋਇਆ ਹੈਗਾ। ਇਹ ਸਾਰਾ ਕੁਝ ਸਾਡੇ ਅੰਦਰ ਹੀ ਹੈ। ਕੋਈ ਨਹੀਂ ਕਹਿ ਸਕਦਾ ਜੀ ਮੈਂ ਮੁਸਕਰਾ ਨਹੀਂ ਸਕਦਾ, ਨਹੀਂ, ਖੁਸ਼ੀ ਅੰਦਰ ਹੀ ਹੈ। ਮੈਨੂੰ ਮੁਸਕਰਾਣਾ, ਇਹਦੀ ਪ੍ਰੈਕਟਿਸ ਕਰਨੀ ਪਏਗੀ। ਸ਼ੁਭ ਗੁਣ ਅੰਦਰ ਨੇ, ਮੈਨੂੰ ਪੋਜ਼ਿਟਿਵਿਟੀ, ਇਹਨਾਂ ਗੁਣਾਂ ਨੂੰ ਜੀਣਾ ਹੀ ਪਏਗਾ। ਜਿਹੜੇ ਅਗਲੇ ਆ ਰਹੇ ਨਾ ਪਦੇ, ਉਹਨਾਂ ਦੇ ਵਿੱਚ ਇਹ ਸਾਰਾ ਕੁਝ ਇਹੀ ਆਏਗਾ ਵੀ ਅਸੀਂ ਆਪਣੇ ਗੁਣਾਂ ਨੂੰ ਆਪਣੇ ਅੰਦਰੋਂ ਕਿਵੇਂ ਪ੍ਰਗਟ ਕਰਨਾ ਹੈ। ਹਰ ਬੰਦਾ ਮੁਸਕਰਾ ਸਕਦਾ ਹੈ। ਕਿਹੜਾ ਇਨਸਾਨ ਹੈ ਦੁਨੀਆ ਦਾ ਜਿਹੜਾ ਨਹੀਂ ਮੁਸਕਰਾ ਸਕਦਾ? ਪਰ ਅਸੀਂ ਮੁਸਕਰਾਉਂਦੇ ਨਹੀਂ ਆ। ਹਰ ਮਨੁੱਖ ਖੁਸ਼ ਹੋ ਸਕਦਾ ਹੈ, ਪਰ ਅਸੀਂ ਖੁਸ਼ ਹੁੰਦੇ ਨਹੀਂ ਆ। ਅਸੀਂ ਮੱਥੇ ਤੇ ਤੂੜੀਆਂ ਪਾਈ ਬੈਠੇ ਆ। ਅਸੀਂ ਹਰ ਬੰਦਾ ਮੱਥਾ ਵੱਟ ਕੇ ਬੈਠਾ ਹੋਇਆ। ਲੋਕ ਗੁਰਦੁਆਰੇ ਚ ਗੁਰੂ ਦੇ ਸਾਹਮਣੇ ਬੈਠ ਕੇ, ਜਿਹਨੂੰ ਅਸੀਂ ਕਹਿੰਦੇ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਉਸ ਸਤਿਗੁਰੂ ਦੇ ਅੱਗੇ ਬੈਠ ਕੇ ਵੀ ਮੱਥੇ ਤੇ ਤੂੜੀਆਂ ਪਾ ਕੇ ਬੈਠੇ ਹੋਏ। ਹੁਣ ਬੰਦਾ ਮੁਸਕਰਾਏ ਨਾ, ਖੁਸ਼ ਨਾ ਹੋਵੇ ਤੇ ਕਿਹਦੀ ਸਮੱਸਿਆ? ਰੱਬ ਦੀ ਨਹੀਂ ਹੈ, ਸਮੱਸਿਆ ਤੇ ਸਾਡੀ ਹੈ। ਸਾਡੇ ਅੰਦਰੋਂ ਗੁਣ ਗਵਾਚਿਆ ਖੁਸ਼ੀ ਦਾ, ਸਾਡੇ ਅੰਦਰੋਂ ਨਿਮਰਤਾ ਦਾ ਗੁਣ ਗਵਾਚ ਗਿਆ, ਸਾਡੇ ਅੰਦਰ ਦਇਆ ਦਾ ਗੁਣ ਗਵਾਚ ਗਿਆ। ਉਸ ਗੁਣ ਨੂੰ ਲੈ ਕੇ ਆਣਾ ਹੈ। ਕੋਈ ਨਹੀਂ ਕਹਿ ਸਕਦਾ ਮੈਂ ਮਿੱਠਾ ਨਹੀਂ ਬੋਲ ਸਕਦਾ, ਮਿੱਠਾ ਬੋਲ ਸਕਦਾ, ਪਰ ਮੈਂ ਗਵਾਚਿਆ ਹੋਇਆ ਉਸ ਗੁਣ ਨੂੰ ਆਪਣੇ ਅੰਦਰੋਂ ਲੱਭਣਾ ਤੇ ਮਿਠਾਸ ਜ਼ਬਾਨ ਤੱਕ ਲੈ ਕੇ ਆਣੀ। ਮੈਂ ਮਿੱਠਾ ਬੋਲਾਂ, ਤਰਸ ਮੇਰੇ ਅੰਦਰ ਹੀ ਹੈ, ਪਰ ਮੈਂ ਕਿਸੇ ਤੇ ਕਰ ਨਹੀਂ ਰਿਹਾ ਵਾਂ, ਉਹਨੂੰ ਕਰਨਾ ਹੈਗਾ। ਆ ਰੱਬ ਦੇ ਗੁਣ ਜਿੰਨੇ ਨਾਮ ਨੇ ਉਹਦੇ ਗੁਣ ਨੇ। ਤੇ ਭਗਤ ਕੀ ਕਰਦੇ ਨੇ?
ਗੁਣ ਨਿਧਾਨ ਭਗਤਨ ਕੋ ਬਰਤਨ, ਉਹ ਇਹਨਾਂ ਗੁਣਾਂ ਨੂੰ ਵਰਤ ਲੈਂਦੇ ਨੇ, ਆਪਣੇ ਅੰਦਰੋਂ ਹੀ ਗੁਣਾਂ ਨੂੰ ਪ੍ਰਗਟ ਕਰਕੇ ਵਰਤ ਲੈਂਦੇ ਨੇ। ਰੱਬ ਗੁਣਾਂ ਦੇ ਰੂਪ ਵਿੱਚ ਸਾਡੇ ਅੰਦਰ ਗਵਾਚਿਆ, ਅਸੀਂ ਆਪਣੇ ਅੰਦਰ ਉਹਨੂੰ ਪ੍ਰਗਟ ਕਰਨਾ ਹੈਗਾ, ਇਹਨੂੰ ਸਾਹਮਣੇ ਜੀਵਨ 'ਚ ਲੈ ਕੇ ਆਉਣਾ ਹੈਗਾ। ਮੈਂ ਇਹਨੂੰ ਇਸ ਤਰ੍ਹਾਂ ਮੰਨਦਾ ਹੈਗਾ। ਬਹੁਤ ਵਧੀਆ। बहुत बहुत धन्यवाद जी ज्ञानी जी, समा हो गया है तो अगे भी हरजीत सिंह जी ने बेनती है जी कि अगला प्रोग्राम अनाउंस कर दें जी।